ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੱਖਣਾ ਧੂੜੀ ਮੱਜਨ ਸਾਧਕੇ, ਸਾਈਂ ਤੀਏ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਜਿਸ ਦਾ ਪ੍ਰਵਾਹ ਚੱਲ ਰਿਹਾ ਹੈ, ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ, ਉਹ ਆਪ ਜੀ ਨੇ ਸਰਵਣ ਕਰ ਲਿਆ। ਸੰਗਰਾਮ ਦਾ ਦਿਹਾੜਾ ਹੈ, 12 ਮਾਹਿਂ ਦਾ ਪਾਠ ਉਪਰੰਤ ਵਿਚਾਰਾਂ ਆਪ ਜੀ ਨੇ ਸੁਣ ਲਈਆਂ ਨੇ। ਆਓ ਹੁਣ ਕਥਾ ਦਾ ਆਨੰਦ ਮਾਣਨ ਕਰੀਏ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਨਾਮ ਜਪਣ ਵਾਲਿਆਂ ਦੀ ਪਵਿੱਤਰਤਾ, ਇਹ ਉਹ ਕਿੰਨੇ ਪਵਿੱਤਰ ਹੋ ਜਾਂਦੇ ਨੇ, ਉਹਨਾਂ ਦੀ ਚਰਨ ਧੂੜ ਦੇ ਵਿੱਚ ਕਿੰਨੀਆਂ ਬਰਕਤਾਂ ਹੋ ਜਾਂਦੀਆਂ ਨੇ। ਇੱਥੋਂ ਹੀ ਮਹਾਰਾਜ ਸਾਹਿਬ ਜੀ ਇਹ ਵਿਚਾਰ ਆਰੰਭ ਕਰਦੇ ਨੇ ਰੱਖਣਿਆਂ ਦੇ ਵਿੱਚ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ। ਦੱਖਣਾ ਧੂੜੀ ਮੱਜਨ ਸਾਧਕੇ, ਸਾਰੇ ਬੋਲ ਦਿਓ ਜੀ। ਸਾਈਂ ਤੀਏ ਕਿਰਪਾਲ। ਇਹ 99ਵੀਂ ਰੀਤ ਹੈ। ਇਹਦੇ ਵਿੱਚ ਇੱਕ ਤਾਂ ਪਾਠ ਦਾ ਭੇਦ ਜਿਹੜਾ ਹੈ ਉਹ ਸਮਝਣਾ। ਇਸ ਨੂੰ ਸਾਈਂ ਪਾਠ ਬੋਲਣਾ ਹੈ, ਬਿੰਦੀ ਸਹਿਤ ਪਾਠ ਹੈ। ਸਾਈ ਨਾ ਬਣ ਜਵੇ। ਸਾਈ ਦਾ ਅਰਥ ਹੋਰ ਹੁੰਦਾ ਹੈ, ਸਾਈਂ ਦਾ ਅਰਥ ਹੋਰ ਹੁੰਦਾ ਹੈ। ਇਸ ਕਰਕੇ ਜੋ ਸਾਈਂ ਨਾਮ ਹੈ ਮਾਲਕ ਦਾ, ਉਹ ਕੌਣ ਹੈ? ਪਰਮੇਸ਼ਰ ਬੜਾ ਕਿਰਪਾਲੂ ਤੇ ਦਿਆਲੂ ਹੈ, ਜਿਹਦੇ ਉੱਤੇ ਕਿਰਪਾਲਤਾ ਕਰਦਾ ਹੈ, ਕਿਰਪਾਲੂ ਹੋ ਜਾਂਦਾ ਹੈ। ਫਿਰ ਉਸ ਨੂੰ ਸਾਧ ਸ੍ਰੇਸ਼ਟ ਜਿਹੜੇ ਸਿਮਰਨ ਕਰਨ ਵਾਲੇ ਨੇ, ਉਹਨਾਂ ਦੇ ਇੰਨੀ ਪਵਿੱਤਰਤਾ ਮੰਨੀ ਹੈ ਕਿ ਉਹਨਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਵੀ ਬੜੀਆਂ ਬਰਕਤਾਂ ਹੁੰਦੀਆਂ। ਉਹਨਾਂ ਦੇ ਚਰਨਾਂ ਦੀ ਖੇ ਜਿਹੜੀ ਧੂੜੀ ਹੈ, ਉਹ ਇੱਕ ਮੱਜਨ ਇਸ਼ਨਾਨ ਹੁੰਦਾ ਹੈ। ਧੂੜੀ ਮੱਜਨ ਸਾਧ ਖੇ, ਜੋ ਸਾਧੂਆਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕੀਤਾ ਜਾਵੇ ਤਾਂ ਵਾਹਿਗੁਰੂ ਮਾਲਕ ਪਰਮੇਸ਼ਰ ਕਿਰਪਾਲੂ ਬਹੁਤ ਹੀ ਮਿਹਰਬਾਨ ਹੁੰਦਾ ਹੈ। ਵੀ ਇਹਦੇ 'ਚ ਇੰਨੀ ਨਿਮਰਤਾ ਆ ਗਈ। ਸੰਤਾਂ ਦੀ ਅਤੇ ਸਾਧ ਸੰਗਤ ਦੀ ਜੋ ਧੂੜ ਹੈ, ਉਹ ਮੱਜਨ ਇਸ਼ਨਾਨ ਦਾ ਇੱਕ ਪੁਰਬ ਹੈ। ਜਿਸ ਤਰ੍ਹਾਂ 12 ਸਾਲ ਬਾਅਦ ਹਰਿਦੁਆਰ ਦੇ ਅੰਦਰ, ਪ੍ਰਾਗਰਾਜ ਦੇ ਅੰਦਰ, ਉਜੈਨ ਦੇ ਅੰਦਰ, ਨਾਸਕ ਦੇ ਅੰਦਰ ਕੁੰਭ ਲੱਗਦੇ ਹੈ। ਸਾਧ ਸੰਗਤ ਦੀ ਜਿਹੜੀ ਧੂੜ ਹੈ, ਕਿ ਇਹਦੇ ਵਿਖੇ ਜਿਹੜਾ ਮੱਜਨ ਪੁਰਬ ਦਾ ਇਸ਼ਨਾਨ ਹੈ, ਜੈਸਾ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਸਾਧ ਸੰਗਤ ਦੇ ਬੈਠਣ ਵਾਲੀ ਜਗ੍ਹਾ ਜਿਹੜਾ ਝਾੜੂ ਮਾਰਦਾ ਹੈ, ਤੱਪੜ ਝਾੜ ਕੇ ਵਿਛਾਉਂਦਾ ਹੈ, ਇਹ ਵੀ ਇੱਕ ਇਸ਼ਨਾਨ ਹੈ। ਇਹ ਧੂੜੀ ਦਾ ਇਸ਼ਨਾਨ ਹੈ। ਸੰਗਤਾਂ ਵਾਲੀ ਥਾਂ ਤੇ ਜਾਂ ਫਿਰ ਗੁਰੂ ਮਹਾਰਾਜ ਦੇ ਪ੍ਰਕਾਸ਼ ਵਾਲੀ ਥਾਂ ਤੇ ਝਾੜੂ ਲਾਉਣਾ, ਇਹ ਸੁਤੇ ਸਿੱਧੇ ਇਸ਼ਨਾਨ ਹੈ ਤੇ ਪੁਰਬਾਂ ਦਾ ਇਸ਼ਨਾਨ ਹੈ। ਸਾਧ ਸੰਗਤ ਦੀ ਧੂੜੀ ਦੇ ਖੇ ਵੇਖੇ ਮੱਜਨ ਪੁਰਬ ਦਾ ਇਸ਼ਨਾਨ ਪ੍ਰਾਪਤ ਦਾ ਫਲ ਹੁੰਦਾ ਹੈ। ਜਿਨ੍ਹਾਂ ਨੂੰ ਇਹ ਚਰਨ ਧੂੜ ਪ੍ਰਾਪਤ ਹੋਈ ਹੈ, ਉਹਨਾਂ ਤੇ ਸਾਈਂ ਪ੍ਰਭੂ ਮਾਲਕ ਕਿਰਪਾਲੂ ਬਹੁਤ ਹੀ ਦਿਆਲੂ ਹੋ ਜਾਂਦਾ ਹੈ। ਲੱਦੇ ਹੱਬੇ ਥੋਕੜੇ, ਇਹ ਲੱਦੇ ਨੂੰ ਅਧਿਕ ਸਹਿਤ ਕਰਨਾ ਹੈ ਭਾਈ। ਲੱਦੇ ਲੱਭਣ ਤੋਂ ਭਾਵ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ, ਉਹਨਾਂ ਨੂੰ ਸਾਰੇ ਪਦਾਰਥ ਲੱਭ ਜਾਂਦੇ ਨੇ। ਨਾਨਕ ਹਰ ਧਨਵਾਲ। ਤੇ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਕਥਨ ਕੀਤਾ ਹੈ ਕਿ ਉਹਨਾਂ ਨੂੰ ਹਰ ਪਰਮੇਸ਼ਰ ਦਾ ਜਿਹੜਾ ਨਾਮ ਰੂਪੀ ਧਨ ਹੈ, ਤੇ ਸਰਬਣ ਮੰਨਣ ਰੂਪ, ਸਰਬਣ ਰੂਪ ਘੋੜੇ ਤੇ ਮੰਨਣ ਰੂਪ, ਉਹਨਾਂ ਨੂੰ ਇਸ ਪ੍ਰਕਾਰ ਦੇ ਜਿਹੜੇ ਹਾਥੀ ਆਦਨ ਤੇ ਨਿਧਿਆਸਨ ਰੂਪ ਹਾਥੀ ਤੇ ਮੰਨਣ ਰੂਪ ਉਹਨਾਂ ਨੂੰ ਰਥ ਪ੍ਰਾਪਤ ਹੋ ਜਾਂਦੇ ਹੈ। ਇਹ ਮਾਲ ਪ੍ਰਾਪਤ ਹੋ ਜਾਂਦਾ ਹੈ। ਹੱਬੇ ਸਾਰੇ ਹੀ ਧਰਮ ਅਰਥ ਕਾਮ ਮੋਖ ਥੋਕੜੇ ਨਾਮ ਪਦਾਰਥਾਂ ਦਾ ਲੱਦੇ ਲੱਭ ਜਾਂਦੇ ਹਨ। ਜੇ ਇਹ ਅੰਤਰੀਬ ਵੀ ਤੇ ਬਾਹਰ ਵੀ। ਸੰਤ ਸੁੰਦਰ ਸੁਆਮੀ ਧਾਮ ਭਗਤ ਹੈ ਵਿਸਰਾਮ। ਸੁਆਮੀ ਮਾਲਕ ਪਰਮੇਸ਼ਰ ਦਾ ਸੁੰਦਰ ਸੋਹਣਾ ਸੰਗਤ ਰੂਪੀ
ਜਾਂ ਸੱਚਖੰਡ ਰੂਪੀ ਧਾਮ ਘਰ ਹੈ, ਤੇ ਉਹ ਜਿਹੜਾ ਧਾਮ ਘਰ ਹੈ ਉਸ ਘਰ ਦੇ ਭਗਤ ਜਨ ਵਿਸ਼ਰਾਮ ਸਥਿਤੀ ਪਾਉਂਦੇ ਨੇ। ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਦੇ ਨਾਮ ਜਪਣ ਵਾਲੇ ਹਨ, ਆਸਾ ਲਗ ਜੀਵ ਤੇ ਜੀਓ, ਉਹ ਪਰਮੇਸ਼ਰ ਦੀ ਆਸਾ ਨਾਲ ਉਮੀਦ ਦਾ ਹੁੰਦਾ ਹੈ। ਉਹਨਾਂ ਦੇ ਅੰਦਰ ਇਹ ਉਮੀਦ ਹੈ ਕਿ ਵਾਹਿਗੁਰੂ ਕਿਰਪਾ ਕਰੇਗਾ, ਕਦੇ ਤਾਂ ਦਰਸ਼ਨ ਦੇਵੇਗਾ ਸਾਨੂੰ। ਇਸ ਉਮੀਦ ਦੇ ਵਿੱਚ ਉਹ ਜਿਉਂਦੇ ਜੀ ਰਹੇ ਨੇ ਕਿ ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਏਗੀ। ਮਨ ਤਨੇ ਗਲਦਾਨ ਸਿਮਰਤ ਪ੍ਰਭ ਨਾਮ। ਇਹ ਦੇਖੋ ਪਾਠ ਦੀ ਚਾਲ ਭਾਈ ਆਪਣੇ ਆਪ ਬਣਦੀ ਜਾ ਰਹੀ ਹੈ। ਇੱਕ ਜਮਕ ਤੇ ਇੱਕ ਵਿਸਰਾਮ ਆਪਣੇ ਆਪ ਲੱਗ ਰਿਹਾ, ਜਿੱਥੇ ਉਹਨੂੰ ਆਪਣਾ ਧਿਆਨ ਦੇ ਵਿੱਚ ਲਓ। ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ। ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ, ਪਰਮੇਸ਼ਰ ਦਾ ਜਿਹੜਾ ਨਾਮ ਸਿਮਰਨ ਦੇ ਵਿੱਚ ਬਿਰਤੀ ਜੋੜ ਕੇ ਮਨ ਅਤੇ ਤਨ ਜਿਨ੍ਹਾਂ ਦਾ ਗਲਤਾਨ ਨਾਮ ਹੈ ਮਸਤ ਹੋਣ ਦਾ, ਮਸਤਾਨੇ ਰਹਿੰਦੇ ਨੇ, ਮਨ ਤਨ ਕਰਕੇ ਗਲਤਾਨ ਮਸਤ ਹੋ ਕੇ ਪਰਮੇਸ਼ਰ ਦਾ ਨਾਮ ਸਿਮਰਨਦੇ ਹਨ। ਹਰ ਅੰਮ੍ਰਿਤ ਪੀਵ ਤੇ ਜੀਓ, ਉਹ ਹਰੀ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਵ ਤੇ ਪੀਣਾ ਕਰਦੇ ਨੇ। ਨਾਮ ਦੇ ਵਿੱਚ ਇੱਕ ਰਸ ਹੈ ਜਿਹੜਾ ਉਹ ਰਸ ਦੀਆਂ ਘੁੱਟਾਂ ਭਰਦੇ ਹੈ। ਨਾਮ ਦਾ ਰਸ ਉਹਨਾਂ ਨੂੰ ਆਉਂਦਾ, ਘੁੱਟਾਂ ਭਰ ਕੇ ਐਸਾ ਨਾਮ ਦਾ ਰਸ ਪੀਂਦੇ। ਇਸ ਪ੍ਰਕਾਰ ਉਹ ਫਿਰ ਇਹ ਨਾਮ ਅੰਮ੍ਰਿਤ ਨੂੰ ਪੀਂਦੇ ਰਹਿੰਦੇ ਹਨ। ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ, ਉਹ ਹਰੀ ਪਰਮੇਸ਼ਰ ਦੇ ਅੰਮ੍ਰਿਤ ਰੂਪੀ ਨਾਮ ਨੂੰ ਪੀਵ ਤੇ ਪੀਂਦੇ ਨੇ ਅਤੇ ਬ੍ਰਹਮ ਰੂਪ ਵਿੱਚ ਸਦਾ ਹਮੇਸ਼ਾ ਥਿਰ ਸਥਿਤ ਥੀਵ ਤੇ ਹੁੰਦੇ ਨੇ। ਤੇ ਉਹਨਾਂ ਨੇ ਸੰਸਾਰ ਨੂੰ ਕਿਸ ਪ੍ਰਕਾਰ ਸਮਝਿਆ ਉਹ ਦੱਸਦੇ ਹਨ। ਵਿਖੇ ਵਨ ਫੀਕਾ ਜਾਣਿਆ, ਉਹਨਾਂ ਨੇ ਸੰਸਾਰ ਨੂੰ ਵਿਸ਼ਿਆਂ ਦਾ ਬਣ ਸਮਝਿਆ ਹੋਇਆ। ਇਹ ਵਿਸ਼ਿਆਂ ਦੇ ਬਣ ਇੱਥੇ ਪਾਣੀ ਦਾ, ਵਿਸ਼ਿਆਂ ਦਾ ਪਾਣੀ ਫਿੱਕਾ ਨਿਰਸ ਜਾਣ ਕੇ, ਫਿੱਕਾ ਸਮਝ ਕੇ ਉਹਨਾਂ ਨੇ ਛੱਡ ਦਿੱਤਾ ਹੈ। ਵੇਖੇ ਫਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਉਹਨਾਂ ਦੀ ਇਹ ਅਵਸਥਾ ਹੋ ਗਈ ਹੈ। ਭਈ ਕਿਰਪਾਲ ਗੋਪਾਲ ਪ੍ਰਭ ਮੇਰੇ, ਜਿਨ੍ਹਾਂ ਉੱਤੇ ਮੇਰੇ ਪ੍ਰਭੂ ਸੁਆਮੀ ਮਾਲਕ ਗੋ ਧਰਤੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਜੀ ਕਿਰਪਾਲੂ ਭਏ ਹੋ ਗਏ ਹਨ, ਜਿਨ੍ਹਾਂ ਦੇ ਉੱਤੇ ਸਾਧ ਸੰਗਤ ਨਿਧ ਮੰਨਿਆ। ਉਹਨਾਂ ਨੇ ਸਾਧ ਸੰਗਤ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਨਿਧ ਖਜ਼ਾਨੇ ਦੇ ਸੁਖ ਨੂੰ ਮਾਨਿਆ ਨਹੀਂ, ਮਾਨਣ ਦਾ। ਉਹਨਾਂ ਨੇ ਸਾਧ ਸੰਗਤ ਨੂੰ ਸੁਖਾਂ ਦੀ ਨਿਧੀ ਕਰਕੇ ਮੰਨ ਲਿਆ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ। ਹੁਣ ਜਿੰਨੇ ਮਾਈ ਭਾਈ ਬੈਠੇ ਹੋ ਤੁਸੀਂ, ਹਰ ਰੋਜ਼ ਕਥਾ ਦਾ ਨਿਤਨੇਮ ਬਣਿਆ, ਇਹ ਵਾਹਿਗੁਰੂ ਦੀ ਕਿਰਪਾਲਤਾ ਸਮਝਣੀ, ਆਪਣੀ ਹਿੰਮਤ ਨਹੀਂ ਸਮਝਣੀ, ਆਪਣਾ ਉਦਮ ਨਹੀਂ ਸਮਝਣਾ। ਇਹ ਵਾਹਿਗੁਰੂ ਦੀ ਸਾਡੀ ਮਨੁੱਖਾ ਸਰੀਰ ਜਿਹਨੇ ਬਖਸ਼ਿਆ, ਉਹਦੇ ਵਿੱਚ ਉਦੋਂ ਵੀ ਵੱਡੀ ਦਾਤ ਆ ਜਿਹੜੀ ਉਹਨਾਂ ਨੇ ਸਾਨੂੰ ਦੇ ਦਿੱਤੀ ਹੈ। ਸਰਬ ਸੁਖ ਆਨੰਦ ਕਨ ਪਿਆਰੇ, ਇਹ ਪਿਆਰੇ ਉਹਨਾਂ ਭਗਤਾਂ ਨੂੰ ਬੈਕੁੰਠ ਦੀਆਂ, ਜੀਵਨ ਮੁਕਤੀ ਦੀਆਂ ਇਤਿਆਦ ਸਰਬਸੋ ਸਾਰੇ ਸੁਖ ਕਨਾ ਬਹੁਤਾ ਹੀ ਆਨੰਦ, ਉਹ ਕਿਹੜਾ ਬ੍ਰਹਮਾਨੰਦ ਦਾ ਆਨੰਦ ਪ੍ਰਾਪਤ ਹੋਇਆ, ਕਿਉਂਕਿ ਉਹਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਹਰ ਰਤਨ ਮਨ ਅੰਤਰ ਸੀਵਤ, ਉਹਨਾਂ ਨੂੰ ਰਤਨਾਂ ਦੀ ਤਾਈ ਅਮੋਲਕ ਸਮਝ ਕੇ ਹਿਰਦੇ ਦੇ ਵਿੱਚ ਸੀਵ ਤੇ ਧਾਰਨ ਕਰ ਲਿਆ। ਜਾਂ ਇਹਨਾਂ ਨੂੰ ਇਹ ਸਮਝੋ ਵੀ ਬ੍ਰਹਮਾਕਾਰ ਬਿਰਤੀ, ਇਹਨੂੰ ਤਾਂ ਸੂਈ ਬਣਾ ਲਿਆ। ਮਹਾਵਾਕ ਰੂਪੀ ਧਾਗਿਆਂ ਦੇ ਵਿੱਚ ਮਨ ਰੂਪੀ ਵਸਤੂ ਨੂੰ ਸੀਵ ਤੇ ਸੀਵ ਲਿਆ ਹੈ। ਜਾਂ ਇਉਂ ਕਹੋ ਕਿ ਹਰੀ ਪਰਮੇਸ਼ਰ ਦੇ ਨਾਮ ਰਤਨ ਨੂੰ ਹਿਰਦੇ ਵਿੱਚ ਧਾਰਨ ਕਰਕੇ ਵਿਚਾਰ ਰੂਪੀ ਸੂਈ ਦੁਆਰਾ ਮਨ ਰੂਪੀ ਵਸਤਰ ਨੂੰ ਸਿਉਂ ਕੇ ਸਾਧ ਸੰਗਤ ਰੂਪੀ ਚੋਲੇ ਨੂੰ ਇਹਦਾ ਚੋਲੇ ਦਾ ਰੂਪ ਬਣਾ ਦਿੱਤਾ ਹੈ। ਇਕ ਤਿਲ ਨਹੀਂ ਇਸਰੈ ਪ੍ਰਾਨ ਆਧਾਰਾ, ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਉਹਨਾਂ ਭਗਤ ਜਨਾਂ ਨੂੰ ਤਾਂ ਭਾਈ ਪ੍ਰਾਣਾਂ ਦਾ ਆਧਾਰਾ ਨਾਮ ਆਸਰੇ ਦਾ, ਆਸਰਾ ਰੂਪ ਪਰਮੇਸ਼ਰ। ਉਹ ਜੇ ਕਿਤੇ ਤਿਲ ਮਾਤਰ, ਤਿਲ ਬਹੁਤ ਥੋੜਾ ਹੁੰਦਾ ਨਾ, ਉਹਦਾ ਪ੍ਰਮਾਣ ਦਿੱਤਾ ਥੋੜੇ ਮਾਤਰ ਵੀ ਜੇ ਕਿਤੇ ਉਹ ਐਸਾ ਪਰਮੇਸ਼ਰ, ਉਹ ਵਿਸਰਦਾ ਨਹੀਂ ਕਦੇ, ਉਹਨਾਂ ਨੂੰ ਭੁੱਲਦਾ ਹੀ ਨਹੀਂ ਹੈ, ਤਿਲ ਮਾਤਰ ਵੀ ਨਹੀਂ ਭੁੱਲਦਾ।
ਹਰ ਵੇਲੇ ਸੁਰਤੀ ਦੇ ਵਿੱਚ ਉਹਨਾਂ ਦੇ ਨਾਮ ਚੱਲਦਾ ਰਹਿੰਦਾ ਹੈ। ਜਪ ਜਪ ਨਾਨਕ ਜੀਵਤੇ, ਭਗਤ ਜਨ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਨੇ। ਆਖਾਂ ਜੀਵਾਂ ਵਿਸਰੈ ਮਰ ਜਾਓ। ਇਹ ਨਾਮ ਜਪਣ ਦੀਆਂ ਜਿਉਂ-ਜਿਉਂ ਮਨ ਦਾ ਟਿਕਾਅ ਬਣਦਾ ਜਾਂਦਾ ਹੈ, ਪਹਿਲਾਂ ਜਦੋਂ ਅਭਿਆਸੀ ਨੂੰ ਅਭਿਆਸ ਦੀ ਕਾਮਯਾਬੀ ਹੋ ਜਾਂਦੀ ਹੈ, ਉਹ ਪਹਿਲਾਂ ਤਾਂ ਇਸ ਤਰ੍ਹਾਂ ਵੀ ਕੰਮਕਾਰ ਕਰਦਾ ਹੋਇਆ ਸਿਮਰਨ ਕਰਦਾ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਦੋਂ ਇਹਦੇ 'ਚ ਅਵਸਥਾ ਪਰਪੱਕ ਹੋ ਜਾਏ, ਜਦੋਂ ਫਿਰ ਦੂਸਰਾ ਬੰਦਾ ਕੋਈ ਗੱਲਾਂ ਕਰਦਾ, ਕੰਨਾਂ ਨਾਲ ਸੁਣ ਕੇ ਹੰਗੂਰਾ ਵੀ ਦੇਈ ਜਾਂਦਾ ਪਰ ਨਾਮ ਵੀ ਜਪੀ ਜਾਂਦਾ। ਦੂਸਰੀ ਇਹ ਗੱਲ ਹੋ ਗਈ, ਇਹ ਅਭਿਆਸ ਕਰਨ ਦੀ ਤਰੱਕੀ ਹੈ। ਇੰਨੀ ਕੁ ਤਰੱਕੀ ਹੋ ਗਈ ਵੀ ਸੁਣਦੇ ਸੁਣਦੇ ਹੰਗੂਰਾ ਦੇ ਕੇ ਗੱਲ ਸਮਝਦਾ ਵੀ ਪਰ ਨਾਮ ਨਹੀਂ ਭੁੱਲਦਾ। ਫਿਰ ਅਗਲੀ ਅਵਸਥਾ ਇਹ ਆ ਜਾਂਦੀ ਹੈ ਵੀ ਜਦੋਂ ਆਪ ਗੱਲ ਕਰਦਾ ਧਿਆਨ ਦੇ ਵਿੱਚ ਨਾਮ ਸਿਮਰਨ ਫੇਰ ਵੀ ਚਲੀ ਜਾਂਦਾ ਹੈ। ਫਿਰ ਉਹਨਾਂ ਨੂੰ ਭਾਈ ਇਹ ਤੀਸਰੀ ਇਸ ਤਰੱਕੀ ਦੇ ਵਿੱਚ ਤੀਸਰੇ ਥਾਂ ਤੇ ਅਗਲੀ ਗੱਲ ਹੈ, ਫਿਰ ਜਦੋਂ ਨੀਂਦ ਆ ਜਾਂਦੀ ਹੈ ਫਿਰ ਉਹਨਾਂ ਨੂੰ ਸੁੱਤਿਆਂ ਪਿਆ ਵੀ ਨਹੀਂ ਭੁੱਲਦਾ। ਜਦੋਂ ਸੁੱਤਿਆਂ ਪਿਆ ਵੀ ਨਾ ਭੁੱਲੇ, ਇਹ ਚੌਥੀ ਇਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਹੋ ਗਈ। ਉਹਨਾਂ ਇਹ ਵੀ ਅਵਸਥਾ ਹੀ ਨਾ, ਜਿਵੇਂ ਨਾਮ ਦੀਆਂ 7 ਅਵਸਥਾ। ਫਿਰ ਅੱਗੇ ਕੀ ਹੁੰਦਾ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਫਿਰ ਪੂਰਨ ਹੋ ਗਿਆ। ਤੇ ਇਸ ਪ੍ਰਕਾਰ ਉਹ ਆਪਣਾ ਜਨਮ ਸਫਲਾ ਕਰਦੇ ਨੇ, ਫਿਰ ਆਪਣਾ ਜੀਵਨ ਦਾ ਆਧਾਰ ਬਣਾ ਲੈਂਦੇ ਹੈ। ਮੱਛੀ ਹਰ ਵੇਲੇ ਪਾਣੀ ਦਾ ਸਿਮਰਨ ਕਰਦੀ ਹੈ ਤੇ ਉਹ ਹਰ ਵੇਲੇ ਨਾਮ ਦਾ ਸਿਮਰਨ ਕਰਦੇ। ਨੀਂਦ ਜਿਹੜੀ ਤਮੋ ਗੁਣੀ ਹੈ, ਤਮੋ ਗੁਣ ਤੇ ਉੱਤੇ ਚਲੇ ਗਏ ਉਹ, ਇਸ ਕਰਕੇ ਨੀਂਦ ਉਹਨਾਂ ਦੇ ਨਾਮ ਨੂੰ ਭੁਲਾ ਨਹੀਂ ਸਕਦੀ ਹੈ। ਡਖੜਾ ਜਾਤੋ ਕੀਨੇ ਆਪਣੇ, ਹੇ ਪ੍ਰਭੂ, ਹੇ ਵਾਹਿਗੁਰੂ, ਜਿਹੜੇ ਤੋਂ ਤੁਸੀਂ ਆਪਣੇ ਸੇਕ ਬਣਾਉਣਾ ਕੀਤੇ ਨੇ, ਤੁਸੀਂ ਆਪਣੇ ਬਣਾ ਲਏ ਜਿਹੜੇ, ਤਿਨਾਂ ਕੂ ਮਿਲਿਓ ਹੈ। ਉਹਨਾਂ ਨੂੰ, ਕੂੰ ਦਾ ਅਰਥ ਹੈ ਉੱਪਰ ਟਿੱਪੀ ਲੱਗੀ ਹੈ, ਕੂੰ ਦਾ ਅਰਥ ਹੈ ਉਹਨਾਂ ਨੂੰ ਸਰੂਪ ਧਾਰ ਕੇ, ਅਵਤਾਰ ਧਾਰ ਕੇ, ਸਰਗੁਣ ਸਰੂਪ ਧਾਰ ਕੇ ਤੁਸੀਂ ਮਿਲਿਓ ਹੈ, ਤੁਸੀਂ ਮਿਲ ਪਏ ਹੋ, ਦਰਸ਼ਨ ਦੇਣਾ ਕੀਤਾ ਹੈ। ਆਪੇ ਹੀ ਆਪ ਮੋਇਓ। ਇਹ ਥੋੜਾ ਜਿਹਾ ਔਖਾ ਪਾਠ ਹੈ ਭਾਈ, ਤੁਸੀਂ ਹੁਣ ਪੂਰਾ ਧਿਆਨ ਦਿਓ। ਪੋਥੀਆਂ ਦੇ ਵਿੱਚ ਮੰਮੇ ਨੂੰ ਹੋੜਾ, ਹਾਹੇ ਨੂੰ ਸਿਹਾਰੀ ਹੈ, ਫਿਰ ਊੜੀ ਦਾ ਮੂੰਹ ਖੁੱਲ੍ਹਾ, ਹਾਹੇ ਨੂੰ ਔਂਕੜ ਹੈ। ਇਹ ਸੌਖਾ ਜਿਹਾ ਨਹੀਂ ਹੈ ਪਾਠ ਉਚਾਰਨ ਕਰਨਾ। ਇਸ ਕਰਕੇ ਮੋਹਿਓ ਇਸ ਤਰ੍ਹਾਂ ਦਾ ਆਵਾਜ਼ ਕੱਢਣੀ ਹੈ ਇਹਦੀ। ਆ ਥੋੜੀ ਤਾਂ 3 ਦਿਨ ਹੋ ਗਏ ਜੇ ਗੰਗਾ ਅੱਖਰ ਨਹੀਂ ਕਈਆਂ ਦੇ ਲੋਟ ਆਇਆ। ਮੈਂ ਹੈਰਾਨ ਹਾਂ ਵੀ ਬੀਏ ਦਾ ਵਿਦਿਆਰਥੀ ਹੋਵੇ, ਸੰਸਾਰਕ ਬੀਏ ਜਿਹੜੀਆਂ ਡਿਗਰੀਆਂ ਨੇ, ਤੇ ਇਧਰ ਗੁਰਮਤਿ ਦੀ ਵਿਦਿਆ ਵਿੱਚ ਗੰਗਾ ਅੱਖਰ ਨਹੀਂ ਉਚਾਰਨ ਕਰ ਹੋ ਰਿਹਾ। ਦੇਖੋ ਕੈਸਾ ਭਾਣਾ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਸਕੂਲਾਂ 'ਚ ਜਦੋਂ ਵਿਦਿਆ ਮਹਾਰਨੀ ਪੜ੍ਹਾਈ ਜਾਂਦੀ ਸੀ, ਉਹਦੇ 'ਚ ਕਚਾਈ ਨਹੀਂ ਸੀ ਰਹਿੰਦੀ। ਹੁਣ ਮਹਾਰਨੀ ਤਾਂ ਜਾਣਦੇ ਹੀ ਨਹੀਂ, ਨਾ ਬੱਚਿਆਂ ਨੂੰ ਪੜ੍ਹਾਉਂਦੇ। ਇਹਨਾਂ ਦਾ ਕੀ ਕਸੂਰ ਆ ਵਿਚਾਰਿਆਂ ਦਾ? ਬਹੁਤ ਸਾਲ ਹੋ ਗਏ। ਇੱਕ ਇੱਧਰ ਆਪਣੇ ਇਸੇ ਇਲਾਕੇ ਦਾ ਵਿਦਿਆਰਥੀ ਆਇਆ ਸੀ, ਬਾਅਦ ਦੇ ਵਿੱਚ ਸਰਕਾਰੀ ਜੌਬ ਮਿਲੀ, ਮਾਸਟਰ ਲੱਗਿਆ ਰਿਹਾ। ਤੇ ਉਹ ਜਦੋਂ ਪੜ੍ਹਨ ਆਇਆ ਮੇਰੇ ਕੋਲ ਸੰਥਿਆ ਸੀ। ਮੈਂ ਉਹਨੂੰ ਕਿਹਾ ਵੀ ਤੂੰ ਐਂ ਦੱਸ, BA ਪੜ੍ਹਿਆ, ਮੈਂ ਪੜ੍ਹਿਆ ਲਿਖਿਆ ਬੰਦਾ ਹੈ, ਵੀ ਤੂੰ ਸਿਹਾਰੀ ਬਿਹਾਰੀ ਦਾ ਪਤਾ ਹੀ ਨਹੀਂ ਤੈਨੂੰ? ਕਿੰਨੀ ਵਾਰ ਦੱਸ ਲਿਆ? ਕਹਿੰਦਾ ਜੀ ਹੁਣ ਇੱਕ ਵਾਰੀ ਫੇਰ ਦੱਸ ਦਿਓ। ਤੇ ਮੈਂ ਕਿਹਾ ਜਿਹੜੀਆਂ ਕੜਛੀਆਂ ਜਿਹੀਆਂ ਨੇ 2, ਮੈਂ ਇੱਕ ਨੇ ਬੋਲ ਕੇ ਦੱਸਿਆ ਵੀ ਇੱਕ ਇੱਧਰਲੇ ਪਾਸੇ ਵਾਲੀ ਆ, ਸੱਜੇ ਪਏ ਖੱਬੇ ਪਾਸੇ ਵਾਲੀ। ਇਹਨੂੰ ਬਿਹਾਰੀ ਕਹਿੰਦੇ, ਇਹਨੂੰ ਸਿਹਾਰੀ ਕਹਿੰਦਾ। ਜੀ ਹੁਣ ਮੈਂ ਪਕਾ ਲੂੰਗਾ। BA ਪੜ੍ਹੇ ਹੋਏ ਨੂੰ ਸਿਹਾਰੀ ਬਿਹਾਰੀ ਦਾ ਗਿਆਨ ਨਹੀਂ, ਤੇ ਗੰਗਾ ਅੱਖਰ ਨਾ ਕਹਿ ਹੋਵੇ, ਨੰਨਾ ਅੱਖਰ ਨਾ ਕਹਿ ਹੋਗੇ। ਤੇ ਇਹ ਸਾਸ ਜੀ ਜਿਹਨੂੰ ਭੰਡਦੇ ਸੀ ਨਾ ਲੋਕ ਵੀ ਡੇਰਿਆਂ ਦੀ ਵਿਦਿਆ ਜੀ, ਇਹ ਸਾਧਾਂ ਦੀ ਵਿਦਿਆ, ਉਹ ਅਜੇ ਵੀ ਨਗਰ ਹੈ, ਅਜੇ ਵੀ ਉਹਦਾ ਉਚਾਰਨ ਦੱਸਿਆ ਜਾਂਦਾ ਹੈ। ਇਸ ਕਰਕੇ ਸੰਪਰਦਾਵਾਂ ਦੇ ਕਾਇਦੇ ਪੜ੍ਹਾਏ ਜਾਂਦੇ ਨੇ ਪਹਿਲਾਂ। ਗੁਰੂ ਕਿਰਪਾ ਕਰੇ ਇਸ ਤਰੀਕੇ ਨਾਲ ਵੀ ਤਾਂ ਕਿ ਸਾਰੇ ਅੱਖਰ ਨਿਖਰ ਕੇ ਬੋਲੇ ਜਾਣ। ਆਪੇ ਹੀ ਆਪ ਮੋਹਿਓ ਹੋ, ਆਪੇ ਹੀ ਆਪ ਮੋਹਿਓ ਹੋ, ਐਂ ਬੋਲਣਾ ਭਾਈ। ਇਹ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ, ਉਹਨਾਂ ਦੇ ਕੋਲੋਂ ਆਪ ਆਪਣਾ ਜਸ ਵਾਹਿਗੁਰੂ ਕਿਰਪਾ ਕਰਦਾ ਹੈ। ਜਿਹੜੇ ਜਸ ਨੂੰ ਸੁਣ ਕੇ ਆਪਣਾ ਆਪ ਉਹਦਾ ਮੋਹਿਆ ਜਾਂਦਾ ਹੈ। ਜਸ ਨਾਨਕ ਆਪ ਸੁਣਿਓ ਹੈ, ਤੇ ਆਪ ਆਪਣਾ ਜਸ ਸੁਣ ਕੇ ਹੇ ਵਾਹਿਗੁਰੂ ਤੂੰ ਆਪ ਹੀ ਮੋਹਿਆ ਜਾਂਦਾ ਹੈ। ਜਸ ਪਹਿਲਾਂ ਸੁਣਦਾ ਹੈ ਤੇ ਫਿਰ ਭਗਤਾਂ ਦੇ ਉੱਤੇ ਇੰਨਾ ਮਿਹਰਬਾਨ ਹੋ ਜਾਂਦਾ ਹੈ। ਸੰਤ ਪ੍ਰੇਮ ਠਗੋਰੀ ਪਾਏ ਰਿਜਾਏ,
ਇਹ ਪਾਏ ਤੇ ਜਮਕ ਇਰੀਜਾਏ ਤੇ ਵਿਸਰਾਮ ਲਾਉਣਾ। ਜਿਨ੍ਹਾਂ ਨੇ ਪ੍ਰੇਮ ਰੂਪੀ ਠੱਗ ਬੂਟੀ ਪਾ ਕਰਕੇ ਪਰਮੇਸ਼ਰ ਨੂੰ ਰੀਝਾਏ ਪ੍ਰਸੰਨ ਕਰ ਲਿਆ ਹੈ ਜੀ। ਗੋਵਿੰਦ ਮਨ ਮੋਹਿਆ ਜੀਓ, ਉਹਨਾਂ ਦੀ ਪ੍ਰੇਮਾ ਭਗਤੀ ਵੇਖ ਕੇ ਪਰਮੇਸ਼ਰ ਦਾ ਮਨ ਮੋਹਿਤ ਹੋ ਗਿਆ। ਤੇ ਉਹਨਾਂ ਦੇ ਜਿਸ ਤਰ੍ਹਾਂ ਮਾਂ ਦਾ ਮਨ ਜਿਹੜਾ ਬੱਚੇ ਦੀਆਂ ਹਰਕਤਾਂ ਦੇਖ ਕੇ ਮੋਹਿਤ ਹੋ ਜਾਂਦਾ ਹੈ, ਖਿੱਚਿਆ ਜਾਂਦਾ ਹੈ, ਮੋਹ ਚ ਆ ਜਾਂਦੀ ਹੈ, ਵਾਹਿਗੁਰੂ ਪ੍ਰੇਮ ਵਿੱਚ ਆਉਂਦਾ ਹੈ। ਵਾਹਿਗੁਰੂ ਚ ਮੋਹ ਤਾਂ ਹੈ ਨਹੀਂ, ਪ੍ਰੇਮ ਦੇ ਵਸ ਹੋ ਜਾਂਦਾ ਹੈ। ਉਹ ਗੋਬਿੰਦ ਪਰਮੇਸ਼ਰ ਵਾਹਿਗੁਰੂ ਗਿਆਨ ਕਰਕੇ ਪ੍ਰਾਪਤ ਹੋਣੇ ਯੋਗ ਹੈ। ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਆਪਣਾ ਮਨ ਮੋਹਿਤ ਕਰ ਲਿਆ ਹੈ। ਸੰਤਨ ਕੈ ਪ੍ਰਸਾਦ ਆਗਾਦ, ਉਹੀ ਸੰਤਨ ਸੰਤਾਂ ਕੈ ਪ੍ਰਸਾਦ ਕਿਰਪਾ ਕਰਕੇ। ਅਗਾਧ ਕੌਣ ਹੈ? ਬੇਅੰਤ ਪ੍ਰਭੂ। ਤੇ ਉਸ ਨੇ ਐਸਾ ਜਿਹੜਾ ਵਾਹਿਗੁਰੂ ਹੈ, ਕੰਠੇ ਲਗ ਸੋਹਿਆ ਜੀਓ, ਉਹ ਅਭੇਦ ਨਿਸ਼ਚੇ ਰੂਪ ਕੰਠ ਗਲੇ ਦੇ ਨਾਲ ਲਾ ਕੇ ਸੋਹਿਆ ਸੋਭਨੀਕ ਹੋਏ ਹਨ ਜਿਹੜੇ ਸੰਤ ਭਗਤ। ਜਦੋਂ ਕੰਠ ਨਾਲ ਲਾ ਲਿਆ ਵਾਹਿਗੁਰੂ ਨੇ, ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ। ਜੋ ਹਰੀ ਪਰਮੇਸ਼ਰ ਦੇ ਅਭੇਦ ਨਿਸ਼ਚੇ ਰੂਪੀ ਕੰਠ ਗਲ ਨਾਲ ਲਗ ਲਗ ਕੇ ਸੋਹਿਆ ਸੋਭਨੀਕ ਹੋਏ ਨੇ, ਤੇ ਫਿਰ ਉਹਨਾਂ ਦੇ ਅੰਦਰੋਂ ਸਭ ਸਾਰੇ ਦੋਖ ਦੋਸ਼ ਜੋਹਿਆ ਤਾੜਨਾ ਕੀਤੇ ਹੈ। ਦੋਸ਼ ਨਹੀਂ ਛੱਡਿਆ ਕੋਈ। ਭਗਤ ਲਖਿਆਣ ਕਰ ਵਸ ਭਏ, ਇਸ ਕਰਕੇ ਫਿਰ ਉਹਨਾਂ ਦੇ ਭਗਤ ਲਖਿਆਣ ਦਾ ਜਿਹੜਾ ਪੈਰ ਦੇ ਵਿੱਚ ਖੱਖੇ ਦੇ ਨਿਸ਼ਾਨ ਹੈ, ਦੇਖੋ ਪੋਥੀਆਂ 'ਚ। ਇਹਦਾ ਬੋਲਣ ਦਾ ਅੱਖਰ ਸਮਝਣ ਦੀ ਲੋੜ ਹੈ। ਤੁਸੀਂ ਇਹ ਸਮਝ ਲਓ ਵੀ ਖੱਖੇ ਨੂੰ ਸਿਹਾਰੀ ਲੱਗੀ ਹੋਵੇ, ਲੱਲਾ ਅੱਖਰ ਤਾਂ ਹੈਗੇ ਹੀ, ਤੇ ਫਿਰ ਐੜਾ ਤੇ ਨਾਣਾ ਦੋ ਅੱਖਰ ਹੋਰ ਹੋਣ। ਨਾਣਾ ਵੀ ਹੈਗਾ, ਜਾਣੀ ਖੱਖੇ ਨੂੰ ਸਿਹਾਰੀ ਤੇ ਐੜਾ ਹੋਵੇ। ਜਿਵੇਂ ਇਹ ਅੱਖਰ ਲਖਿਆਣ ਬੋਲੂਗਾ, ਐਂ ਬੋਲ ਹੋਊਗਾ। ਇਹ ਧਿਆਨ ਦੇ ਵਿੱਚ ਰੱਖਣਾ ਹੈ। ਤੋ ਇਸ ਕਰਕੇ ਉਹਨਾਂ ਨੇ ਭਗਤ ਰੂਪੀ ਜਿਹੜੇ ਲਖਿਆਣ ਲੱਛਣ, ਉਹਨਾਂ ਕਰਕੇ ਪਰਮੇਸ਼ਰ ਵਾਹਿਗੁਰੂ ਵਸ ਅਧੀਨ ਪਏ ਹੋ ਗਿਆ ਹੈ। ਮਨ ਸਰਬ ਸੁਖ ਉਠੇ ਗੋਵਿੰਦ ਤੁਠੇ, ਗੋਵਿੰਦ ਪਰਮੇਸ਼ਰ ਵਾਹਿਗੁਰੂ ਤੁਠੇ। ਪ੍ਰਸੰਨਤਾ ਜਦੋਂ ਵਾਹਿਗੁਰੂ ਦੀ ਹੋ ਗਈ, ਉਹਦੀ ਪ੍ਰਸੰਨਤਾ ਕਰਕੇ ਮਨ ਵਿੱਚ ਬ੍ਰਹਮਾ ਦੇ ਦਰਜੇ ਤੱਕ ਤੇ ਜਿੰਨੇ ਵੀ ਇਹ ਸਰਬ ਸੁਖ ਜਿਹੜੇ ਸਾਰੇ ਮਨੇ ਸੁਖ ਮੰਨੇ ਨੇ, ਉਹਨਾਂ ਦੇ ਇਹ ਸਾਰੇ ਹਿਰਦੇ ਚ ਬੁੱਠੇ ਵਸ ਗਏ। ਸਾਰੇ ਸੁਖ ਦੁਨੀਆ ਦੇ ਮਿਲ ਗਏ। ਜਨਮ ਮਰਣਾ ਸਭ ਮਿਟ ਗਏ, ਤੇ ਉਹਨਾਂ ਦਾ ਜੰਮਣ ਤੇ ਮਰਨਾ, ਆਜ ਸਾਰੇ ਦੁੱਖ ਨੇ ਜੰਮਣ ਮਰਨ ਦੇ, ਇਹ ਸਾਵੇ ਖਤਮ ਹੋ ਗਏ, ਮਿਟ ਗਏ ਹਨ। ਸਖੀ ਮੰਗਲੋ ਗਾਇਆ ਇੱਛ ਪੁਜਾਇਆ, ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨਾਲ ਮਿਲ ਕੇ ਪਰਮੇਸ਼ਰ ਵਾਹਿਗੁਰੂ ਦੇ ਮੰਗਲੋ ਜਸ ਭਾਵ ਕੀਆ ਵਡਿਆਈਆਂ ਨੂੰ ਗਾਇਆ ਗਾਉਣਾ ਕੀਤਾ ਹੈ, ਉਹਨਾਂ ਦੀ ਫਿਰ ਸਾਰੀ ਜਿਹੜੀ ਇੱਛਾਵਾਂ ਨੇ ਉਹ ਪੁਜਾਇਆ ਕੇ ਪੂਰੀਆਂ ਹੋ ਜਾਂਦੀਆਂ। ਜਿਸ ਕਰਕੇ ਉਹਨਾਂ ਨੂੰ ਫਿਰ ਮੁੜ ਕੇ ਵਹੜ ਨਾ ਮਾਇਆ ਹੋਇਆ, ਮੁੜ ਕੇ ਦੁਬਾਰਾ ਮਾਇਆ ਦੇ ਹੋਇਆ ਨਾਮ ਧੱਕਿਆਂ ਦਾ ਹੁੰਦਾ ਹੈ। ਧੱਕੇ ਨਹੀਂ ਪੈਂਦੇ, ਧੱਕੇ ਨਹੀਂ ਪ੍ਰਾਪਤ ਹੁੰਦੇ। ਜਿਸ ਤਰ੍ਹਾਂ ਸਮੁੰਦਰ ਦੇ ਤੂਫਾਨ ਆ ਜਾਣ ਕਾਰਨ ਲਹਿਰਾਂ ਉੱਠਦੀਆਂ ਨੇ ਤੇ ਪਾਣੀ ਧੱਕੇ ਮਾਰਦਾ ਹੈ, ਉਹ ਧੱਕਿਆਂ ਦੇ ਕਾਰਨ ਜਹਾਜ਼ਾਂ ਤੱਕ ਵੀ ਡੋਬ ਲੈਂਦਾ, ਨਾਲੇ ਕਿੱਡਾ ਵੱਡਾ ਹੁੰਦਾ ਜਹਾਜ਼। ਇਸ ਤਰ੍ਹਾਂ ਸ਼ੁਭ ਗੁਣਾਂ ਦੀ ਪੂੰਜੀ ਵਾਲਾ ਨਾਮ ਰੂਪੀ ਜਹਾਜ਼, ਜਿਨ੍ਹਾਂ ਨੂੰ ਚਲਾਉਣ ਦੇ ਲਈ ਸਤਿਗੁਰੂ ਆਪ ਬੈਠੇ ਹੋਣ, ਤੇ ਫਿਰ ਆਪਣੀ ਬਖਸ਼ਿਸ਼ ਦੁਆਰਾ ਮਾਇਆ ਦੇ ਧੱਕਿਆਂ ਤੋਂ ਤੇ ਮਹਾਰਾਜ ਸਾਹਿਬ ਜੀ ਉਹ ਧੱਕਿਆਂ ਤੋਂ ਬਚਾ ਲੈਂਦੇ ਆ। ਮਾਇਆ ਡੋਲ ਨਾ ਲੱਗੇ ਉਹਨਾਂ ਨੂੰ, ਫਿਰ ਇਹ ਧੱਕਾ ਨਹੀਂ ਲੱਗਦਾ ਹੈ। ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ, ਸਤਿਗੁਰੂ ਜੀ ਕਥਨ ਕਰਦੇ ਨੇ ਪ੍ਰਭੂ ਪਿਆਰੇ ਨੇ, ਤੇ ਜਿਨ੍ਹਾਂ ਦੇ ਮਨ ਰੂਪੀ ਹੱਥ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗਹਿ ਪਕੜ ਲਿਆ ਹੈ। ਕਰ ਗਹਿ ਲੀਨੇ, ਉਹ ਕਿਵੇਂ ਪਕੜਿਆ? ਆਪਣੇ ਵਿੱਚ ਲੀਨ ਕਰ ਲੈਣ, ਮਨ ਰੂਪੀ ਹੱਥ ਨੂੰ ਪਕੜ ਲਿਆ। ਤੇ ਜਿਸ ਪ੍ਰਕਾਰ ਫਿਰ ਉਹ ਪਰਮੇਸ਼ਰ ਵਾਹਿਗੁਰੂ ਨੇ ਐਸਾ ਉਹਨਾਂ ਨੂੰ ਮਿਹਰਬਾਨ ਹੋ ਕਰਕੇ ਉਹਨਾਂ ਦਾ ਮਨ ਰੂਪੀ ਹੱਥ ਜਦੋਂ ਫੜ ਲਿਆ, ਕਰ ਗਹਿ ਲੀਨੀ ਪਾਰ ਬ੍ਰਹਮ, ਤੇ ਇਸ ਤਰ੍ਹਾਂ ਜਦੋਂ ਫੜ ਲਿਆ ਹੈ ਸੰਸਾਰ ਸਾਗਰ ਨਹੀਂ ਪੋਹਿਆ, ਉਹਨਾਂ ਨੂੰ ਸੰਸਾਰ ਸਾਗਰ ਸਮੁੰਦਰ ਦਾ ਨਾਮ ਹੈ, ਇਹਦਾ ਕੋਈ ਵੀ ਦੁੱਖ ਪਹੁੰਚਦਾ ਨਹੀਂ, ਸਪਰਸ਼ ਨਹੀਂ ਕਰਦਾ। ਉਹ ਸੰਸਾਰ ਸਮੁੰਦਰ ਵਿੱਚ ਗੋਤੇ ਨਹੀਂ ਖਾਂਦੇ, ਬਿਰਤੀ ਗੋਤੇ ਖਾਂਦੀ ਰਹਿੰਦੀਆਂ ਨੇ, ਕਦੇ ਸੁੱਖ ਵਿੱਚ ਕਦੇ ਦੁੱਖ ਵਿੱਚ, ਉਹ ਨਹੀਂ ਖਾਂਦੇ ਹੈ।
ਇਸ ਪ੍ਰਕਾਰ ਦਾ ਫਿਰ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ। ਦਖਣਾ ਸਾਈ ਨਾਮ ਅਮੋਲ। ਇਹਨੂੰ ਫਿਰ ਬਈ ਸਾਈ ਬੋਲਣਾ, ਜਿਸ ਤਰ੍ਹਾਂ ਸੁਣਿਆ ਤੁਸੀਂ, ਸਾਈ ਨਹੀਂ ਬੋਲਣਾ, ਸਾਈ ਨਾਮ ਅਮੋਲ। ਪਰਮੇਸ਼ਰ ਵਾਹਿਗੁਰੂ ਸਾਈ ਮਾਲਕ ਦਾ ਨਾਮ ਹੈ। ਉਹ ਮਾਲਕ ਦਾ ਨਾਮ ਅਮੋਲਕ, ਅਮੋਲਕ ਹੈ ਜਿਹਦਾ ਮੁੱਲ ਨਹੀਂ ਹੈ ਕੋਈ, ਐਸਾ ਹੈ। ਕਿਉ ਨਾ ਕੋਈ ਜਾਣਦੋ, ਉਹਦੀ ਕੀਮਤ ਕੋਈ ਵੀ ਨਹੀਂ ਜਾਣਦਾ। ਬਰਮਾ ਵਿਸ਼ਨੂੰ ਸ਼ਿਵ ਜੀ ਤੱਕ ਸਾਰੇ ਕੋਈ ਕੀਮਤ ਨਹੀਂ ਜਾਣਦੇ। ਅਮੋਲਕ ਹੈ। ਨਾਮ ਦੀ ਪ੍ਰਾਪਤੀ ਰੂਪੀ ਕੀਮਤ ਕੋਈ ਵੀ ਨਹੀਂ ਜਾਣਦਾ ਹੈ। ਇਹਦੇ ਹੀ ਸਾਧ ਸੰਗਤ ਜੀ, ਇੱਕ ਮਹਾਪੁਰਸ਼ ਨਾਰਾਇਣ ਸਿੰਘ ਜੀ ਹੋਏ ਹੈ ਨਿਰਮਲ ਸੰਪਰਦਾ ਚ। ਕਨਖਲ ਉਹਨਾਂ ਦਾ ਆਸ਼ਰਮ ਸੀ, ਬਹੁਤ ਵੱਡੇ ਵਿਰਕਤ ਸੀ, ਬਹੁਤ ਵੱਡੇ ਕਥਾਵਾਚਕ ਵੀ ਸਨ। ਉਹਨਾਂ ਦੇ ਪਿਤਾ ਮੁੱਖ ਗ੍ਰੰਥੀ ਦਰਬਾਰ ਸਾਹਿਬ ਰਹੇ। ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਹੋ ਕੇ ਗ੍ਰੰਥੀ ਸਿੰਘ ਸਾਹਿਬਾਨ ਨੂੰ ਪੁੱਤਰ ਦਾ ਵਰ ਦਿੱਤਾ ਸੀ ਕਿ ਬ੍ਰਹਮ ਗਿਆਨੀ ਹੋਏਗਾ। ਉਹ ਲੰਮੇ ਪ੍ਰਸੰਗਨ। ਉਹਨਾਂ ਦੇ ਅੱਗੇ ਸ਼ਿਸ਼ ਹੋਇਆ ਪੰਡਿਤ ਹਰਦੇਵ ਸਿੰਘ ਜੀ। ਉਹਨਾਂ ਨੇ ਉਹਨਾਂ ਦਾ ਜੀਵਨ ਲਿਖਿਆ ਤੇ ਇਹਦੇ ਵਿੱਚ ਫਿਰ ਇੱਕ ਸਾਖੀ ਲਿਖੀ ਆ ਉਹਨਾਂ ਨੇ। ਉਹ ਕਹਿੰਦੇ ਵੀ ਇੱਕ ਮਹਾਂਪੁਰਸ਼ ਸੀ ਬ੍ਰਹਮ ਗਿਆਨੀ ਤਤਵੇਤੇ। ਉਹ ਆਪ ਜਪਿਆ ਅਵਰਾ ਨਾਮ ਜਪਾਵੇ। ਪਰਮਾਤਮਾ ਦੀ ਖੁਸ਼ੀ ਇਸ ਵਿੱਚ ਹੈ। ਨਾਮ ਜਿੱਥੇ ਆਪ ਜਪਦੇ ਸਾਧੂ ਹੋਰਨਾਂ ਨੂੰ ਜਪਾਉਂਦੇ, ਉਹਨਾਂ ਨੂੰ ਲਾਹਾ ਹੁੰਦਾ ਹੈ। ਕਬੀਰ ਸਾਹਿਬ ਹਰ ਵਕਤ ਆਨੰਦਕਾਰੀ ਨੂੰ ਵੀ ਕਹੀ ਜਾਂਦੇ ਭਾਈ ਨਾਮ ਜਪਿਆ ਕਰ। ਉਹ ਕਬੀਰ ਸਾਹਿਬ ਦੇ ਤਾਂ ਇੱਕ ਵਾਰੀ ਬਾਣੀਆਂ ਗਾਲੀ ਪੈ ਗਿਆ ਸੀ। ਕਬੀਰ ਸਾਹਿਬ ਜਾਂਦੇ ਹੋ ਰੋਜ਼ ਕਰਨ, ਉਹ ਭਾਈ ਕਦੇ ਰਾਮ ਵੀ ਕਹਿ ਦਿਆ ਕਰ। ਉਹ ਕਹਿੰਦਾ ਜਾ ਜਾ ਜਲਾਹਿਆ ਤੂੰ, ਉਹ ਮੂਹਰੇ ਨਿਰਾਦਰ ਕਰੇ। ਕਬੀਰ ਸਾਹਿਬ ਫੇਰ ਕਹਿੰਦੇ ਨਹੀਂ ਉਹ ਭਾਈ ਜਪਿਆ ਕਰ। ਉਹ ਜਦੋਂ ਨਾ ਹੀ ਹਟਿਆ, ਉਹਨੇ ਉੱਠ ਕੇ ਨਾ ਕਬੀਰ ਸਾਹਿਬ ਦੇ ਮੂੰਹ ਤੇ ਚਪੇੜ ਮਾਰੀ। ਕਹਿੰਦਾ ਕਿੱਥੇ ਰਾਮ ਰਾਮ ਕਹੀ ਜਾਂਦਾ। ਕਬੀਰ ਸਾਹਿਬ ਹੱਸ ਪਏ, ਕਹਿੰਦੇ ਆਹੀ ਕਹਾਉਣਾ ਸੀ ਤੇਰੇ ਕੋਲੋਂ। ਮੇਰੇ ਚਾਹੇ ਚਪੇੜ ਵੱਜ ਗਈ, ਤੇਤੋਂ ਤਾਂ ਰਾਮ ਕਹਾ ਦਿੱਤਾ। ਇੱਥੇ ਤੱਕ ਜਰਨਾ ਸ਼ਕਤੀ। ਐਵੇਂ ਨਹੀਂ ਕਬੀਰ ਦੇ ਮਗਰ ਮਗਰ ਰਾਮ ਜੀ ਫਿਰੇ ਪਰਮੇਸ਼ਰ। ਉਹ ਮਹਾਤਮਾ ਇੱਕ ਨਗਰ ਵਿੱਚ ਗਏ, ਬਾਹਰ ਬਾਹਰ ਬੈਠੇ। ਤਪ ਦਾ ਪ੍ਰਭਾਵ, ਲੋਕੀ ਜਿਉਂ ਮੈਗਨੇਟਿਕ ਸ਼ਕਤੀ ਹੁੰਦੀ ਹੈ, ਉਹ ਜਿਹੜੀ ਸ਼ਕਤੀ ਉਹਦੇ ਨਾਲ ਲੋਹੇ ਦੀਆਂ ਜਿਵੇਂ ਛੋਟੀਆਂ ਛੋਟੀਆਂ ਤਾਰਾਂ ਉਹ ਛੋਹ ਕੇ ਇਕੱਠੀਆਂ ਹੋ ਜਾਂਦੀਆਂ ਨੇ ਮੈਗਨੇਟ ਦੇ ਨਾਲ, ਚੁੰਬਕ ਦੇ ਨਾਲ। ਲੋਕੀ ਆਉਣ ਲੱਗੇ, ਕਥਾ ਦਾ ਸੋਹਣਾ ਰਸ ਬਣ ਗਿਆ। ਸਾਰੇ ਪਿੰਡ ਆਉਣ ਲੱਗ ਗਿਆ, ਮਾਈ ਭਾਈ ਆਉਣ ਲੱਗ ਗਏ, ਲੰਗਰ ਚੱਲਣ ਲੱਗ ਗਿਆ ਇੱਕ ਪਾਸੇ। ਆਨੰਦ ਹੀ ਆਨੰਦ ਬੀਤ ਗਿਆ। ਮਹਾਂਪੁਰਸ਼ਾਂ ਨੇ ਦੇਖਿਆ ਵੀ ਨਾਮ ਦੀ ਕਣੀ ਲਾਉਣੀ ਸੀ, ਇਹਨਾਂ 'ਚ ਲੱਗ ਗਈ ਹੈ ਵੀ ਹੁਣ ਜਾਣ ਦਾ ਸਮਾਂ ਹੋ ਗਿਆ, ਆਪਾਂ ਹੋਰ ਨਗਰ ਚੱਲੀਏ। ਇੱਥੇ ਤਾਂ ਹੁਣ ਆਪੇ ਜਪੀ ਜਪਾਈ ਜਾਣਗੇ। ਮਹਾਂਪੁਰਸ਼ ਕਹਿੰਦੇ ਭਾਈ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਵਿਅਕਤੀ ਵੀ ਹੈ ਜਿਹਨੇ ਨਾਮ ਜਪਣ ਵਾਸਤੇ ਨਾ ਆਇਆ ਹੋਵੇ ਸੰਗਤ 'ਚ? ਉਹ ਇੱਕ ਉੱਥੇ ਦੋ ਸ਼ਾਹੂਕਾਰ ਸੀ ਬਹੁਤ ਵੱਡੇ ਪਿੰਡ 'ਚ। ਉਹ ਇੱਕ ਸ਼ਾਹੂਕਾਰ ਤਾਂ ਲੱਗ ਗਿਆ ਸੀ ਲੋਕਾਂ ਦੇ ਕਹਿਣ ਤੋਂ ਆਉਣ, ਜਿਹੜਾ ਦੂਜਾ ਸੀ ਉਹ ਨਾਸਤਕ ਸੀ, ਉਹਦਾ ਭਰਾ। ਉਹ ਸ਼ਾਹੂਕਾਰ ਦੇ ਸਮੇਤ ਕਹਿੰਦੇ ਜੀ ਹੈਗਾ ਇੱਕ ਜਿਹੜਾ ਨਹੀਂ ਆਇਆ। ਕਹਿੰਦੇ ਕੌਣ ਹੈ? ਕਹਿੰਦੇ ਜੀ ਇਹ ਸ਼ਾਹੂਕਾਰ ਦਾ ਭਰਾ ਹੀ ਹੈ। ਕਹਿੰਦੇ ਭਾਈ ਤੂੰ ਭਰਾ ਨੂੰ ਕਿਹਾ ਨਹੀਂ? ਕਹਿੰਦੇ ਮਹਾਰਾਜ ਉਹ ਕਿੱਥੇ ਅਸਰ ਮੰਨਣ ਵਾਲਾ ਹੈ, ਮੈਂ ਤਾਂ ਬਹੁਤ ਵਾਰ ਕਿਹਾ। ਉਹ ਤਾਂ ਨਾਸਤਕ ਹੈ, ਉਹ ਤਾਂ ਮੈਨੂੰ ਵੀ ਰੋਕਦਾ ਸੀ। ਉਹ ਤਾਂ ਸਮਾਂ ਨਿੰਦਿਆ ਕਰਦਾ ਵੀ ਇਹ ਪਾਗਲ ਹੋ ਗਏ ਲੋਕ ਜਿਹੜੇ ਸਾਧਾਂ ਦੇ ਤੁਰੇ ਫਿਰਦੇ। ਉਹ ਤਾਂ ਮਹਾਰਾਜ ਗਲਤ ਪ੍ਰਚਾਰ ਕਰਦਾ ਸਮਾਂ, ਪਰ ਲੋਕ ਸੁਣਦੇ ਨਹੀਂ। ਕਹਿੰਦੇ ਅੱਛਾ ਭਾਈ ਫਿਰ ਅਸੀਂ ਹੁਣ ਪਿੰਡ ਤੋਂ ਜਾਣਾ, ਪਰ ਇੱਕਣ ਤਾਂ ਫਿਰ ਠੀਕ ਨਹੀਂ ਹੈ, ਸਾਡੇ ਲਈ ਵੀ ਘਾਟੇ ਵਾਲੀ ਗੱਲ ਹੈ। ਬਈ ਚਲੋ ਕੋਈ ਬਾਤ ਨਹੀਂ, ਵੀ ਜੇ ਡਾਕਟਰ ਨੂੰ, ਵੈਦ ਨੂੰ ਮਰੀਜ਼ ਦੇ ਕੋਲ ਚੱਲ ਕੇ ਜਾਣਾ ਪਵੇ, ਕਹਿੰਦੇ ਤਾਂ ਵੀ ਉਹਦਾ ਕੋਈ ਅਪਮਾਨ ਨਹੀਂ ਹੁੰਦਾ, ਮੈਂ ਆਉਣਾ ਕਹਿੰਦੇ ਪਿੰਡ। ਉਹ ਕਹਿੰਦੇ ਚੰਗਾ ਮਹਾਰਾਜ ਅਸੀਂ ਤਿਆਰੀ ਕਰਦੇ ਹਾਂ। ਉਹਨੇ ਘਰ ਦੀ ਤਿਆਰੀ ਕੀਤੀ, ਸੰਗਤ ਨੂੰ ਵੀ ਕਹਿਤਾ ਸੰਗਤ ਜੀ ਪ੍ਰਸ਼ਾਦਾ ਘਰੇ ਛਕਿਓ। ਸ਼ਾਹੂਕਾਰ ਕਹਿੰਦਾ ਜਿਹਦਾ ਭਰਾ ਨਾਸਤਕ ਸੀ। ਹੁਣ ਵੱਡੀ ਹਵੇਲੀ ਸੀ, ਜਦੋਂ ਦੇਖੀ ਤਿਆਰ ਹੋਣ ਲੱਗਾ, ਲੰਗਰ ਚਹਿਲ ਪਹਿਲ ਹੋਣ ਲੱਗੀ, ਉਹ ਪੁੱਛਦਾ ਨਾਸਤਕ ਆਪਣੇ ਭਰਾ ਨੂੰ, ਕਹਿੰਦਾ ਕੀ ਗੱਲ ਹੈ ਇਕੱਠ ਕਰਿਆ ਅੱਜ? ਉਹ ਕਹਿੰਦੇ ਭਰਾ ਵੀ ਸੰਤਾਂ ਨੇ ਆਉਣਾ ਹੈ। ਕਹਿੰਦਾ ਘਰ ਦੇ ਵਿੱਚ ਮੇਰਾ ਵੀ ਹਿੱਸਾ ਹੈ, ਤੂੰ ਮੈਨੂੰ ਬਿਨਾਂ ਪੁੱਛੇ ਸਾਧ ਨੂੰ ਇੱਥੇ ਕਿਵੇਂ ਬਾੜ ਲੇਗਾ? ਉਹ ਕਹਿੰਦਾ ਦੇਖ ਭਰਾ ਵੀ ਤੂੰ ਮੇਰੇ ਨਾਲ ਝਗੜਾ ਨਾ ਕਰ, ਵੀ ਹੁਣ ਤਾਂ ਸਾਰਾ ਪਿੰਡ ਆਊਗਾ, ਪ੍ਰਸ਼ਾਦਾ ਵੀ ਅੱਜ ਇੱਥੇ ਹੈ। ਕਹਿੰਦਾ ਵੀ ਬਹੁਤ ਗਲਤ ਕੰਮ ਕਰਿਆ ਤੈਂ, ਵੀ ਮੈਂ ਕਿਸੇ ਸਾਧ ਦੇ ਮੱਥੇ ਨਹੀਂ ਲੱਗਿਆ, ਮੈਂ ਕਦੇ ਤੂੰ ਬਹੁਤ ਗਲਤ ਕੰਮ ਕਰਿਆ। ਕਹਿੰਦਾ ਚੱਲ ਚੰਗਾ ਅੱਗੇ ਤੋਂ ਨਾ ਕਰੀ ਇਹੋ ਜਿਹਾ ਕੰਮ, ਗਲਤ ਕੰਮ ਕਰਿਆ ਤੈਂ ਜਿਹੜਾ ਸਾਧਾਂ ਨੂੰ ਘਰ ਵਾੜਨ ਲੱਗੇ ਆ। ਉਹਨੇ ਅੰਦਰ ਵੜ ਕੇ ਕੁੰਡਾ ਲਾ ਲਿਆ ਅੰਦਰਲਾ, ਤੇ ਸੰਤ ਆਏ, ਪ੍ਰਸ਼ਾਦਾ ਛਕਿਆ, ਸੰਗਤ ਬੈਠੀ। ਕਹਿੰਦੇ ਭਾਈ ਕਿੱਥੇ ਹੈ? ਉਹ ਕਹਿੰਦਾ ਜੀ ਤੁਹਾਨੂੰ ਪਹਿਲਾਂ ਹੀ ਕਿਹਾ ਤਾਂ ਕੁੰਡਾ ਲਾਈ ਬੈਠਾ ਹੈ ਅੰਦਰ। ਸੰਤ ਕਹਿੰਦੇ ਕੁੰਡਾ ਤਾਂ ਖਲਾਉਣਾ ਪੈਣਾ। ਕਹਿੰਦੇ ਮਹਾਰਾਜ ਨਾਸਤਕ ਹੈ, ਵੀ ਉਹਦਾ ਇਹ ਨਹੀਂ ਪਤਾ ਵੀ ਤੁਹਾਨੂੰ ਵੀ ਕੀ ਕਹਿ ਦੇਵੇ, ਮੈਨੂੰ ਬੜਾ ਬੁਰਾ ਭਲਾ ਕਿਹਾ। ਚਲੋ ਮੇਰਾ ਤਾਂ ਭਰਾ ਹੈ, ਮੈਂ ਤਾਂ ਸਹਾਰ ਲਿਆ,
ਹੋਰ ਨਹੀਂ, ਐਸ ਕੰਮ ਪਿੱਛੇ ਮੇਰੇ ਨਾਲ ਲੜਦਾ ਹੈ, ਹੋਰ ਕਿਸੇ ਗੱਲ ਪਿੱਛੇ ਨਹੀਂ ਆ ਗਿਆ ਕਰ। ਜਾ ਕੇ ਸੰਤਾਂ ਨੇ ਦਰਵਾਜ਼ਾ ਖੜਕਾਇਆ। ਅੰਦਰ ਦੇ ਬੋਲਿਆ ਬਹੁਤ ਰੁੱਖੀ ਆਵਾਜ਼ ਨਾਲ, ਕਹਿੰਦਾ ਕੌਣ ਹੈ? ਸੰਤ ਕਹਿੰਦੇ ਭਾਈ ਮੈਂ ਆ। ਕਹਿੰਦਾ ਮੈਂ ਕੌਣ? ਉਹ ਕੋਲ ਖੜੇ ਸੀ, ਕਹਿੰਦੇ ਭਾਗਾਂ ਵਾਲਿਆ ਦਰਵਾਜ਼ਾ ਖੋਲਦੇ, ਸੰਤ ਖੜੇ ਨੇ। ਕਹਿੰਦਾ ਮੈਨੂੰ ਐਂ ਦੱਸੋ ਸੰਤਾ, ਮੈਂ ਜਦ ਤੇਰੇ ਦਰਸ਼ਨ ਨਹੀਂ ਕਰਨੇ ਚਾਹੁੰਦਾ, ਕਹਿੰਦਾ ਤੂੰ ਦਰਵਾਜ਼ੇ ਤੇ ਆ ਗਿਆ ਮੂਹਰੇ, ਕਿਹਾ ਜਾ ਬਸ਼ਰਮ ਆਦਮੀ ਆ ਤੂੰ। ਅਖੇ ਜਾ ਤੁਰਦਾ ਲੱਗ ਇੱਥੋਂ। ਸੰਤ ਕਹਿੰਦੇ ਐਕਣ ਤਾਂ ਮੈਂ ਵੀ ਨਹੀਂ ਜਾਣ ਵਾਲਾ। ਕਹਿੰਦਾ ਇਹੋ ਜਿਹਾ ਬਸ਼ਰਮ ਹੈ। ਕਹਿੰਦੇ ਜੋ ਮਰਜ਼ੀ ਕਹੀ ਜਾ, ਗਾਲਾਂ ਕੱਢ ਲੈ ਭਾਵੇਂ, ਜਾਊਂ ਕਹਿੰਦੇ ਤੇਰੇ ਵਾਲਾ ਕੰਮ ਕਰਕੇ ਮੈਂ ਵੀ। ਕਹਿੰਦਾ ਕੀ ਕਰੇਗਾ ਮੇਰਾ? ਕਹਿੰਦੇ ਦਰਵਾਜ਼ਾ ਖੋਲ। ਉਹ ਕਹਿੰਦਾ ਮੈਂ ਨਹੀਂ ਖੋਲਦਾ। ਸੰਤ ਕਹਿੰਦੇ ਚੰਗਾ ਭਾਈ ਐਂ ਕਰੋ ਦਰਵਾਜ਼ਾ ਤੋੜ ਦੋ। ਉਹ ਸੂਮ ਬਹੁਤ ਸੀ। ਕਹਿੰਦਾ ਤੋੜਿਓ ਨਾ, ਬੜਾ ਕੀਮਤੀ ਦਰਵਾਜ਼ਾ ਹੈ, ਮੈਂ ਆਪੇ ਖੋਲ ਦਿੰਦਾ। ਦਰਵਾਜ਼ਾ ਖੋਲਿਆ, ਖੜ ਕੇ ਖੜਾ ਕਹਿੰਦਾ ਹਾਂ ਦੱਸ। ਪੈਰ ਹੋ ਗਿਆ। ਕਹਿੰਦਾ ਕਲੇਸ਼ ਕਰੇ ਨੂੰ। ਕਹਿੰਦੇ ਬਸ ਕੁਛ ਨਹੀਂ, ਇੱਕ ਵਾਰੀ ਰਾਮ ਕਹਿ ਦੇ। ਬਸ ਜਿਹੜੀ ਪੰਜਾਬੀ ਵਾਲੀ ਗਾਲ ਹੁੰਦੀ ਹੈ ਨਾ, ਪਿੰਡੂ ਗਾਲ ਕੱਢ ਕੇ ਰੱਬ ਨੂੰ ਗਾਲ ਕੱਢ ਕੇ ਕਹਿੰਦਾ ਉਹਦਾ ਨਾਮ ਲਵਾਂ ਮੈਂ। ਸੰਤ ਹੱਸ ਕੇ ਕਹਿੰਦੇ ਹੋ ਗਿਆ ਕਾਰਜ, ਜਿਹੜੇ ਕੰਮ ਲਈ ਆਇਆ ਸੀ ਕੰਮ ਹੋ ਗਿਆ। ਕਹਿੰਦੇ ਲੈ ਕੱਲ ਸੁਣ ਲੈ ਹੁਣ ਇੱਕ ਧਿਆਨ ਨਾਲ, ਤੇਰੀ ਆ ਗਈ ਮੌਤ, ਨਾ ਤੇਰੇ ਭਰਾ ਨੂੰ ਪਤਾ ਨਾ ਤੇਰੇ ਪਰਿਵਾਰ ਨੂੰ ਪਤਾ, ਮੈਨੂੰ ਪਤਾ ਸੀ, ਮੈਂ ਚੱਲ ਕੇ ਤਾਂ ਆਇਆ। ਬਹੁਤ ਖੜੀ ਆ ਬੂਹੇ ਤੇ, ਅੱਜ ਤੇ 8 ਮੈਨੂੰ ਤੈਂ ਜਾਣਾ ਮਰ। ਮੌਤ ਦਾ ਨਾਂ ਸੁਣ ਕੇ ਨਾ ਸਾਊ ਜਾ ਬਣ ਕੇ ਖੜ ਗਿਆ। ਫਿਰ ਕਹਿੰਦਾ ਅੱਛਾ ਜੀ। ਕਹਿੰਦੇ 8 ਮੈਨੂੰ ਮਰ ਜਾਣਾ, ਤੈਨੂੰ ਲੈਣ ਆਉਣਗੇ ਜਮਦੂਤ, ਕਿਉਂਕਿ ਕੰਮ ਚੰਗਾ ਕਰਿਆ ਹੀ ਨਹੀਂ ਤੈਂ ਕੋਈ। ਹੱਥਕੜੀ ਤੇਰੇ ਲੱਗੀ ਹੋਊਗੀ, ਪੈੜਾਂ 'ਚ ਹੋਣਗੀਆਂ ਬੇੜੀਆਂ, ਗਲ 'ਚ ਹੋਊਗਾ ਤੇਰੇ ਸੰਗਲ, ਧਰਮਰਾਜ ਦੀ ਹੋਊਗੀ ਤੇਰੀ ਪੇਸ਼ੀ। ਕਹਿੰਦੇ ਉੱਥੇ ਜਿਸ ਵੇਲੇ ਤੇਰਾ ਹਿਸਾਬ ਕਿਤਾਬ ਹੋਊਗਾ, ਸਾਰੀ ਜ਼ਿੰਦਗੀ ਦਾ ਹਿਸਾਬ ਕਿਤਾਬ ਤੇਰਾ ਜਿਹੜਾ ਉਹ ਹੈ ਜਿਹਦਾ ਕੁੰਭੀ ਨਰਕ 'ਚ ਪਾਇਆ ਜਾਏਗਾ ਤੂੰ। ਕਹਿੰਦੇ ਆ ਜਿਹੜਾ ਗਾਲ ਕੱਢ ਕੇ ਰੱਬ ਦਾ ਨਾਮ ਲਿਆ ਹੈ, ਕਹਿੰਦੇ ਇਹ ਲੇਖੇ ਵਿੱਚ ਪੈ ਗਿਆ, ਕਿਉਂਕਿ ਸੰਗਤ ਬੈਠੀ ਹੈ ਸਾਰੀ। ਕਹਿੰਦੇ ਰੱਬ ਨੇ ਲੇਖੇ 'ਚ ਪਾਤਾ, ਤੈਨੂੰ ਧਰਮਰਾਜ ਪੁੱਛੂਗਾ ਸਾਡੇ ਬਚਨਾਂ ਦੀ ਬਰਕਤ ਨਾਲ। ਮੈਂ ਬਚਨ ਕਰਦਾ ਵੀ ਧਰਮਰਾਜ ਤੈਨੂੰ ਇਹ ਪੁੱਛੂਗਾ, ਕਿਉਂਕਿ ਇਹ ਬਚਨ ਕਰਤਾ ਸੀ ਸੰਤਾਂ ਨੇ। ਕੀ ਪੁੱਛੂਗਾ? ਆਮ ਨਹੀਂ ਪੁੱਛਦਾ ਧਰਮਰਾਜ ਕਿਸੇ ਨੂੰ, ਕੀ ਲੋੜ ਪੁੱਛਣ ਦੀ। ਤੈਨੂੰ ਪੁੱਛੂਗਾ ਵੀ ਤੈਂ ਮਾੜੇ ਕੰਮ ਇਹਨੇ ਕਰੇ ਨੇ, ਤੂੰ ਸਾਰੀ ਜ਼ਿੰਦਗੀ ਨਰਕ 'ਚ ਰਹੇਗਾ, ਪਰ ਥੋੜਾ ਜਿਹਾ ਕੰਮ ਤੇਰੇ ਘਰ ਸੰਗਤ ਆਈ ਸੀ, ਤਾਂ ਸੰਗਤ ਦੇ ਦਰਸ਼ਨ ਕੀਤੇ, ਰੱਬ ਦੇ ਪਿਆਰਿਆਂ ਦੇ ਦਰਸ਼ਨ ਕੀਤੇ, ਤੈਂ ਇੱਕ ਵਾਰੀ ਗਾਲ ਕੱਢੀ ਆ ਰੱਬ ਨੂੰ, ਪਰ ਰਸਨਾ ਤੋਂ ਰਾਮ ਕਿਹਾ ਗਿਆ। ਇਹਦਾ ਤੈਨੂੰ ਫਲ ਦੇਣਾ। ਹੁਣ ਤੂੰ ਦੱਸ ਵੀ ਇਹਦਾ ਫਲ ਪਹਿਲਾਂ ਲੈਣਾ ਕਿ ਨਰਕ ਵਾਲਾ ਫਲ ਪਹਿਲਾਂ ਲੈਣਾ? ਕਹਿੰਦਾ ਤੂੰ ਕਹਿਦੀ ਵੀ ਮੈਂ ਤਾਂ ਆਹ ਫਲ ਪਹਿਲਾਂ ਲੈਣਾ। ਅੱਛਾ ਕੀ ਫਲ ਲੈਣਾ? ਤੂੰ ਉਹਨੂੰ ਕਹਿਦੀ ਵੀ ਦੇਖ, ਨਾ ਤਾਂ ਮੈਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ, ਵੀ ਮੈਂ ਤਾਂ ਸੀ ਸ਼ਾਹੂਕਾਰ, ਮਾਇਆ ਦੇ ਨਾਲ ਮੋਹ ਹੈ, ਵੀ ਮੈਨੂੰ ਇਹਦੇ ਵੱਟੇ ਬੈਕੁੰਠ ਨਹੀਂ ਚਾਹੀਦਾ, ਸਵਰਗ ਨਹੀਂ ਚਾਹੀਦਾ, ਮੈਨੂੰ ਮੁੱਲ ਚਾਹੀਦਾ, ਮੈਨੂੰ ਮੁੱਲ ਦੇ, ਮੇਰੇ ਕੋਲ ਕੁਝ ਨਹੀਂ ਹੈ, ਹੁਣ ਇੱਥੇ ਮੈਂ ਕੰਗਾਲ ਹੋਇਆ ਫਿਰਦਾ। ਧਰਮਰਾਜ ਤਾਂ ਸੋਚੀ ਪੈ ਗਿਆ। ਜਦੋਂ 8ਵਾਂ ਦਿਨ ਆਇਆ ਪੇਸ਼ੀ, ਉੱਥੇ ਉਹੀ ਗੱਲ ਹੋਈ। ਧਰਮਰਾਜ ਨੂੰ ਕਿਹਾ, ਉਹ ਧਰਮਰਾਜ ਕਹਿੰਦਾ ਨਾਮ ਦਾ ਮੁੱਲ ਪਾ ਕੇ ਮੈਂ ਮਰਨਾ ਹੈ, ਮੈਂ ਵੀ ਤਾਂ ਨੌਕਰ ਹਾਂ ਕਿਸੇ ਦਾ, ਰੱਬ ਦੇ ਨਾਂ ਦਾ ਮੁੱਲ ਪਾ ਦੂੰ ਮੈਂ। ਕਹਿੰਦਾ ਮੈਂ ਤਾਂ ਮੁੱਲ ਹੀ ਲੈਣਾ। ਕਹਿੰਦਾ ਹੋਰ ਕੁਝ ਲੈ? ਕਹਿੰਦਾ ਕੁਝ ਨਹੀਂ ਚਾਹੀਦਾ। ਉਹਨੇ ਦੇਵਤਿਆਂ ਨੂੰ ਪੁੱਛਿਆ ਵੀ ਦੱਸੋ ਕੀ ਕਰੀਏ ਇਹਦਾ? ਉਹ ਕਹਿੰਦੇ ਵੀ ਅਸੀਂ ਵੀ ਨਹੀਂ ਦੱਸ ਸਕਦੇ, ਨਾਮ ਦਾ ਮੁੱਲ ਸਾਨੂੰ ਕੋਈ ਨਹੀਂ ਪਤਾ। ਕਹਿੰਦੇ ਚਲੋ ਵੀ ਬੈਕੁੰਠਵਾਸੀ ਕੋਲ, ਨਾਰਾਇਣ ਜੀ ਕੋਲ ਚਲੋ। ਭਗਵਾਨ ਜੀ ਦੇ ਕੋਲ ਜਾ ਕੇ ਕਹਿੰਦੇ ਮਹਾਰਾਜ, ਧਰਮਰਾਜ ਕਹਿੰਦਾ ਜੀ ਆ ਇੱਕ ਇਹੋ ਜਿਹਾ ਟੱਕਰਿਆ, ਕਹਿੰਦਾ ਮੁੱਲ ਮੰਗਦਾ ਨਾਮ ਦਾ। ਕਹਿੰਦੇ ਇਹਨੂੰ ਮੇਰੇ ਕੋਲ ਛੱਡ ਦੇ, ਇੱਥੇ ਤੂੰ ਜਾ, ਤੂੰ ਆਪਣਾ ਕੰਮ ਕਰ। ਉੱਥੇ ਹੀ ਬਹਿ ਗਿਆ। ਰਸਤੇ 'ਚ ਮਿਲਿਆ ਨਾਰਦ ਮੁਨੀ। ਧਰਮਰਾਜ ਨੂੰ ਕਹਿੰਦਾ ਕਿੱਥੋਂ ਆਇਆ? ਬਰਮਾ ਵਿਸ਼ਨੂੰ ਵੀ ਜਿਹੜੇ ਹੋਰ ਸੀ, ਸ਼ਿਵ ਜੀ ਹੈ, ਬਰਮਾ ਕਹਿੰਦੇ ਅੱਜ ਤਾਂ ਇਕੱਠੀ ਮਿਲ ਗਏ ਤੁਸੀਂ ਸਾਰੇ, ਕਿੱਥੋਂ ਆਏ ਹੋ? ਕਹਿੰਦੇ ਜੀ ਆਹ ਝਗੜਾ ਛਿੜ ਗਿਆ ਸੀ, ਧਰਮਰਾਜ ਨੂੰ ਵੀ ਇੱਕ ਇਹੋ ਜਿਹਾ ਟੱਕਰਿਆ, ਗਾਲ ਕੱਢ ਕੇ ਰੱਬ ਦਾ ਨਾਂ ਲਿਆ, ਉਹਦਾ ਮੁੱਲ ਮੰਗਦਾ ਸੀ। ਕਹਿੰਦਾ ਫਿਰ ਫੈਸਲਾ ਕੀ ਹੋਇਆ? ਕਹਿੰਦੇ ਜੀ ਇਹ ਤਾਂ ਸਾਨੂੰ ਪਤਾ ਨਹੀਂ, ਸੀ ਤਾਂ ਭਗਵਾਨ ਜੀ ਦੇ ਦਰ ਤੇ ਛੱਡਿਆ। ਕਹਿੰਦਾ ਫਿਰ ਕੱਲ ਨੂੰ ਕੋਈ ਹੋਰ ਟੱਕਰੂ, ਪਤਾ ਲੱਗਣਾ ਚਾਹੀਦਾ ਵੀ ਕੀ ਹੈ। ਕਹਿੰਦੇ ਜੀ ਹੁਣ ਅਸੀਂ ਤਾਂ ਆ ਗਏ, ਤੁਸੀਂ ਪੁੱਛਿਆ। ਉਹ ਨਾਰਦ ਆ ਗਿਆ। ਕਹਿੰਦਾ ਜੀ ਦੱਸੋ ਫਿਰ ਇਹਦਾ ਮੁੱਲ ਕੀ ਪਾਇਆ ਤੁਸੀਂ? ਪਰਮੇਸ਼ਰ ਕਹਿੰਦੇ ਵੀ ਗੱਲ ਇਹ ਹੈ, ਇਹਦਾ ਮੁੱਲ ਹੈ ਹੀ ਨਹੀਂ ਕੋਈ, ਇਹਦਾ ਮੁੱਲ ਇਹੀ ਆ ਵੀ ਬੈਕੁੰਠ ਦੇ ਵਿੱਚ ਰਹੂਗਾ ਹੁਣ ਸਾਰੀ ਉਮਰ। ਗਾਲ ਕੱਢ ਕੇ ਨਾਮ ਲਿਆ ਸੀ, ਤਾਂ ਮਹਾਰੇ ਕਹਿੰਦੇ ਨੇ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ।
ਇਹਦੀ ਕੀਮਤ ਕੋਈ ਵੀ ਨਹੀਂ ਜਾਣਦਾ ਹੈ ਜੀ। ਜਿਨ੍ਹਾਂ ਭਾਗ ਮਥਾਹੇ, ਇਹਦੀ ਕੀਮਤ ਇਹੀ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਨੂੰ ਨਾਮ ਜਪਦੇ ਆ, ਬੈਕੁੰਠ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਥਾਏ ਮੱਥੇ ਦੇ ਸ਼੍ਰੋਮਣੀ ਭਾਗ ਹਨ, ਸੇ ਨਾਨਕ ਹਰ ਰੰਗ ਮਾਣਦੋ, ਉਹ ਹਰੀ ਪਰਮੇਸ਼ਰ ਦੇ ਨਾਮ ਦੇ ਰੰਗ ਆਨੰਦ ਨੂੰ ਮਾਣਦੋ, ਮਾਨਣਾ ਕਰਦੇ ਹਨ ਜੀ। ਸੰਤ ਕਹਤੇ ਪਵਿੱਤਰ, ਸੁਣਤੇ ਸਭ ਧਨ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਰ ਦਾ ਜਿਹੜਾ ਜਸ ਹੈ, ਨਾਮ ਨੂੰ ਜਿਹੜੇ ਕਹਤੇ ਕਹਿਣ ਵਾਲੇ ਉਹ ਪਵਿੱਤਰ ਨਿਰਮਲ ਹੋ ਜਾਂਦੇ ਨੇ, ਉੱਜਲ ਜੀਵਨ ਵਾਲੇ ਬਣ ਜਾਂਦੇ ਆ ਭਾਜੀ। ਸੁਣਤੇ ਜਿਹੜੇ ਸਰਵਣ ਕਰਨ ਵਾਲੇ ਨੇ ਉਹ ਸਭ ਸਾਰੇ ਕਹਿੰਦੇ ਧਨਤਾ ਦੇ ਯੋਗ ਉਹ ਹੋ ਗਏ। ਅਤੇ ਜਿਹੜੇ ਪਰਮੇਸ਼ਰ ਵਾਹਿਗੁਰੂ ਜਿਹੜਾ ਨਾਮ ਹੈ, ਸੁਣਨ ਵਾਲਿਆਂ ਦਾ ਦਰਜਾ ਸਮਾਂ ਸੁਣਾਉਣ ਵਾਲਿਆਂ ਨਾਲੋਂ ਵੱਡਾ ਰੱਖਤਾ ਮਹਾਰਾਜ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਅੱਗੇ ਹੋਰ ਦੱਸਦੇ ਹਨ, ਲਿਖਤੀ ਕੁਲ ਤਾਰਿਆ ਜੀਓ, ਜਿਹੜੇ ਨਾਮ ਦੀ ਮਹਿਮਾ ਲਿਖਤੀ ਲਿਖਣ ਵਾਲੇ ਲਿਖਾਰੀ ਬਣ ਕੇ ਉਹ ਗੁਰਬਾਣੀ ਲਿਖਣੀ ਜਾਂ ਗੁਰਬਾਣੀ ਦੇ ਅਰਥ ਲਿਖਣੇ, ਪੋਥੀਆਂ ਲਿਖਣੀਆਂ, ਕਹਿੰਦੇ ਉਹਨਾਂ ਨੇ ਤਾਂ ਕੁਲਾਂ ਨੂੰ ਹੀ ਤਾਰ ਲਿਆ ਕਿ ਜਿਵੇਂ ਭਾਈ ਗੁਰਦਾਸ ਨੇ ਬਾਣੀ ਲਿਖੀ, ਇਸੇ ਤਰ੍ਹਾਂ ਭਾਈ ਮਨੀ ਸਿੰਘ ਸਾਹਿਬ ਨੇ ਲਿਖੀ, ਤੇ ਉਹ ਤਾਂ ਇਉਂ ਸਮਝ ਲਓ ਵੀ ਲਿਖਤੀ ਕੁਲ ਤਾਰਿਆ ਜੀਓ, ਲਿਖਣ ਵਾਲਿਆਂ ਤੇ ਕੁਲਾਂ ਹੀ ਤਾਰ ਲੀਆਂ ਆਪਣੀਆਂ। ਜਾਂ ਇਉਂ ਸਮਝੋ ਜੋ ਪ੍ਰੀਤ ਰੂਪੀ ਰਸਨਾ ਦੇ ਨਾਲ, ਇਹ ਹੁਣ ਅੰਤਰੀਵ ਅਰਥ ਸਮਝਣਾ, ਜੋ ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਕਹਤੇ ਉਚਾਰਨ ਕਰਦੇ ਨੇ ਉਹ ਪਵਿੱਤਰ ਹੋ ਗਏ। ਕਬੀਰ ਸੋ ਮੁਖ ਧਨ ਹੈ ਜੇ ਮੁਕਈਆ ਰਾਮ, ਜੋ ਸ਼ਰਧਾ ਅਤੇ ਵਿਸ਼ਵਾਸ ਦੇ ਕੰਨਾਂ ਨਾਲ ਸੁਣਤੇ ਸਰਵਣ ਕਰਦੇ ਨੇ ਉਹ ਵੀ ਧਨ ਹੋ ਗਏ। ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਕਾਗਜ਼ ਤੇ ਪ੍ਰੇਮ ਰੂਪੀ ਕਲਮ ਨਾਲ ਪਰਮੇਸ਼ਰ ਦੇ ਨਾਮ ਨੂੰ ਲਿਖਤੀ ਲਿਖਣਾ ਕੀਤਾ, ਉਹਨਾਂ ਨੇ ਤਾਂ ਫਿਰ ਆਪਣੀਆਂ ਕੁਲਾਂ ਹੀ ਤਾਰ ਲੀਆਂ। ਪ੍ਰਭ ਕੇ ਸਿਮਰਨ ਸਭ ਕੁਲ ਉਧਾਰ ਹੈ, ਐਂ ਦਾ ਅੰਤਰੀਵ ਅਰਥ ਜਾਣਨਾ ਜੇ। ਜਿਨ ਕੋ ਸਾਧੂ ਸੰਗ ਨਾਮ ਹਰ ਰੰਗ, ਜਿਨ੍ਹਾਂ ਨੂੰ ਸਾਧੂ ਮਹਾਤਮਾ ਦੀ ਸੰਗਤ ਪ੍ਰਾਪਤ ਹੋ ਗਈ ਹੈ ਉਹਨਾਂ ਨੂੰ ਹੀ ਹਰੀ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹਿਆ, ਪ੍ਰੇਮ ਦਾ ਰੰਗ ਉਹਨਾਂ ਨੂੰ ਚੜ੍ਹਿਆ। ਜਿਨੀ ਬ੍ਰਹਮ ਵਿਚਾਰਿਆ ਜੀਓ, ਤਿਨੀ ਉਹਨਾਂ ਨੇ ਬ੍ਰਹਮ ਅਕਾਲ ਪੁਰਖ ਨੂੰ ਵਿਚਾਰਨਾ ਕੀਤਾ ਹੈ ਜੀ। ਇਸ ਪ੍ਰਕਾਰ ਦੱਸਦੇ ਨੇ ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਉਹਨਾਂ ਦਾ ਜੀਵਨ ਧਨਤਾ ਦੇ ਜੋ ਹੋ ਗਿਆ। ਜਿਨ੍ਹਾਂ ਨੇ ਬ੍ਰਹਮ ਅਕਾਲ ਪੁਰਖ ਦੀ ਜਿਹੜਾ ਵਿਆਪਕ ਹੈ ਵਾਹਿਗੁਰੂ, ਉਹਦੀ ਵਿਚਾਰ ਕਰਕੇ ਆਪਣੇ ਜਨਮ ਨੂੰ ਉਹਨਾਂ ਨੇ ਤਾਂ ਇਹ ਸਮਝੇ ਸਵਾਰ ਹੀ ਲਿਆ ਆਪਣਾ ਜਨਮ। ਤੇ ਇਸ ਕਰਕੇ ਭਾਈ ਤੁਸੀਂ ਜਿੰਨੇ ਵੀ ਸੰਥਾ ਕਰ ਰਹੇ ਹੋ, ਸੰਥਿਆ ਵੀ ਹੈ ਨਾਲ ਤੇ ਅਰਥਨ ਵੀ ਵੀ ਇੱਕ ਗੱਲ ਬਾਰ-ਬਾਰ ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀ ਬੱਬੇ ਤੇ ਵਾਵੇ ਦਾ ਜ਼ਰੂਰ ਧਿਆਨ ਰੱਖਣਾ। ਹੁਣ ਇਸ ਨੂੰ ਜੇ ਬੱਬਾ ਬੋਲੋਗੇ ਦੋਨੇ ਬੁੱਲਾਂ ਤੋਂ ਕੰਮ ਲਿਆ ਜਾਏਗਾ। ਵਿਚਾਰਿਆ, ਜੇ ਹੁਣ ਵਾਵਾ ਬੱਬੇ ਦੇ ਥਾਂ ਤੇ ਵਾਵਾ ਬੋਲੇਗਾ ਤਾਂ ਵਿਚਾਰਿਆ, ਫਰਕ ਨਹੀਂ, ਸੁਣਨ ਵਾਲੇ ਨੂੰ ਬਹੁਤਾ ਫਰਕ ਨਹੀਂ ਲੱਗਦਾ ਪਰ ਬਹੁਤ ਫਰਕ ਪੈ ਜਾਂਦਾ ਹੈ। ਇਸ ਕਰਕੇ ਇਹਨੂੰ ਧਿਆਨ ਦੇ ਨਾਲ ਉਚਾਰਨ ਕਰਨਾ ਹੈ। ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਆ, ਉਹਨਾਂ ਨੇ ਤਾਂ ਐਸੇ ਬ੍ਰਹਮ ਦੀ ਵਿਚਾਰ ਨੂੰ ਧਾਰਨ ਕਰਕੇ ਜਨਮ ਸਵਾਰ ਲਿਆ ਜੀ। ਪੂਰਨ ਕਿਰਪਾ ਪ੍ਰਭ ਕਰੀ, ਉਹਨਾਂ ਦੇ ਉੱਤੇ ਪ੍ਰਭੂ ਕੌਣ ਹੈ? ਮਾਲਕ ਸੁਆਮੀ। ਉਹਨੇ ਪੂਰਨ, ਆਪ ਹੀ ਪੂਰਨ ਹੈ, ਉਹਦੀ ਕਿਰਪਾ ਵੀ ਪੂਰਨ ਹੀ ਆ, ਫਿਰ ਅਧੂਰੀ ਨਹੀਂ ਹੁੰਦੀ, ਫਿਰ ਪੂਰਨ ਕਿਰਪਾ ਕਰ ਦਿੱਤੇ। ਕਰ ਗਹਿ ਲੀਨੇ ਹਰ ਜਸੋ ਦੀਨੇ, ਜਿਨ੍ਹਾਂ ਦਾ ਮਨ ਰੂਪੀ ਕਰ ਨਾਮ ਹੱਥ ਦਾ ਹੁੰਦਾ, ਮਨ ਰੂਪੀ ਹੱਥ ਗੁਰਾਂ ਦੁਆਰਾ ਪਰਮੇਸ਼ਰ ਨੇ ਆਪਣੀ ਲਿਵ ਰੂਪੀ ਭੁਜਾ ਦੇ ਨਾਲ, ਆਪਣੀ ਲਿਵ ਰੂਪੀ ਬਾਹਾਂ ਦੇ ਨਾਲ, ਹੱਥਾਂ ਦੇ ਨਾਲ ਉਹ ਗਹਿ ਪਕੜ ਲੀਨੇ ਲਿਆ ਤੇ ਉਹਨਾਂ ਨੂੰ ਫਿਰ ਹਰੀ ਪਰਮੇਸ਼ਰ ਨੇ ਆਪਣਾ ਜਸੋ ਜਸ ਸਿਫਤ ਸਲਾਹ ਆਪਣੀ ਦੀਨੇ ਦੇਣਾ ਕੀਤੀ ਹੈ। ਜਿਨ੍ਹਾਂ ਨੂੰ ਸਿਫਤ ਸਲਾਹ ਦੇ ਦਿੱਤੇ, ਜੋਨ ਨਾ ਧਾਵੈ ਨਹਿ ਮਰੀ, ਤੇ ਉਹ ਫਿਰ ਜੋਨ ਜੂਨਾਂ ਦੇ ਵਿੱਚ ਨਹੀਂ ਧਾਵੈ, ਦੌੜਦੇ ਨਹੀਂ ਹੈ, ਤੇ ਨਾ ਮਰੀ ਨਾ ਮਰਨ ਦਾ ਹੁੰਦਾ ਹੈ। ਉਹਨਾਂ ਨੂੰ ਹਉਮੈ ਦੀ ਮਰੀ ਨਾ ਬਿਮਾਰੀ ਦਾ ਹੁੰਦਾ ਹੈ। ਕਹਿੰਦੇ ਨਹੀਂ ਆ ਜਿਵੇਂ ਹੁਣ ਸਾਰੀ ਦੁਨੀਆ ਦੇ ਆਖੇ ਗੋਸ਼ਤ ਕਰ ਦਿੱਤਾ ਜੀ, ਮਹਾਮਾਰੀ ਪੈ ਗਈ ਹੈ, ਜਿਵੇਂ ਪਲੇਗ ਪਈ ਸੀ। ਤੇ ਪਲੇਗ ਤਾਂ ਚਲੋ ਆਪਣੇ ਮੁਲਕ ਦੇ ਵਿੱਚ ਹੋਈ ਜਾਂ ਕਿਸੇ ਅੱਧੇ ਕਿੱਧਰ, ਹੁਣ ਤਾਂ ਪੂਰੀ ਸੰਸਾਰ ਦੇ ਵਿੱਚ ਹੀ ਖੇਡ ਵਰਤ ਗਈ ਹੈ, ਇਹਨੂੰ ਮਰੀ ਕਹਿੰਦੇ ਨੇ। ਇਸੇ ਤਰ੍ਹਾਂ ਦੀ ਜਿਹੜੀ
ਹਉਮੈ ਜਿਹੜੀ ਹੈ ਇਹ ਮਹਾਮਰੀ ਹੈ ਇਹ, ਕਿਉਂਕਿ ਇਹ ਸਾਰਿਆਂ ਨੂੰ ਚਿੰਬੜਦੀ ਹੈ, ਜਾਨਵਰਾਂ ਨੂੰ ਵੀ, ਪਸ਼ੂਆਂ ਨੂੰ ਵੀ, ਪੰਛੀਆਂ ਨੂੰ ਵੀ, ਮਨੁੱਖਾਂ ਨੂੰ ਵੀ ਤਾਂ ਵਿਸ਼ੇਸ਼ ਕਰਕੇ ਹੈ। ਹਉਮੈ ਰੋਗ ਮਾਨੁ ਕੋ ਦੀਨਾ, ਸਾਨੂੰ ਤਾਂ ਇਹ ਦਿੱਤਾ ਹੀ ਹੈ ਰੱਬ ਨੇ ਕਿਸਮ ਦਾ, ਇਹ ਨਹੀਂ ਪਵੇਗੀ। ਤੇ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਜੋਨ ਨਾ ਧਾਵੈ, ਜੋਨਾਂ 'ਚ ਦੌੜ ਕੇ ਨਹੀਂ ਜਾਏਗਾ, ਨਹਿ ਮਰੀ। ਤੇ ਇਹ ਬਿਮਾਰੀ ਜਿਹੜੀ ਆ ਉਹਨਾਂ ਨੂੰ ਮਾਰ ਨਹੀਂ ਸਕੇਗੀ। ਜਿਵੇਂ ਭੇਡਾਂ 'ਚ ਮਰੀ ਪੈ ਜਾਂਦੀ ਹੈ, ਮਹਾਮਰੀ ਹੋ ਗਈ, ਮਨੁੱਖਾਂ 'ਚ ਪੈ ਜਾਂਦੀ ਹੈ, ਬਿਮਾਰੀਆਂ ਫੈਲਦੀਆਂ ਨਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਮਹਾਮਰੀ ਉਸੀ ਦਿੱਲੀ 'ਚ ਚਰਨ ਧੋ ਕੇ ਮੇਟ ਦਿੱਤੀ ਹੈ। ਜਿਸ ਪ੍ਰਕਾਰ ਕਿਰਪਾ ਹੋ ਗਈ ਹੈ ਉਹ ਫਿਰ ਮਰੀ ਨਹੀਂ ਪੈਂਦੀ, ਭਾਵ ਉਹ ਜੂਨਾਂ ਵਿੱਚ ਨਹੀਂ ਦੌੜਦੇ, ਬਾਰ-ਬਾਰ ਨਹੀਂ ਉਹਨਾਂ ਨੂੰ ਮਰਨਾ ਪੈਂਦਾ। ਇਹ ਮਰੀ ਦਾ ਮਨੁੱਖਾਂ ਦਾ ਖਹਿੜਾ ਨਹੀਂ ਛੱਡਦੀ ਮੌਤ, ਉਹਨਾਂ ਨੂੰ ਨਹੀਂ ਪੈਂਦੀ ਹੈ। ਸਤਿਗੁਰ ਦਇਆਲ ਕਿਰਪਾਲ ਭੇਟਤ। ਤੇ ਮਹਾਰਾਜ ਸਾਹਿਬ ਜੀ ਦਾ ਇਹ ਜਿਹੜਾ ਸਾਧ ਸੰਗੀ ਹਰੇ ਪਦ ਦੇ ਉੱਤੇ ਵੀ ਲੱਗ ਜਾਂਦਾ ਵਿਸਰਾਮ, ਪਰ ਆਪਾਂ ਇੱਥੇ ਹੀ ਲਾਉਣਾ ਜਿੱਥੇ ਸੁਣਿਆ ਤੁਸੀਂ। ਅਰਥ ਵਾਲੇ ਉੱਥੇ ਵੀ ਲਾ ਲੈਂਦੇ ਆ, ਇਸ ਕਰਕੇ ਇਹਦਾ ਕੋਈ ਖਿਆਲ ਨਹੀਂ ਕਰਨਾ। ਜਦੋਂ ਸਤਿਗੁਰੂ ਜੀ ਦੀ ਦਇਆਲਤਾ ਅਤੇ ਕਿਰਪਾਲਤਾ ਪਰਮੇਸ਼ਰ ਵਾਹਿਗੁਰੂ ਦੀ ਹੋ ਜਾਵੇ, ਜਦੋਂ ਸਤਿਗੁਰੂ ਦੀ ਦਇਆਲਤਾ ਅਤੇ ਕਿਰਪਾਲੂ ਪਰਮੇਸ਼ਰ ਨੂੰ ਭੇਟ ਤੇ ਮਿਲੇ, ਤਾਂ ਫਿਰ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਦੀ ਐਸੀ ਕਿਰਪਾ ਹੋ ਜਾਂਦੀ ਹੈ। ਹਰੇ ਕਾਮ ਕ੍ਰੋਧ ਲੋਭ ਮਾਰਿਆ, ਜਿਹੜੇ ਕਾਮ ਕ੍ਰੋਧ ਹਰੇ ਨਾਸ ਕਰ ਦਿੱਤੇ, ਅਤੇ ਲੋਭ ਤੇ ਮੋਹ ਆਦਿਕ ਵਿਕਾਰ ਵੀ ਮਾਰਿਆ, ਉਹ ਵੀ ਮਾਰ ਦਿੱਤੇ, ਖਤਮ ਕਰ ਦਿੱਤੇ। ਕਿਰਪਾਲ ਕਿਰਪਾ ਕਰਕੇ ਤੇ ਕਿਰਪਾ ਦੇ ਘਰ ਦਿਆਲੂ ਸਤਿਗੁਰੂ ਜਦੋਂ ਭੇਟ ਤੇ ਮਿਲ ਜਾਣ, ਕਾਮ ਕ੍ਰੋਧ ਹਰੇ ਦੂਰ ਹੋ ਗਏ, ਲੋਭ ਆਦਿਕ ਵੀ ਮਾਰ ਦਿੱਤੇ। ਦਿਆਲੂ ਕਿਰਪਾਲੂ ਸਤਿਗੁਰੂ ਦੇ ਨਾਲ ਮਿਲਣ ਕਰਕੇ ਦੈਵੀ ਗੁਣਾਂ ਦੇ ਸਹਿਤ ਹਰੇ ਭਰੇ ਹੋ ਗਏ, ਕਾਮ ਕ੍ਰੋਧ ਲੋਭ ਆਦਿ ਆਸੁਰੀ ਸੰਪਦਾ ਨੂੰ ਮਾਰ ਦਿੱਤਾ। ਕਥਨ ਨ ਜਾਏ ਅਕਥ ਸੁਆਮੀ। ਸੁਆਮੀ ਮਾਲਕ ਪਰਮੇਸ਼ਰ ਦਾ ਸਰੂਪ ਅਕਥ ਕਹਿਣ ਤੋਂ ਰਹਿਤ ਹੈ, ਉਹ ਕਥਨੀ ਦਾ ਵਿਸ਼ਾ ਨਹੀਂ ਹੈ, ਕਥਨ ਵਿਖਿਆਨ ਨਹੀਂ ਕੀਤਾ ਜਾ ਸਕਦਾ। ਤੇ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਸ਼ਕਤੀ ਬਿਰਤੀ ਦੁਆਰਾ ਨਹੀਂ ਕਥਨ ਕੀਤਾ ਜਾ ਸਕਦਾ। ਸਦਕੈ ਜਾਏ ਨਾਨਕ ਵਾਰਿਆ। ਤੇ ਉਹਨਾਂ ਤੋਂ ਭਾਈ ਸੈਂਕੜੇ ਵਾਰੀ ਮਨ ਬਾਣੀ ਸਰੀਰ ਕਰਕੇ ਸਦਕੇ ਜਾਈਏ, ਕੁਰਬਾਨ ਜਾਈਏ, ਬਲਿਹਾਰ ਜਾਈਏ, ਜਿਨ੍ਹਾਂ ਨੂੰ ਐਸਾ ਅਕਥ ਉਹ ਰਸ ਆਇਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀ ਹੈ, ਉਹ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ। ਜਿਨ੍ਹਾਂ ਨੂੰ ਸ਼੍ਰੀ ਰਾਗ ਮਹੱਲਾ ਚੌਥਾ ਵਣਜਾਰਾ। ਸ਼੍ਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੇ ਕੋਲ ਬਣਜਾਰੇ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਕਿਰਪਾ ਕਰੋ, ਵਪਾਰ ਦੇ ਢੰਗ ਨਾਲ ਉਪਦੇਸ਼ ਦਿਓ। ਇਹ ਵਪਾਰ ਕਰਨ ਵਾਲਾ ਸੁਦਾਗਰ ਦਾ ਨਾਮ ਹੈ, ਵਪਾਰੀ। ਖਾਸ ਕਰਕੇ ਉਹ ਵਪਾਰੀ ਜਿਹੜਾ ਆਪਣਾ ਮਾਲ ਲੱਦ ਕੇ ਦੇਸ਼ ਪ੍ਰਦੇਸ਼ਾਂ ਵਿੱਚ ਜਾ ਕੇ ਵੇਚਦਾ ਹੈ। ਇਹ ਲੋਕ ਅਨਾਜ ਦਾ ਵਪਾਰ ਕਰਦੇ ਸੀ, ਜਿਸ ਕਰਕੇ ਇਹਨਾਂ ਦਾ ਨਾਮ ਬਣਜਾਰਾ ਪੈ ਗਿਆ, ਵਣਜ ਕਰਨ ਕਰਕੇ ਹੀ ਹੈ। ਤੋ ਇਸ ਕਰਕੇ ਫਿਰ ਅੱਗੇ ਚੱਲ ਕੇ ਫਿਰ ਉਸੇ ਖਾਨਦਾਨ ਨੇ ਅੱਗੇ ਤੋਂ ਅੱਗੇ ਇਹ ਕਿੱਤਾ ਕਰਦੇ ਰਹੇ। ਇਹ ਤਰੀਕੇ ਦੇ ਨਾਲ ਉਹ ਫਿਰ ਸਾਰਿਆਂ ਨੂੰ ਬਣਜਾਰੇ ਕਹਿਣ ਲੱਗੇ। ਅੰਤਰੀ ਭਾਵ ਦੇ ਵਿੱਚ ਬਣਜਾਰੇ ਤੋਂ ਭਾਵ ਕੀ ਹੈ? ਜੀਵ ਹੈ ਜਿਹੜਾ, ਇਹ ਨਾਮ ਰੂਪੀ ਸੌਦਾ ਖਰੀਦਣ ਤੇ ਸਵਾਸਾਂ ਰੂਪੀ ਪੂੰਜੀ ਲੈ ਕੇ ਆਇਆ ਸੰਸਾਰ ਦੇ, ਤੇ ਹਟੜੇ ਬਾਜ਼ਾਰ ਇਹ ਬਾਜ਼ਾਰ ਵਿੱਚ ਆਇਆ, ਤੇਰੇ ਬਾਜ਼ਾਰ ਹਨ ਇਹ। ਤੋ ਮਹਾਰਾਜ ਸਾਹਿਬ ਜੀ ਨੇ ਇਹ ਦੁਨਿਆਵੀ ਵਪਾਰ ਕਰਨ ਵਾਲੇ ਜਿਹੜੇ ਬਣਜਾਰੇ ਸੀ, ਕਹਿਣ ਲੱਗੇ ਮਹਾਰਾਜ ਦੁਨਿਆਵੀ ਖਿਆਲ ਨੂੰ ਸਾਨੂੰ ਕਿਰਪਾ ਕਰਕੇ ਉਪਦੇਸ਼ ਬਖਸ਼ ਕਰੋ ਮਹਾਰਾਜ ਜੀ, ਸਾਡੇ ਕਿੱਤੇ ਅਨੁਸਾਰ ਉਪਦੇਸ਼ ਦਿਓ। ਤਾਂ ਮਹਾਰਾਜ ਸਾਹਿਬ ਨੇ ਫਿਰ ਸ੍ਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਣਜਾਰਾ ਨਾਮ ਰੱਖਿਆ, ਇਹਦਾ ਉਪਦੇਸ਼ ਦਿੱਤਾ। ਵਣਜ ਕਰਨ ਵਾਲੇ ਸਾਰੇ ਜੀਵ, ਕੋਈ ਵਿਕਾਰਾਂ ਦਾ ਹੀ ਵਣਜ ਕਰੀ ਜਾਂਦਾ ਹੈ, ਕੋਈ ਪਾਪਾਂ ਦਾ ਕਰਦਾ ਹੈ, ਕੋਈ ਪੁੰਨਾਂ ਦਾ ਹੀ ਕਰਮ ਬਣਜਾਰਾ ਬਣ ਕੇ ਵਣਜ ਕਰਦਾ, ਕੋਈ ਨਿਸ਼ਕਾਮ ਕਰਮਾਂ ਦਾ ਕਰਦਾ। ਸਾਰੇ ਜੀਵ ਹੈ ਬਣਜਾਰੇ। ਅਸਲੀ ਬਣਜਾਰਾ ਉਹ ਪੁਰਖ ਹੈ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਵਣਜ ਕਰੋ ਬਣਜਾਰਿਓ, ਬਖਰ ਲਿਓ ਸੰਭਾਲ। ਜਿਨ੍ਹਾਂ ਨੇ ਨਾਮ ਦੇ ਬਖਰ ਨੂੰ ਸੰਭਾਲ ਲਿਆ, ਉਹ ਪਰਮੇਸ਼ਰ ਦੇ ਦਰ ਅੰਦਰ ਆਦਰ ਪਾਉਂਦੇ ਹੈ, ਤੇ ਇਸ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਲਿਵਲੀਨ ਹੋ ਜਾਂਦੇ ਨੇ, ਅਭੇਦਤਾ ਹੋ ਜਾਂਦੀ ਹੈ, ਲੀਨਤਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਪਹਿਲਾ ਮੰਗਲ ਕਰਦੇ ਹਨ, ਸੁਣੋ ਦੇ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ। ਇਹ ਮੰਗਲ ਸਿਰਫ 2 ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ, 4 ਪ੍ਰਕਾਰ ਦੇ ਮੰਗਲ ਹੈ। ਇਸ ਕਰਕੇ ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ, ਸਾਰਿਆਂ ਦਾ ਪ੍ਰਕਾਸ਼ਕ, ਸਤਨਾਮ, ਸਤ ਜੋ ਸਾਰਿਆਂ ਦੇ
ਵਿੱਚ ਜਿਹੜਾ ਸਰੂਪ ਲਖਣ ਕਰਕੇ ਉਹ ਸਦਾ ਹੀ ਸੱਚ ਕਾਇਮ ਰਹਿਣ ਵਾਲਾ ਹੈ, ਨਾਮ ਪ੍ਰਸਿੱਧ ਹੈ। ਗੁਰਪ੍ਰਸਾਦ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇੱਕ ਤਾਂ ਇਸੇ 81 ਅੰਗ ਤੇ ਆ ਗਿਆ ਇਹ ਸ਼ਬਦ ਜਿਹੜਾ ਹੈ, ਇੱਕ ਓੰਕਾਰ ਸਤਨਾਮ ਗੁਰਪ੍ਰਸਾਦ, ਤੇ ਦੂਸਰੀ ਵਾਰ ਇਹੀ ਸ਼ਬਦ ਜਿਹੜਾ 544 ਅੰਗ ਦੇ ਉੱਤੇ ਆਊਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਹਾਗੜੇ ਰਾਗ ਦੇ ਵਿੱਚ ਫਿਰ ਇਹ ਦੁਬਾਰੇ ਕਥਨ ਕੀਤਾ ਹੈ। ਬਾਕੀ ਜਿਹੜਾ ਹੈ ਇੱਕ ਓੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਉਹ 33 ਵਾਰ ਆਉਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਸਾਧ ਸੰਜੀ 524 ਵਾਰ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ 566 ਵਾਰ ਮੰਗਲ ਹਨ ਜੀ। ਮੰਗਲਾਂ ਦੀ ਵਿਚਾਰ ਸਾਧ ਸੰਜੀ ਹੋ ਚੁੱਕੀ ਹੈ ਪਿੱਛੇ, ਤੇ ਬੜੇ ਵਿਸਤਾਰ ਨਾਲ ਹੋ ਚੁੱਕੀ ਹੈ। ਉੱਥੋਂ ਆਪ ਹੀ ਦੇਖ ਸਕਦੇ ਹੋ, ਗੁਰਬਾਣੀ ਅਰਥ ਭੰਡਾਰ ਦੀ ਪਹਿਲੀ ਪੋਥੀ ਦੇ ਵਿੱਚ ਦੇਖ ਸਕਦੇ ਹੋ। ਆਓ ਅੱਗੇ ਹੁਣ ਆਪਾਂ ਅਰਥਾਂ ਦਾ ਆਨੰਦ ਮਾਣੀਏ ਜੇ। ਹਰ ਹਰ ਉੱਤਮ ਨਾਮ ਹੈ। ਹੇ ਪਿਆਰੇ ਜੀ, ਕਹਿੰਦੇ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹਦਾ ਨਾਮ ਸਾਰਿਆਂ ਤੋਂ ਉੱਤਮ ਹੈ। ਸਾਰੇ ਇੰਦਰੇ ਮਾਨ ਪ੍ਰਾਣ ਬੁੱਧੀ ਤੱਤਾਂ ਤੇ ਸੂਰਜ ਚੰਦ ਆਦਿਕ ਜਿੰਨੇ ਨੂੰ ਉਹ ਹਰੇ ਭਰੇ ਕਰਕੇ ਪ੍ਰਕਾਸ਼ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਸਾਰਿਆਂ ਨਾਮਾਂ ਨਾਲੋਂ ਉਹ ਉੱਤਮ ਕਹੀਏ ਸ੍ਰੇਸ਼ਟ ਹੈ ਜੀ। ਜਨ ਸਿਰਿਆ ਸਭ ਕੋਏ ਜੀਓ। हे ਪਿਆਰੇ ਜੀ, ਦਾ ਪਹਿਲਾਂ ਤੇ ਜਿਸ ਪਰਮੇਸ਼ਰ ਨੇ ਖੰਡ ਬ੍ਰਹਮੰਡ ਆਦ ਕੋਈ ਸਿਰਿਆ ਪੈਦਾ ਕੀਤੇ, ਸਭ ਕੋਈ ਸਾਰੇ ਕੋਈ ਪੈਦਾ ਕੀਤੇ ਨੇ। ਕੋਈ ਇੱਕ ਕੀੜੀ ਤੋਂ ਲੈ ਕੇ ਇਹ ਨਹੀਂ ਵੀ ਆਹ ਜਾਨਵਰ ਕਿਸੇ ਹੋਰ ਨੇ ਬਣਾਤਾ, ਕਿਸੇ ਦੇਵਤੇ ਨੇ ਬਤਾ, ਨਹੀਂ, ਵਾਹਿਗੁਰੂ ਨੇ ਬਣਾਏ ਨੇ ਸਾਰੇ। ਹਰ ਜੀਅ ਸਭੇ ਪ੍ਰਤਪਾਲ ਦਾ। ਫਿਰ ਕੇਵਲ ਪੈਦਾ ਹੀ ਨਹੀਂ ਕੀਤੇ, ਇੱਥੇ ਤਾਂ ਕਈ ਵਾਰੀ ਬੱਚੇ ਪੈਦਾ ਕਰਕੇ ਮਾਂ-ਬਾਪ ਉਹਨਾਂ ਬੱਚਿਆਂ ਨੂੰ ਛੱਡ ਦਿੰਦੇ ਆ, ਪਰ ਪਰਮਾਤਮਾ ਨੇ ਪੈਦਾ ਕਰਕੇ ਹਰ ਜੀਅ ਸਭੇ ਪ੍ਰਤਪਾਲ ਦਾ। ਹਰੀ ਪਰਮੇਸ਼ਰ ਸਾਹਿਬ ਸਾਰੇ ਜੀਵਾਂ ਦੇ ਤਾਈਂ ਇਹ ਪਾਲਣਾ ਕਰਦਾ ਹੈ, ਸਾਰਿਆਂ ਦੀ ਖਬਰ ਰੱਖਦਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਏ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਨ ਕੀਤਾ ਹੈ। ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ। ਘਟ ਘਟ ਰਮਈਆ ਸੋਏ। ਘਟਾਂ ਘਟੀ ਰਮਈਆ ਰਮਿਆ ਹੋਇਆ ਹੈ। ਸੋਏ ਉਹ ਤਤਪਦ ਦਾ ਲੱਖ ਅਰਥ ਰੂਪ ਪਰਮੇਸ਼ਰ ਸਾਰਿਆਂ ਘੜ ਸਰੀਰਾਂ ਦੇ ਅੰਦਰ ਅੰਤःਕਰਨ ਦੇ ਅੰਦਰ ਉਹ ਰਮਿਆ ਹੋਇਆ ਹੈ। ਸੋ ਹਰ ਸਦਾ ਧਿਆਈਐ। ਤੇ ਇਹ ਜਿਹੜਾ ਸੋ ਉਸ ਹਰ ਪਰਮੇਸ਼ਰ ਵਾਹਿਗੁਰੂ ਨੂੰ ਸਦਾ ਨਿਤਾ ਪ੍ਰਤੀ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕਰੀਏ ਜੇ। ਜਿਸ ਬਿਨ ਅਵਰ ਨ ਕੋਏ। ਉਸ ਤੋਂ ਬਿਨ ਬਗੈਰ ਹੋਰ ਕੋਈ ਵੀ ਜੀਵ ਦੀ ਰੱਖਿਆ ਨਹੀਂ ਕਰ ਸਕਦਾ। ਲੋਕ ਪ੍ਰਲੋਕ ਚ ਉਸੇ ਨੇ ਰੱਖਿਆ ਕਰਨੀ ਹੈ। ਜੋ ਮੋਹਿ ਮਾਇਆ ਚਿਤ ਲਾਏ ਦੇ। ਜਿਹੜੇ ਮੋਹ ਮਾਇਆ ਦੇ ਵਿੱਚ ਅੰਤਸ ਕਰਨ ਦੀ ਬਿਰਤੀ ਨੂੰ ਲਾ ਕੇ ਰੱਖਦੇ ਐ, ਲਾਈ ਫਿਰਦੇ ਐ, ਉਹ ਫਿਰ ਦੁਨੀਆ ਦੇ ਜਿਹੜੇ ਪਦਾਰਥਾਂ 'ਚ ਫਸੇ ਹੋਏ। ਸੇ ਛੋੜ ਚੱਲੇ ਦੁੱਖ ਰੋਏ। ਸੇ ਉਹ ਫਿਰ ਦੁਨੀਆ ਦੇ ਸਾਰੇ ਪਦਾਰਥਾਂ ਨੂੰ ਛੋੜ ਛੱਡ ਕੇ ਦੁੱਖ ਭੋਗਦੇ ਹੋਏ ਅੰਤ ਨੂੰ ਰੋਂਦੇ ਜਾਣਗੇ। ਵੇ ਬੜੀ ਦੁਨੀਆ ਰੋਂਦੀ ਜਾਂਦੀ ਹੈ। ਸੂਖਮ ਰੂਪ ਦੇ ਜਿਨ੍ਹਾਂ ਦੀਆਂ ਸੂਖਮ ਦ੍ਰਿਸ਼ਟੀਆਂ ਨੂੰ ਉਹਨਾਂ ਨੂੰ ਪਤਾ ਲੱਗਦਾ ਹੈ, ਫਿਰ ਉਹਨਾਂ ਦੀ ਰੱਖਿਆ ਕਰਨ ਨੂੰ ਕੋਈ ਸਮਰੱਥ ਨਹੀਂ ਹੈ। ਉਹ ਦੁਖੀਆ ਚੱਲਿਆ ਰੋਏ। ਜੀਵ ਕਰਲਾਉਂਦਾ ਹੀ ਜਾਂਦਾ ਜਦੋਂ ਜਮਾਂ ਦਾ ਫੜਿਆ ਹੁੰਦਾ ਹੈ, ਪਰ ਉਹ ਜੇ ਰੋਂਦਾ ਨਾ ਜਾਂਦਾ ਹੋਵੇ, ਮਹਾਰਾਜ ਕਿਉਂ ਕਹਿੰਦੇ ਹੁਣ ਸੁਣਿਆ ਕਿਆ ਰੁਆਇਆ। ਉਹ ਕਰਲਾਉਂਦਾ, ਫਿਰ ਦੁੱਖ ਦੇ ਵਿੱਚ ਕਰਲਾਉਂਦਾ ਹੀ ਹੁੰਦਾ। ਕਹਿੰਦੇ ਵੀ ਨਹੀਂ, ਮਨ ਅੰਧਾ ਜਨਮ ਗਵਾਇਆ, ਤੂੰ ਜਨਮ ਗਵਾ ਲਿਆ, ਹੁਣ ਕਾਹਦੇ ਲਈ ਰੋਣਾ। ਚੋਰ ਜਦੋਂ ਰੋਂਦਾ ਹੈ ਸਮਾਂ ਬਾਹਲੀ ਕੁੱਟ ਪੈਂਦੀ ਹੈ, ਕਹਿੰਦੇ ਹੁਣ ਕਿਉਂ ਰੋਣਾ, ਚੋਰੀ ਕਰਨ ਵੇਲੇ ਨਹੀਂ ਦਿਖਦਾ ਸੀ। ਅਪਰਾਧੀ ਨੂੰ ਜ਼ਿਆਦਾ ਮਾਰ ਪੈਂਦੀ ਹੈ। ਕੋਈ ਹੋਰ ਸਮਰੱਥ ਨਹੀਂ ਵਾਹਿਗੁਰੂ ਤੋਂ ਬਿਨਾਂ ਰੱਖਿਆ ਕਰਨ ਨੂੰ। ਜਨ ਨਾਨਕ ਨਾਮ ਤੇ ਆਇਆ। ਗੁਰੂ ਸਾਹਿਬ ਜੀ ਫਰਮਾਨ ਕਰਦੇ, ਜਿਨ੍ਹਾਂ ਗੁਰਮੁਖਾਂ ਨੇ ਧਿਆਕਾਰ ਬਿਰਤੀ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਅਰੇ ਅੰਤ ਸਖਾਈ ਹੋਏ। ਉਹਨਾਂ ਨੂੰ ਭਾਈ ਅੰਤ ਦੇ ਵੇਲੇ ਫਿਰ ਸਖਾਈ ਸਹਾਇਤਾ ਕਰਨ ਵਾਲਾ ਮਿੱਤਰਾਂ ਦੀ ਨਿਆਈ ਵਾਹਿਗੁਰੂ ਹੋ ਗਿਆ। ਮੈਂ ਹਰ ਬਿਨ ਅਵਰ ਨ ਕੋਏ। ਤੇ ਇਹਨੂੰ ਭਾਈ ਮੈਂ ਹਰ ਬਿਨ ਅਵਰ ਨ ਕੋਏ, ਮੈਨੂੰ ਹਰੀ ਪਰਮੇਸ਼ਰ ਤੋਂ ਬਿਨ ਬਗੈਰ ਕੋਈ ਵੀ ਅਵਰ ਹੋਰ ਆਸਰਾ ਹੀ ਨਹੀਂ ਹੈ। ਐਸਾ ਨਿਸ਼ਚਾ ਹੋਣਾ ਚਾਹੀਦਾ ਸਾਨੂੰ। ਹਰ ਗੁਰ ਸਰਣਾਈ ਪਾਈਐ ਬਣਜਾਰਿਆ ਮਿੱਤਰਾ। ਇਹ ਸ਼ੁਭ ਅਸ਼ੁਭ ਕਰਮਾਂ ਦੇ ਬਣਜ ਕਰਨ ਵਾਲੇ ਬੰਜਾਰੇ ਚੇਤਨ ਦੀ ਅਨਸੋਣ ਕਰਕੇ ਮਿੱਤਰਾ ਉਸ ਹਰੀ ਪਰਮੇਸ਼ਰ ਵਾਹਿਗੁਰੂ ਦੀ ਸਰਨਾਈ ਸਰਨ ਵਿੱਚ ਪੈ ਕੇ ਪਾਈਦਾ ਕਿਹਨੂੰ, ਵਾਹਿਗੁਰੂ ਨੂੰ।
ਉਹ ਗੁਰੂਆਂ ਦੇ ਸ਼ਰਨ ਪੈ ਤੂੰ ਤਾਂ ਵਾਹਿਗੁਰੂ ਮਿਲੇਗਾ। ਵਡ ਭਾਗ ਪ੍ਰਾਪਤ ਹੋਏ। ਪਰ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਆ, ਹਰ ਇੱਕ ਨੂੰ ਥੋੜੀ ਮਿਲਦੀ ਆ, ਉਹੀ ਗੁਰੂ ਵਾਲਾ ਬਣਦੇ ਆ। ਇਸ ਕਰਕੇ ਉਹਨਾਂ ਦੇ ਵੱਡੇ ਭਾਗ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ। ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਸੰਤ ਜਨਾ ਬਿਨ ਭਾਈਆ। ਚੇਤਨ ਦੀ ਅੰਸ਼ ਹੋਣ ਕਰਕੇ ਪਾਤਸ਼ਾਹ ਜੀ ਸਾਰਿਆਂ ਨੂੰ ਭਾਈਆ, ਜਿਹਨੇ ਕਹਿੰਦੇ ਆ ਭਾਈਆ, ਭਾਜੀ, ਇਹ ਸ਼ਬਦ ਨਾ ਭਾਈ ਕਹਿੰਦੇ ਆ ਕਿਉਂਕਿ ਚੇਤਨ ਦੀ ਅੰਸ਼ ਹੈ, ਬਰਾਬਰ ਦੀ ਗੱਲ ਕਰਦੇ ਆ। ਹੇ ਭਾਈ, ਸੰਤ ਜਨਾਂ ਦੀ ਸੰਗਤ ਤੋਂ ਬਿਨ, ਇੱਥੇ ਨਾਣੇ ਦੇ ਥਾਂ ਤੇ ਨੰਨਾ ਨਾ ਰਹੇ, ਬਿਨ ਨਾ ਬਣ ਜਾਏ, ਬਿਨ, ਇਹ ਤੋਂ ਬਿਨਾ ਉਹ ਹਰੀ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ, ਹਰ ਕਿਨੇ ਨਾ ਪਾਇਆ ਨਾਉ, ਉਹ ਪਰਮੇਸ਼ਰ ਦਾ ਤਾਂ ਨਾਮ ਵੀ ਨਹੀਂ ਕਿਸੇ ਨੇ ਪਾਇਆ। ਸੰਤ ਜਨਾਂ ਦੀ ਸੰਗਤ ਤੋਂ ਬਿਨਾ ਪਰਮਾਤਮਾ ਨਹੀਂ ਕਿਸੇ ਨੇ ਪਾਇਆ। ਇਸ ਕਰਕੇ ਸਤ ਸੰਗਤ ਦੀ ਪ੍ਰਾਪਤੀ ਬਹੁਤ ਵੱਡੇ ਭਾਗਾਂ ਦੀ ਵਾਲ ਵਡਭਾਗੀ ਸਾਧ ਸੰਗ ਪ੍ਰਾਪਤ, ਉਹ ਕਿਸੇ ਨੇ ਪਾਇਆ, ਪ੍ਰਾਪਤ ਨਹੀਂ ਕੀਤਾ ਅਜ ਤੱਕ। ਇਸ ਕਰਕੇ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਸੰਗਤ ਕੀਨੀ ਖਾਲਸਾ ਮਨਮੁਖੀ ਦੋਹੇਲਾ। ਸੰਗਤ ਆਗਿਆ ਦਿੱਤੀ ਸਾਨੂੰ ਮਹਾਰਾਜ ਨੇ। ਵਿੱਚ ਹਉਮੈ ਕਰਮ ਕਵਾਵਦੇ। ਜਿਹੜੇ ਹੰਕਾਰੀ ਬੰਦੇ ਆ, ਕਹਿੰਦੇ ਅਸੀਂ ਕਿਹੜਾ ਕੋਈ ਗਲਤ ਕੰਮ ਕਰਦੇ ਆ, ਤਾਂ ਕੀ ਹੋ ਗਿਆ ਜੇ ਅੰਮ੍ਰਿਤ ਨਹੀਂ ਛਕਿਆ ਤੇ ਗੁਰੂ ਵਾਲੇ ਨਹੀਂ ਬਣੀ ਤਾਂ ਕੀ ਹੋ ਗਿਆ, ਅਸੀਂ ਤਾਂ ਕੋਈ ਗਲਤ ਕੰਮ ਨਹੀਂ ਕਰਦੇ। ਤੇ ਉਹਨਾਂ ਦੇ ਅੰਦਰ ਹਉਮੈ ਹੈ, ਗੁਰੂ ਵਾਲੇ ਨਹੀਂ ਬਣੇ। ਜਿਹੜੇ ਮਨਮੁਖ ਜੀਵ ਗੁਰਾਂ ਤੋਂ ਨਾਮ ਪ੍ਰਾਪਤ ਕੀਤੇ ਤੋਂ ਬਣੇ ਹੀ ਹਉਮੈ ਹੰਗਤਾ ਮਮਤਾ ਵਿੱਚ ਲੱਗ ਕੇ ਸਕਾਮ ਕਰਮ ਕਰਦੇ ਆ, ਕਮਾਉਂਦੇ ਆ। ਉਹ ਕਰਮ ਇਸ ਤਰ੍ਹਾਂ ਦੇ ਹਨ, ਕਰਮ ਤਾਂ ਠੀਕ ਨਾ ਹੋ, ਪਰ ਕਰਮ ਹੈ ਕਿਸ ਤਰ੍ਹਾਂ ਦੇ ਅੱਗੇ ਦੱਸਦੇ ਨੇ। ਜਿਉ ਵੇਸਵਾ ਪੁੱਤ ਨਿਨਾਉ। ਜਿਵੇਂ ਬੇਸਵਾ ਕੌਣ ਹੈ? ਆਪਣਾ ਤਨ ਵੇਚਣ ਵਾਲੀ ਦੁਰਾਚਾਰਨ। ਦੁਰਾਚਾਰਨ ਇਸਤਰੀ ਦਾ ਜਿਹੜਾ ਪੁੱਤ ਜੰਮੇ, ਜਿਹੜਾ ਬੇਸਵਾ ਦੇ ਔਲਾਦ ਜੰਮਦੀ ਹੈ, ਤੇ ਭਾਈ ਉਹਨੂੰ ਜੇ ਕੋਈ ਪੁੱਛੇ ਪਰੇ ਤੇਰੇ ਪਿਤਾ ਦਾ ਨਾਮ ਕੀ ਹੈ, ਉਹ ਕੀ ਦੱਸੂਗਾ? ਪਤਾ ਹੀ ਨਹੀਂ ਹੈ। ਇਸ ਕਰਕੇ ਬੇਸਵਾ ਦਾ ਪੁੱਤ ਜਿਹੜਾ, ਉਹ ਕਿਸੇ ਵੀ ਸਭਾ ਵਿੱਚ ਆਪਣੇ ਪਿਤਾ ਦਾ ਨਾਮ ਨਹੀਂ ਦੱਸ ਸਕਦਾ, ਫਿਰ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ। ਇਸੇ ਤਰ੍ਹਾਂ ਜਿਹੜਾ ਗੁਰਾਂ ਤੋਂ ਹੀਣ ਪੁਰਖ ਹੈ, ਉਹ ਜਗ ਕਰੇ, ਤਪ ਕਰੇ, ਦਾਨ ਕਰੇ, ਕਰਮ ਕਰੇ ਦਰਗਾਹ ਦੇ ਅੰਦਰ ਤੇ ਸਤਸੰਗ ਦੇ ਵਿੱਚ, ਉਹ ਸੋਭਾ ਦਾ ਕਾਰਨ ਨਹੀਂ ਬਣਦਾ। ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ। ਬੇਸਵਾ ਦੇ ਪੁੱਤਰ ਪਿਓ ਦਾ ਨਾਮ ਕੀ ਦੱਸਿਆ ਜਾਵੇ? ਨਿਗੁਰੇ ਨੇ, ਜਿਹੜਾ ਨਿਗੁਰੇ ਦੇ ਗੁਰੂ ਰੂਪ ਪਿਤਾ ਦਾ, ਉਹ ਕੀ ਨਾਮ ਦੱਸੂਗਾ? ਹੈ ਹੀ ਗੁਰਾ ਨਿਗੁਰਾ। ਨਿਗੁਰੇ ਦੇ ਜਿੰਨੇ ਵੀ ਕਰਮ ਨੇ ਉਹ ਹਉਮੈ ਦੇ ਸਹਿਤ ਹੁੰਦੇ ਆ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨਹੀਂ ਲਿਆ, ਉਹ ਬੇਸਵਾ ਦੇ ਪੁੱਤ ਵਾਂਗੂ ਨਿਨਾਉਣ, ਜੋ ਕਿਸੇ ਗੁਰੂ ਪੀਰ ਦੇ ਨਹੀਂ ਹੁੰਦੇ। ਤੇ ਇਸ ਪ੍ਰਕਾਰ ਫਿਰ ਉਹਨਾਂ ਦੀ ਹਾਲਤ ਹੈ ਜੇ ਪਿਤਾ ਜਾਤ ਤਾਂ ਹੋਈ ਹੈ। ਜੇਕਰ ਗੁਰੂ ਸਾਹਿਬ ਆਪ, ਬੋਲ ਦੋ ਜੀ ਸਾਰੇ ਪ੍ਰਸੰਨ, ਗੁਰ ਤੁਠਾ ਕਰੇ ਪਸਾਉ। ਜੇ ਗੁਰੂ ਸਾਹਿਬ ਜੀ ਤੁਠਾ ਪ੍ਰਸੰਨ ਹੋ ਕੇ ਪਸਾਉ, ਮਿਹਰ ਦੀ ਦ੍ਰਿਸ਼ਟੀ ਕਰ ਦੇਣ, ਮਿਹਰ ਦੀ ਦ੍ਰਿਸ਼ਟੀ ਦੁਆਰਾ ਨਾਮ ਦੀ ਦਾਤ ਦੇ ਦੇਣ, ਉਹ ਕਰੇ ਕਰਨ, ਦਾਤ ਦੇਣਾ ਕਰਨ, ਤਾਂ ਪਿਤਾ ਪਰਮੇਸ਼ਰ ਦੀ ਜਾਤ ਜਾਤੀ ਵਾਲੇ ਹੋਈਦਾ। ਭਾਵ ਕਿ ਇਹ ਪਰਮੇਸ਼ਰ ਸੱਚ ਚਿਦਾਨੰਦ ਸਰੂਪ ਹੈ, ਉਹਦੀ ਫਿਰ ਪ੍ਰਾਪਤੀ ਵਾਲੇ ਜਾਤੀ ਵਾਲੇ ਹੋ ਜਾਈਦਾ ਹੈ। ਵੱਡ ਭਾਗੀ ਗੁਰ ਪਾਇਆ। ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਗੁਰਾਂ ਦੇ ਦਰਸ਼ਨ ਨੂੰ ਪਾਇਆ, ਪਾਉਣਾ ਕੀਤਾ, ਪ੍ਰਾਪਤ ਕਰ ਲਿਆ। ਜਿਵੇਂ ਭਾਈ ਲਾਲੋ ਨੂੰ ਗੁਰੂ ਗੋਬਿੰਦ ਵਾਹਿਗੁਰੂ ਸਾਹਿਬ ਜੀ, ਜਿਸ ਪ੍ਰਕਾਰ ਭਾਈ ਲਾਲੋ ਹੈ, ਭਾਈ ਲਾਲੋ ਨੇ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਦੇ, ਉਹ ਦਰਸ਼ਨ ਹੋ ਕੇ ਮਨ ਇੰਨਾ ਇਕਾਗਰ ਹੋ ਗਿਆ ਨਾ, ਤੇ ਉਹ ਐ ਨਾਮ ਚ ਗੁੜਚ ਹੋ ਗਿਆ। ਮਰਦਾਨੇ ਨੇ ਪੁੱਛਿਆ ਕਿ ਪਾਤਸ਼ਾਹ ਇਹ ਐਡੀ ਕਿਰਪਾ ਹੋ ਗਈ, ਇਹਦੇ ਤੇ ਕੌਣ ਹੈ ਇਹ ਸੰਤ? ਤਾਂ ਮਹਾਰਾਜ ਸਾਹਿਬ ਨੇ ਕਿਹਾ, ਕਹਿੰਦੇ ਇੱਕ ਜਨਮ ਦੀ ਨਹੀਂ, ਬਹੁਤ ਜਨਮਾਂ ਦੀ ਉਪਾਸਨਾ ਇਹਦੀ। ਇਹਨੂੰ ਸਾਡੇ ਮਿਲਾਪ ਦੀ ਲੋੜ ਸੀ, ਇਸ ਕਰਕੇ ਇਹਨੂੰ ਦਰਸ਼ਨ ਹੋ ਗਏ। ਉਸ ਵੇਲੇ ਐਸਾ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਇਆ, ਚਿੱਤ ਇਕਾਗਰ ਹੋ ਗਿਆ, ਲਾਲੋ ਦੀਆਂ ਸਾਰੀਆਂ ਵਾਸ਼ਨਾਵਾਂ ਮਿਟ ਗਈਆਂ, ਹਿਰਦੇ ਵਿੱਚ ਐਸਾ ਪ੍ਰਕਾਸ਼ ਹੋ ਗਿਆ ਹੋਵੇ। ਤੇ ਉਹ ਐਸਾ ਜਿਹੜਾ ਰਸ ਹੈ, ਬੜਭਾਗੀ ਗੁਰ ਪਾਇਆ, ਵੱਡੇ ਭਾਗਾਂ ਵਾਲੇ ਹਰ ਅਹਨਿਸ, ਹਰ ਅਹਨਿਸ ਲੱਗਾ ਭਾਉ। ਫਿਰ ਦਿਨ ਰਾਤ ਉਹਨੂੰ ਪ੍ਰੇਮ ਦਾ ਭਾਵ, ਪ੍ਰੇਮ ਐਸਾ ਲੱਗ ਗਿਆ, ਪ੍ਰੇਮ 'ਚ ਗੁੜਚ ਰਿਹਾ। ਫਿਰ ਕਿੰਨਾ ਫਿਰ ਮਹਾਰਾਜ ਸਾਹਿਬ ਨੇ ਆਦਰ ਕੀਤਾ, ਕਿੰਨਾ ਪਿਆਰ ਕੀਤਾ ਲਾਲੋ ਨਾਲ। ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸੜਾ ਕਰੀ ਬਿਆਨ ਕੇ ਗਿਆਨ ਵੇ ਲਾਲੋ। ਤੇ ਉਹ ਗਿਆਨ ਪ੍ਰਾਪਤ ਕਰੀ। ਲਾਲੋ ਦਾ ਨਾਮ ਬਾਰ-ਬਾਰ ਇੱਕੋ ਸ਼ਬਦ ਕਿੰਨੀ ਵਾਰ ਲਿਆ, ਕਿੰਨਾ ਪਿਆਰਾ ਸਿੱਖ ਸੀ।
ਜਿਹਨੂੰ ਬਾਰ-ਬਾਰ ਲਾਲੋ ਲਾਲੋ ਕਹਿ ਕੇ ਮਹਾਰਾਜ ਨੇ ਪੁਕਾਰ ਕੀਤਾ, ਉਹ ਪ੍ਰੇਮ ਸੀ। ਪ੍ਰੇਮ ਦੀ ਕਦਰ ਕੀਤੀ ਮਹਾਰਾਜ ਨੇ। ਜਨ ਨਾਨਕ ਬ੍ਰਹਮ ਪਛਾਣਿਆ। ਗੁਰੂ ਜੀ ਕਥਨ ਕਰਦੇ ਨੇ ਉਹਨਾਂ ਭਗਤ ਜਨਾਂ ਨੇ ਬ੍ਰਹਮ ਕੌਣ ਹੈ? ਪਰਮੇਸ਼ਰ ਜਿਹੜਾ ਵਿਆਪਕ ਹੈ, ਸਾਰਿਆਂ ਦੇ ਵਿੱਚ ਹੈ। ਉਹਨੂੰ ਆਤਮਾ ਆਪਣਾ ਆਤਮਾ ਰੂਪ ਕਰਕੇ ਪਛਾਣ ਲਿਆ, ਪਹਿਚਾਨ ਕਰ ਲਈ ਹੈ। ਹਰ ਕੀਰਤ ਕਰਮ ਕਮਾਓ। ਉਹ ਹਰੀ ਪਰਮੇਸ਼ਰ ਦੀ ਕੀਰਤ ਵਡਿਆਈ, ਕੀਰਤ ਕੀਰਤਨ ਦੀ ਭਗਤੀ ਰੂਪ ਕਰਮ, ਇਹ ਕਰਨੀ ਨੂੰ ਕਮਾਉਂਦੇ ਹਨ, ਜਸ ਕਰਦੇ ਨੇ ਵਾਹਿਗੁਰੂ ਦਾ। ਮਨ ਹਰ ਹਰ ਲੱਗਾ ਚਾਓ। ਇਹ ਵਿਸਰਾਮ ਪਾਈ ਮਨ ਤੇ ਲਾ ਕੇ ਫਿਰ ਹਰ ਹਰ ਲੱਗਾ ਚਾਓ। ਇਹ ਪੰਕਤੀਆਂ ਸਾਰੀਆਂ ਅੱਗੇ ਲੈ ਜਾਣੀਆਂ। ਮਨ ਹਰ ਹਰ ਲੱਗਾ ਚਾਓ। ਉਹਨਾਂ ਦੇ ਮਨ ਵਿੱਚ ਹਰੀ ਪਰਮੇਸ਼ਰ ਦੇ, ਹਰ ਸਾਰਿਆਂ ਜੋ ਹਰੇ ਭਰੇ ਕਰਨ ਵਾਲਾ ਹੈ, ਉਹਦੇ ਨਾਮ ਦਾ ਚਾਓ ਉਤਸ਼ਾਹ ਇਹ ਲੱਗਿਆ ਰਹਿੰਦਾ ਹੈ। ਗੁਰ ਪੂਰਾ ਨਾਮ ਦ੍ਰਿੜਾਇਆ। ਪੂਰੇ ਗੁਰੂ ਸਾਹਿਬ ਨੇ ਪਰਮੇਸ਼ਰ ਦੇ ਨਾਮ ਨੂੰ ਚੰਗੀ ਤਰ੍ਹਾਂ ਦ੍ਰਿੜਾਇਆ ਕਿ ਇਹ ਦ੍ਰਿੜ ਪੱਕਾ ਕਰਾ ਦਿੱਤਾ ਹੈ ਹਿਰਦੇ ਦੇ ਵਿੱਚ। ਐਸਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਦ੍ਰਿੜ ਕਰਾ ਦਿੱਤਾ। ਹਰ ਮਿਲਿਆ ਹਰ ਪ੍ਰਭ ਨਾਮ। ਹਿਰਦੇ 'ਚ ਪਾਪਾਂ ਦੇ ਹਰ ਹਾਰਕ ਪ੍ਰਭੂ ਪਰਮੇਸ਼ਰ ਦਾ ਨਾਮ ਵਸ ਗਿਆ। ਉਹਨਾਂ ਨੂੰ ਨਾਮੀ ਹਰ ਪਰਮੇਸ਼ਰ ਮਿਲ ਗਿਆ, ਪ੍ਰਾਪਤ ਹੋ ਗਿਆ। ਨਾਵੇ ਅੰਦਰ ਹਉ ਵਸਾਂ, ਨਾਮ ਵਸੈ ਮਨ ਆਏ। ਅਕਾਲ ਪੁਰਖ ਨੇ ਕਿਹਾ ਸੀ ਨਾ ਵੀ ਮੈਂ ਨਾਮ ਦੇ ਵਿੱਚ ਵਸਦਾ। ਬਾਣੀ ਦੇ ਵਿੱਚ ਇਹ ਅਕਾਲ ਪੁਰਖ ਦੀ ਆਵਾਜ਼ ਉਸੇ ਤਰ੍ਹਾਂ ਮਹਾਰਾਜ ਨੇ ਲਿਖਣਾ ਕੀਤੀ ਹੈ। ਨਾਮ ਵਸੈ ਮਨ ਆਏ, ਕਹਿੰਦੇ ਜਿਨ੍ਹਾਂ ਦੇ ਨਾਮ ਮਨ ਵਿੱਚ ਵਸ ਗਿਆ, ਸਮਝ ਲਓ ਮੈਂ ਹੀ ਮਨ ਵਿੱਚ ਵਸ ਗਿਆ ਆ ਕੇ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦਾ ਨਾਮ ਜਿਨ੍ਹਾਂ ਦੇ ਗੁਰੂ ਨੇ ਦ੍ਰਿੜ ਕਰਾ ਦਿੱਤਾ ਹੈ, ਉਹਨਾਂ ਨੂੰ ਵਾਹਿਗੁਰੂ ਮਿਲ ਜਾਂਦਾ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਜਬ ਲਗ ਜੋਵਨ ਸਾਸ ਹੈ। ਹੁਣ ਮਹਾਰਾਜ ਪਰਮ ਪਵਿੱਤਰ ਉਪਦੇਸ਼ ਦਿੰਦੇ ਹੋਏ ਉਚਾਰਨ ਕਰਦੇ ਨੇ, ਜਬ ਲਗ ਜਿੰਨੀ ਦੇਰ ਤੱਕ ਤੇਰੇ ਵਿੱਚ ਸਾਸ, ਸਵਾਸਾਂ ਦਾ ਨਾਮ ਹੈ ਵੀ ਸਾਹ ਚੱਲਦੇ ਆ, ਜਿੰਨਾ ਚਿਰ ਤੇਰੇ ਉੱਤੇ ਜੋਬਨ ਜਵਾਨੀ ਹੈ, ਜਿੰਨੀ ਦੇਰ ਤੱਕ ਉਹਨਾਂ ਚਿਰ ਕੀ ਕਰਨਾ ਹੈ? ਸਭ ਲਗ ਨਾਮ ਧਿਆਏ। ਉਹਨਾਂ ਚਿਰ ਤੂੰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ, ਇਹੀ ਬਣਜ ਕਰ। ਹੇ ਜਿਗਿਆਸੂ, ਤੂੰ ਆਹੀ ਬਣਜ ਕਰਨ ਵਾਲਾ ਹੈ। ਜਿਗਿਆਸੂ ਜਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਪ੍ਰਸੰਨ ਕੀਤਾ ਮਹਾਰਾਜ ਜੀ। ਐਸੀ ਬਣਜ ਕਰਨ ਨਾਲ ਫਿਰ ਫਲ ਕੀ ਪ੍ਰਾਪਤ ਹੁੰਦਾ ਹੈ? ਇਹ ਮਹਾਰਾਜ ਸਾਹਿਬ ਨੂੰ ਇੱਕ ਪੁੱਛਿਆ ਹੈ ਕਿ ਮਹਾਰਾਜ ਆਹ ਪ੍ਰਸ਼ਨ ਹੈ ਸਾਡਾ, ਕਿਰਪਾ ਕਰਕੇ ਦੱਸੋ। ਇਹ ਪ੍ਰਸ਼ਨ ਦਾ ਉੱਤਰ ਹੁਣ ਅੱਗੇ ਦੇਣਗੇ ਪਾਤਸ਼ਾਹ, ਫਰਮਾਨ ਕਰਨਗੇ। ਜਬ ਲਗ ਜੋਬਨ ਸਾਸ ਹੈ, ਇਹ ਇਸ਼ਾਰਾ ਦਿੱਤਾ ਹੈ। ਹੋਰ ਵੀ ਗ੍ਰੰਥਾਂ 'ਚ ਪ੍ਰਮਾਣ ਮਿਲਣਗੇ ਇਹਦੇ। ਭਰਤਰੀ ਜੀ ਮਹਾਰਾਜ ਨੇ ਇਹ ਗੱਲ ਲਿਖੀ ਹੈ ਵਿਰਾਗ ਸਤਕ ਦੇ ਅੰਦਰ। ਉਹ ਕਹਿੰਦੇ ਜਰਾ ਅਪਾਉ ਨਾ ਹੋ ਸਕੇ, ਜਰਾ ਅਵਸਥਾ ਮਾਹੇ, ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ। ਤਰਨ ਨਾਮ ਜਵਾਨੀ ਦਾ, ਇਸ ਕਰਕੇ ਭਾਈ ਜਵਾਨੀ ਸਾਂਭਣੀ ਚਾਹੀਦੀ ਹੈ। ਜੇ ਜਵਾਨੀ ਨਹੀਂ ਸਾਂਭ ਹੋਈ ਤਾਂ ਬੁਢਾਪਾ ਤਾਂ ਫਿਰ ਜ਼ਰੂਰੀ ਹੈ ਨਾ ਫਿਰ ਸਾਂਭਣਾ। ਸੋ ਮਹਾਰਾਜ ਸਾਹਿਬ ਜੀ ਅੱਗੇ ਉਹ ਪ੍ਰਸ਼ਨ ਦਾ ਉੱਤਰ ਦਿੰਦੇ ਆ ਜਿਹੜਾ ਸਿੱਖਾਂ ਨੇ ਸਵਾਲ ਕੀਤਾ ਸੀ ਵੀ ਮਹਾਰਾਜ ਜਿਗਿਆਸੂ ਜਨਾਂ ਨੇ, ਹੇ ਪਾਤਸ਼ਾਹ ਜੀ, ਇਹ ਸਾਰੇ ਸਵਾਲ ਕੀਤਾ ਇਕੱਠੇ ਹੋ ਕੇ ਵੀ ਇਹ ਬਣਜ ਕਰਨ ਦੇ ਨਾਲ ਫਲ ਕੀ ਪ੍ਰਾਪਤ ਹੁੰਦਾ ਹੈ? ਤਾਂ ਮਹਾਰਾਜ ਸਾਹਿਬ ਜੀ ਦੱਸਦੇ ਨੇ, ਚਲ ਜਾ ਨਾਲ ਹਰ ਚੱਲ ਸੀ। ਇਹ ਜਿਹੜਾ ਤੁਸੀਂ ਬਣਜ ਕਰਦੇ ਹੋ ਇਹ ਤਾਂ ਰਹਿ ਜਾਊਗਾ ਇੱਥੇ। ਬਹੁ ਪ੍ਰਪੰਚ ਕਰ ਪਰ ਧਨ ਲਾਵੇ, ਸੁਦਾਰਾ ਪੈ ਆਨ ਲਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨ ਮੇਰਾ ਤੇਰੇ ਜੀ ਪੈ ਲੀਜੈ। ਜਦੋਂ ਸਰੀਰ ਛੱਡ ਕੇ ਚੱਲਦਿਆਂ ਪਰਲੋਕ ਨੂੰ ਚੱਲਣਾ ਹੋਊਗਾ, ਉਹ ਜਾਊਗਾ ਸੂਖਮ ਸਰੀਰ। ਸੂਖਮ ਸਰੀਰ ਦੇ ਨਾਲ ਕੇਵਲ ਅਕਾਲ ਪੁਰਖ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਤਾਂ ਨਹੀਂ ਚੱਲੂਗਾ ਉੱਤੇ, ਨਾਲ ਹਰ ਚੱਲਸੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਬਾਕੀ ਘਰ-ਬਾਰ ਪਦਾਰਥ ਇਹ ਸਾਰੇ ਇੱਥੇ ਹੀ ਰਹਿ ਜਾਣੇ ਨੇ ਤੇ ਹੋਰ ਕਿਸੇ ਨੇ ਸਹਾਇਤਾ ਨਹੀਂ ਕਰਨੀ ਉੱਥੇ। ਉਹ ਹਰੀ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ ਹੈ, ਜਿਨ੍ਹਾਂ ਨੂੰ ਨਾਮ ਦੀ ਪੂੰਜੀ ਪ੍ਰਾਪਤ ਹੋ ਗਈ ਹੈ, ਹਰ ਅੰਤੇ ਲੈ ਛੜਾਏ। ਉਹਨਾਂ ਨੂੰ ਅੰਤ ਦੇ ਵੇਲੇ ਜਮਾਂ ਤੋਂ ਛਡਾ ਲੈਂਦਾ, ਬਚਾ ਲੈਣਾ ਕਰਦਾ। ਤੇ ਨਹੀਂ ਤਾਂ ਜਮਾਂ ਦੇ ਬਸ ਪੈ ਕੇ ਫਿਰ ਮੁੜ ਕੇ ਜੂਨੀਆਂ 'ਚ ਭੜਕਣਾ ਪਊਗਾ। ਉਹ ਫਿਰ ਜੂਨੀਆਂ 'ਚ ਭੜਕਣ ਨਹੀਂ ਦਿੰਦਾ, ਆਪਣੇ ਸਰੂਪ ਵਿੱਚ ਮੇਲ ਲੈਂਦਾ ਹੈ। ਓ ਬਲਿਹਾਰੀ ਤਿੰਨ ਕਾ, ਹਾਂ ਅਸੀਂ ਤਿੰਨ ਉਹਨਾਂ ਪਿਆਰਿਆਂ ਦੇ ਤਾਂ ਹੀ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਦੇ ਜਿਨ ਹਰ ਮਨ ਬੁੱਠਾ ਆਏ। ਜਿਨ੍ਹਾਂ ਦੇ ਮਨ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਸੰਨਤਾ ਸਹਿਤ ਆਏ, ਆ ਕੇ ਬੁੱਠਾ ਬਸ ਗਿਆ ਹੈ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤਾ ਹੈ
ਜਿਸ ਪ੍ਰਕਾਰ ਬੱਦਲ ਵਰਦਾ ਹੈ, ਉਸੇ ਤਰ੍ਹਾਂ ਅੰਦਰ ਅਜਪਾ ਜਾਪ ਦੀ ਵਰਖਾ ਦੀ ਨਿਆਈ ਐਸੀ ਕਿਰਪਾ ਹੋ ਜਾਂਦੀ ਹੈ। ਵਰਖਾ ਪੈਣ ਵੇਲੇ ਕੀ ਹੁੰਦਾ ਹੈ, ਜਿਹੜੇ ਪਸ਼ੂ ਨੇ, ਪੰਛੀ ਨੇ, ਉਹ ਬਿਰਛਾਂ ਦੇ ਟਿਕਾਣਿਆਂ ਦੇ ਆ ਕੇ ਟਿਕ ਜਾਂਦੇ ਆ, ਇਕੱਠੇ ਹੋ ਕੇ ਖੜ ਜਾਂਦੇ ਨੇ। ਪਹਿਲਾਂ ਤਾਂ ਕੋਈ ਇੱਧਰ ਫਿਰਦਾ, ਵਜਾਣੇ ਕੋਈ ਇੱਧਰ ਫਿਰਦਾ। ਬਿਲਕੁਲ ਇਸੇ ਤਰ੍ਹਾਂ ਜਦੋਂ ਨਾਮ ਦਾ ਮੀਂਹ ਪੈਣ ਲੱਗਾ, ਝਿਮ ਝਿਮ ਵਰਸੈ ਅੰਮ੍ਰਿਤਧਾਰਾ, ਸੰਸਾਰਕ ਜੀਵਾਂ ਦੇ ਅੰਦਰ ਜਦੋਂ ਨਾਮ ਦੀ ਵਰਖਾ ਹੁੰਦੀ ਹੈ, ਉਸ ਵੇਲੇ ਪਸ਼ੂਆਂ ਦੇ ਸਮਾਨ ਸੁਭਾਅ ਵਾਲੇ, ਪੰਛੀਆਂ ਦੀ ਨਹੀਂ ਉਡਾਰੀਆਂ ਮਾਰਨ ਵਾਲੇ, ਜਿਨ੍ਹਾਂ ਦੇ ਮਨ ਸੀ ਉਹ ਸ਼ਰਧਾ ਰੂਪੀ ਬਿਰਛ ਦੇ ਉੱਤੇ ਆ ਕੇ ਟਿਕਾਣਾ ਕਰ ਲੈਂਦੇ ਆ, ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਦੇ ਬੱਦਲ ਦੀ ਨਿਆਈ ਵਰਿਆ, ਉਹਨਾਂ ਦੇ ਹਿਰਦੇ ਦੇ ਅੰਦਰੋਂ ਸਾਰੇ ਥਾਵਾਂ ਤੇ ਜਾਪ ਚੱਲਣ ਲੱਗ ਜਾਂਦਾ ਹੈ। ਜਿਵੇਂ ਵਰਖਾ ਉੱਪਰੋਂ ਹੁੰਦੀ ਹੈ ਤਾਂ ਖੜੇ ਹੋਏ ਸੋਮਿਆਂ ਦਾ ਪਾਣੀ ਵੀ ਤਾਂ ਚੱਲ ਪੈਂਦਾ, ਨਿਕਲਣ ਲੱਗ ਜਾਂਦਾ ਪਾਣੀ ਉਹਨਾਂ ਚੋਂ। ਇਸੇ ਪ੍ਰਕਾਰ ਨਾਭੀ ਵਿੱਚੋਂ, 10ਵੇਂ ਦੁਆਰ ਵਿੱਚੋਂ ਨਾਮ ਪ੍ਰਗਟ ਹੋ ਜਾਂਦਾ ਹੈ। ਫਿਰ ਰੋਮਾਂ ਰੋਮਾਂ ਦੇ ਵਿੱਚ ਸਿਮਰਨ ਦਾ ਪ੍ਰਵਾਹ ਚੱਲ ਪੈਂਦਾ। ਜਦੋਂ ਮਨ ਵਿੱਚ ਪਰਮੇਸ਼ਰ ਵਸ ਜਾਵੇ, ਇਹ ਪ੍ਰਕਾਰ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜਿਨੀ ਹਰ ਹਰ ਨਾਮ ਨਾ ਚੇਤਿਓ, ਜਿਨ੍ਹਾਂ ਨੇ ਹਰ ਪਰਮੇਸ਼ਰ ਦੇ ਨਾਮ, ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹਦੇ ਨਾਮ ਨੂੰ ਚੇਤੇ ਨਹੀਂ ਕੀਤਾ, ਸੇ ਅੰਤ ਗਏ ਪਛਤਾਏ। ਮਹਾਰਾਜ ਕਹਿੰਦੇ, ਲੋ ਭਾਈ, ਉਹ ਤਾਂ ਫਿਰ ਜਦੋਂ ਮੌਤ ਦਾ ਸਮਾਂ ਆ ਗਿਆ, ਅੰਤ ਦੇ ਵੇਲੇ ਪਛਤਾਤਾਪ ਕਰਦੇ ਜਾਣਗੇ, ਰੋਂਦੇ ਜਾਣਗੇ ਤੇ ਆਵਾਗਣ ਦੇ ਚੱਕਰ 'ਚ ਪਏ ਰਹਿਣਗੇ। ਤੁਰ ਮਸਤਕ ਹਰ ਪਰਵ ਲਿਖਿਆ, ਜਿਹਨਾਂ ਦੇ ਤੁਰੋਂ ਹੀ ਮਸਤਕ ਮੱਥੇ ਉੱਪਰ ਹਰੀ ਪਰਮੇਸ਼ਰ ਵਾਹਿਗੁਰੂ ਨੇ ਸ਼ੁਭ ਕਰਮ, ਜਿਹੜਾ ਨਿਸ਼ਕਾਮ ਕਰਮਾਂ ਦੇ ਲੇਖ ਲਿਖ ਦਿੱਤੇ ਆ। ਨਿਸ਼ਕਾਮ ਕਰਮ ਕੀਤੇ ਤੇ ਉਹਨਾਂ ਨੂੰ ਸਾਧ ਜੀ ਲੇਖ ਲਿਖ ਦਿੱਤੇ ਆ, ਤੇ ਉਹਨਾਂ ਪੁਰਸ਼ਾਂ ਨੇ ਹੀ ਜਨ ਨਾਨਕ ਨਾਮ ਧਿਆਏ। ਗੁਰੂ ਸਾਹਿਬ ਜੀ ਕਥਨ ਕਰਦੇ, ਉਹ ਭਗਤ ਜਿਨ੍ਹਾਂ ਨੇ ਗੁਰਾਂ ਦੁਆਰਾ ਬਖਸ਼ਿਆ ਹੋਇਆ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਧਿਆ ਕਰ ਬਿਰਤੀ ਦੁਆਰਾ ਉਹਨਾਂ ਨੇ ਧਿਆਇਆ ਹੈ। ਮਨ ਹਰ ਹਰ ਪ੍ਰੀਤ ਲਗਾਏ, ਉਹ ਆਪਣੇ ਮਨ ਦੇ ਵਿੱਚ ਹਰ 2 ਵਾਰੀ ਹੈ, ਹਰੀ ਪਰਮਾਤਮਾ ਦੀ ਪ੍ਰੀਤੀ ਹਰ ਵੇਲੇ ਲਗਾ ਕੇ ਰੱਖਦੇ ਆ। ਲਗਾਉਣਾ ਕਰਦੇ, ਕਦੇ ਮਨ ਨੂੰ ਵਿਹਲਾ ਨਹੀਂ ਛੱਡਦੇ। ਮਨ ਹਰ ਹਰ ਪ੍ਰੀਤ ਲਗਾਏ, ਤੇ ਇਸ ਤਰ੍ਹਾਂ ਮਨ ਤੇ ਵਿਸਰਾਮ ਰੱਖਣਾ। ਜੇ ਵੱਡ ਭਾਗੀ ਗੁਰ ਪਾਇਆ, ਵੱਡੇ ਭਾਗਾਂ ਵਾਲਿਆਂ ਨੇ ਪੂਰੇ ਗੁਰੂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਪਾਉਣਾ ਕੀਤਾ ਹੈ। ਗੁਰ ਸ਼ਬਦੀ ਪਾਰ ਲਗਾਏ, ਤੇ ਗੁਰੂ ਸਾਹਿਬ ਜੀ ਨੇ ਸ਼ਬਦੀ ਉਪਦੇਸ਼ ਦੀ ਕਮਾਈ ਕਰਾ ਕੇ ਜਗਿਆਸੂ ਨੂੰ, ਸਿੱਖ ਨੂੰ ਸੰਸਾਰ ਸਮੁੰਦਰ ਵਿੱਚੋਂ ਨਾਮ ਦੇ ਜਹਾਜ਼ ਤੇ ਚਾੜ ਕੇ, ਵਾਹਿਗੁਰੂ ਨਾਮ ਜਹਾਜ਼ ਹੈ, ਕਿਹੜੇ ਸੋਤਰੇ ਪਾਰ, ਉਹ ਚੜਾ ਕੇ ਉਹਨਾਂ ਨੂੰ ਮੁਕਤੀ ਰੂਪ ਕਿਨਾਰੇ ਤੇ ਉਹਨਾਂ ਨੂੰ ਇਸ ਪ੍ਰਕਾਰ ਪਾਰ ਗੁਰ ਸ਼ਬਦੀ, ਫਿਰ ਬੋਲੇ ਜੀ, ਗੁਰ ਸ਼ਬਦੀ ਪਾਰ ਲਗਾਏ। ਉਹ ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੂੰ ਪਾਰ ਲੰਘਾਇਆ, ਫਿਰ ਨਾਮ ਦੇ ਜਹਾਜ਼ ਤੇ ਚੜਾ ਕੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦਿੱਤਾ ਹੈ। ਸੰਸਾਰ ਦੇ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ। ਰਹਾਉ ਸਾਈ ਦੇ ਕੇ ਫਰਮਾਉਂਦੇ ਨੇ, ਹਰ ਆਪੇ ਆਪ ਉਪਾਇ ਦਾ। ਹਰੀ ਪਰਮੇਸ਼ਰ ਐਸਾ ਹੈ, ਜਿਸ ਪ੍ਰਕਾਰ ਜਲ ਦੇ ਵਿੱਚੋਂ ਲਹਿਰਾਂ ਉੱਠਦੀਆਂ ਨਾ, ਇਸੇ ਤਰ੍ਹਾਂ ਸੰਸਾਰ ਨੂੰ ਆਪੇ ਆਪ, ਆਪਣੇ ਆਪ ਤੋਂ ਆਪ ਹੀ ਉਪਾਇ ਦਾ ਪੈਦਾ ਕਰਦਾ ਹੈ। ਉਹ ਕਿਸੇ ਨਾਲ ਸਲਾਹ ਨਹੀਂ ਕਰਦਾ ਵੀ ਉਹ ਪੁੱਛਣਾ ਮਸਲਤਰ ਹੈ, ਜੋ ਕੁਛ ਕਰੇ ਸੋ ਆਪੇ ਕਰੇ। ਉਹ ਹਰੀ ਪਰਮੇਸ਼ਰ ਫਿਰ ਆਪ ਹੀ ਪਰਮੇਸ਼ਰ, ਜਿੱਥੇ ਸੰਸਾਰ ਨੂੰ ਪੈਦਾ ਕਰਦਾ ਹੈ। ਹਰ ਆਪੇ ਦੇਵੈ ਲੇ, ਉਹ ਹਰੀ ਪਰਮੇਸ਼ਰ ਆਪ ਹੀ ਸਾਰਿਆਂ ਨੂੰ ਰੋਜੀ ਦੇਵੈ ਦਿੰਦਾ, ਆਪ ਹੀ ਸਾਰਿਆਂ ਦੀ ਜਿੰਦਾਂ ਨੂੰ ਦੇਹ ਦੇ, ਆ ਜਿਹੜਾ ਦੇਹ ਦਾ ਪੋਸ਼ਾਕਾ, ਉਹਨਾਂ ਨੂੰ ਸਾਧ ਸੰਗੀਤ ਦੇ ਕੇ ਫਿਰ ਲੈ ਲੈਂਦਾ, ਵਾਪਸ ਵੀ ਲੈ ਲੈਂਦਾ। ਜਦੋਂ ਚਿੱਤ ਕਰੇ ਤੇ ਆਪ ਹੀ ਗੁਰੂ ਸਰੂਪ ਹੋ ਕੇ ਤੇ ਫਿਰ ਕੀ ਕਰਦਾ, ਗੁਰੂ ਸਰੂਪ ਹੋ ਕੇ ਉਪਦੇਸ਼ ਦੇਣ ਵਾਲਾ ਹੈ। ਆਪ ਹੀ ਗੁਰੂ ਹੋ ਕੇ ਇਹ ਦਾਤ ਨਾਮ ਦੀ ਦਿੰਦਾ ਹੈ, ਤੇ ਆਪ ਹੀ ਸਿੱਖ ਰੂਪ ਹੋ ਕੇ ਦਾਤ ਲੈਣ ਵਾਲਾ ਹੈ। ਆਪੇ ਆਪ ਹੈ ਸਭ ਕੁਝ, ਆਪ ਹੀ ਈਸ਼ਵਰ ਹੋ ਕੇ ਦਾਤ ਨੂੰ ਦਿੰਦਾ ਹੈ, ਆਪ ਹੀ ਅਧਿਕਾਰੀ ਹੋ ਕੇ ਉਹ ਅਪਾਸ਼ ਹੋ ਕੇ ਲੈਣਾ ਕਰਦਾ ਹੈ। ਹਰ ਆਪੇ ਭਰਮ ਭੁਲਾਈ ਦਾ, ਜਿਨ੍ਹਾਂ ਦਾ ਨਿਸ਼ਚਾ ਪਰਮੇਸ਼ਰ ਵਾਹਿਗੁਰੂ ਤੇ, ਜਿਨ੍ਹਾਂ ਦਾ ਚਿੱਤ ਨਿਸ਼ਚੇ ਤੋਂ ਰਹਿਤ ਬੇਸਿਦਕਾ ਹੋ ਗਿਆ ਨਾ, ਉਹਨਾਂ ਨੂੰ ਤਾਂ ਹਰੀ ਪਰਮੇਸ਼ਰ ਫਿਰ ਆਪ ਹੀ ਉਹਨਾਂ ਦੇ ਚਿੱਤ ਨੂੰ ਭਰਮ ਦੇ ਵਿੱਚ, ਇਹ ਜਾਣ ਕੇ ਵੀ ਭਰਮ ਦੇ ਵਿੱਚ ਲੱਗਿਆ ਹੋਇਆ ਹੈ, ਭਰਮ ਦੇ ਵਿੱਚ ਫਿਰ ਭੁਲਾਈ ਦਾ ਭੁਲਾ ਦਿੰਦਾ। ਕਹਿੰਦਾ ਠੀਕ ਹੈ, ਫਿਰ ਤੇਰਾ ਇਹੀ ਟਿਕਾਣਾ, ਕਿਉਂਕਿ ਉਹਨਾਂ ਦਾ ਨਾਮ ਜਿਹੜਾ ਪਰਮੇਸ਼ਰ ਵਾਹਿਗੁਰੂ, ਤੇ ਉਸ ਦਾ ਨਾਮ ਫਲ ਵਰਦਾਤਾ ਜਿਹੜਾ, ਕਿਉਂਕਿ ਉਹਦਾ ਨਾਮ ਹੀ ਇਹ ਹੈ ਕਿ ਫਲ ਪ੍ਰਦਾਤਾ। ਜਿਹਾ ਜਿਹਾ ਕੋਈ ਬੀਜ ਦਾ ਉਹਦਾ ਫਲ ਦਿੰਦਾ ਹੈ,
ਇਸ ਕਰਕੇ ਫਿਰ ਉਹਨਾਂ ਨੂੰ ਭਰਮ ਵਿੱਚ ਭੁਲਾ ਦਿੰਦਾ ਹੈ। ਰਾਪੇ ਹੀ ਮਤ ਦੇ, ਇਹ ਕਰਨੀ ਦੇ ਅਨੁਸਾਰ, ਉਹਦੇ ਅਨੁਸਾਰ ਫਲ ਦਿੰਦਾ ਹੈ। ਜਿਨ੍ਹਾਂ ਦਾ ਮਨ ਭਰਮ ਵਿੱਚ ਨਿਸ਼ਚਾ ਕਰਦਾ ਉਹਨਾਂ ਨੂੰ ਭਰਮ ਵਿੱਚ ਭੁਲਾ ਦਿੱਤਾ, ਜਿਨ੍ਹਾਂ ਨੂੰ ਸੰਗਤ ਦੇ ਵਿੱਚ ਨਿਸ਼ਚਾ ਹੋ ਗਿਆ ਉਹਨਾਂ ਨੂੰ ਹਰੀ ਪਰਮੇਸ਼ਰ ਨੇ ਆਪਣੀ ਫਿਰ ਪ੍ਰਾਪਤੀ ਵਾਲੀ ਆਤਮ ਵਿਸ਼ੈਣੀ ਮਤ ਬੁੱਧ ਬਖਸ਼ਿਸ਼ ਕਰ ਦਿੰਦਾ ਹੈ। ਗੁਰਮੁਖਾ ਮਨ ਪ੍ਰਗਾਸ ਹੈ, ਗੁਰਮੁਖਾਂ ਦੇ ਮਨ ਵਿੱਚ ਵਿਸ਼ੇਸ਼ ਕਰਕੇ ਗਿਆਨ ਦਾ ਗਾਸ ਨਾਮ ਚਾਨਣੇ ਦਾ ਹੁੰਦਾ ਹੈ, ਪਰ ਵਿਸ਼ੇਸ਼ ਕਰਕੇ ਗਾਸ ਚਾਨਣਾ ਉਹਨਾਂ ਦੇ ਹਿਰਦੇ ਵਿੱਚ ਵਿਸ਼ੇਸ਼ ਕਰਕੇ ਚਾਨਣਾ ਬ੍ਰਹਮ ਗਿਆਨ ਦਾ। ਉਹ ਐਸੇ ਗੁਰਮੁਖ ਜਨ ਜਿਹੜੇ ਹਨ ਸੇ ਵਿਰਲੇ ਕਈ ਕੇ, ਉਹ ਫਿਰ ਬਹੁਤੇ ਨਹੀਂ ਹੈ, ਕਈ ਕੇ ਕੋਈ ਕੋਈ ਹੈ, ਕਿਤੇ ਕਿਤੇ ਹੈ, ਬਿਰਲਾ ਬਿਰਲਾ ਛਿੱਦਾ ਛਿੱਦਾ। ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਸਾਰੇ ਜੀਵ ਜਿੰਨੇ ਵੀ ਉਹ ਵਿਕਾਰਾਂ ਵਿੱਚ ਹੀ ਫਸੇ ਨੇ, ਕੁਰੜਾਂ ਵਿੱਚੋਂ ਕੋਈ ਇੱਕ ਅੱਧਾ ਹੈ। ਕੋਟਨ ਮੈਂ ਨਾਨਕੋ ਨਾਰਾਇਣ ਜਾਚੀ, ਦੁਨੀਆ ਦੇ ਪਰਮੇਸ਼ਰ ਦੇ ਨਾਮ ਵਾਲਾ ਲੱਭਣਾ ਬੜਾ ਔਖਾ ਹੈ। ਹੈਨ ਬਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਕਿਹਾ ਹੈ। ਹਉ ਬਲਿਹਾਰੀ ਤਿਨ ਕੋ, ਤਿਨ ਉਹਨਾਂ ਪਿਆਰਿਆਂ ਕੋ ਤਾਈ ਹਾਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ ਜੀ। ਜਿਨ ਹਰ ਪਾਇਆ ਗੁਰਮਤਿ, ਜਿਨ੍ਹਾਂ ਨੇ ਗੁਰੂ ਦੀ ਮੱਤ ਅਨੁਸਾਰ ਹਰੀ ਪਰਮੇਸ਼ਰ ਨੂੰ ਪਾਇਆ। ਇਹਨੂੰ ਅਦਕ ਦੇ ਨਾਲੇ ਪਾਈ ਗੁਰਮਤੇ ਕਹਿਣਾ, ਗੁਰਮਤੇ ਪੋਲਾ ਨਹੀਂ ਬੋਲਣਾ, ਅਦਕ ਸਹਿਤ ਪਾਠ ਹੈ। ਇਸ ਕਾਰਨ ਗੁਰੂ ਦੀ ਮੱਤ ਦੁਆਰਾ ਉਹਨਾਂ ਨੇ ਪਾ ਲਿਆ ਹੈ। ਜਨ ਨਾਨਕ ਕਮਲ ਪ੍ਰਗਾਸਿਆ। ਗੁਰੂ ਸਾਹਿਬ ਜੀ ਇੱਕ ਦ੍ਰਿਸ਼ਟਾਂਤ ਦੇ ਵੱਲ ਇਸ਼ਾਰਾ ਕਰਦੇ ਹੈ। ਜਿਵੇਂ ਤਲਾਬਾਂ ਦੇ ਵਿੱਚ ਸਰੋਵਰਾਂ 'ਚ ਕਮਲ ਨਹੀਂ ਖੜਾ ਹੁੰਦਾ, ਉਹ ਸੂਰਜ ਚੜ੍ਹਨ ਦੇ ਨਾਲ ਖਿੜ ਜਾਂਦਾ ਹੈ। ਉਸੇ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਰੂਪੀ ਤਲਾਬ ਵਿੱਚ ਪ੍ਰੇਮ ਰੂਪੀ ਪਾਣੀ ਭਰਿਆ ਹੋਇਆ ਹੈ, ਉਹਨਾਂ ਦੇ ਕਮਲ ਦੇ ਅਨਿਆਈ ਮਹਾਂਪੁਰਖਾਂ ਨੇ ਸਰੂਪ ਪਰਮੇਸ਼ਰ ਦਾ ਜਿਹੜਾ ਹੈ ਉਹ ਸੂਰਜ ਦੀ ਨਿਆਈ ਦਰਸ਼ਨ ਦਿੰਦਾ ਤੇ ਆਨੰਦ ਸਹਿਤ ਹੋ ਜਾਂਦੇ ਨੇ। ਮਨ ਹਰ ਹਰ ਬੁੱਠੜਾ ਹੈ, ਉਹਨਾਂ ਦੇ ਮਨ ਵਿੱਚ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰ ਪਰਮੇਸ਼ਰ ਬੁੱਠੜਾ ਵਸ ਗਿਆ। ਉਹਨਾਂ ਨੇ ਹੋਰ ਕਰਤੱਵ ਜਿਹੜੇ ਨੇ ਉਹ ਸਾਰੇ ਹੇਤ ਨਾਮ ਦਾ ਤਿਆਗਣ ਦਾ, ਸੰਸਕ੍ਰਿਤ ਦੇ ਹੇ ਤਿਆਗਣ ਨੂੰ ਕਹਿੰਦੇ ਨੇ। ਯਈਆ ਨਾ ਇਹ ਕਹਿੰਦੇ ਤਿਆਗ ਦਿੱਤਾ ਉਹਨਾਂ ਨੇ ਸਾਰਾ ਕੁਝ। ਇੱਕ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਦੇ ਉਹਦੇ ਵੱਲ ਲੱਗੇ ਹੋਏ ਨੇ ਤੇ ਇਸ ਕਰਕੇ ਐਸਾ ਪਰਮੇਸ਼ਰ ਵਾਹਿਗੁਰੂ ਮਨ ਹਰ ਹਰ ਜਪਨ ਕਰੇ। ਤੇ ਗੁਰਮੁਖ ਜਨ ਮਨ ਕਰਕੇ ਹਰ ਪਰਮੇਸ਼ਰ ਦੇ ਜੋ ਹਰ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਮਨ ਹਰ ਹਰ ਜਪਨ ਕਰੇ। ਹੇ ਮਨ ਉਹਦਾ ਹਰ ਵੇਲੇ ਜਾਪ ਕਰ। ਇਸ ਪ੍ਰਕਾਰ ਦੱਸਦੇ ਨੇ ਹਰ ਗੁਰ ਸਰਣਾਈ ਭਜ ਪਉ ਜਿੰਦੂ। ਤੇ ਭਜ ਦਾ ਉਚਾਰਨ ਜਿਹੜਾ ਅਦਕ ਸਹਿਤ ਹੈ ਭਾਈ, ਵਿਸਰਾਮ ਜਿੰਦੂ ਤੇ ਭਜ ਸ਼ਬਦ ਰੱਖਣਾ ਹੈ ਅਦਕ ਸਹਿਤ। ਹੇ ਮੇਰੀ ਜਿੰਦੂ ਜਿੰਦੇ, ਹਰ ਪਰਮੇਸ਼ਰ ਰੂਪ ਪਰਮੇਸ਼ਰ ਦਾ ਸਰੂਪ ਗੁਰ ਪੂਜਨੀਕ ਸਤਿਗੁਰੂ ਜੀ ਉਹਦੀ ਸਰਣਾਈ, ਸਰਨ ਵਿੱਚ ਭੱਜ ਕੇ ਦੌੜ ਕੇ ਪੈ ਜਾ। ਕਿਉਂਕਿ ਭੱਜਦਾ ਕੌਣ ਆ ਬੰਦਾ ਜਦੋਂ ਵਿਫਤਾ ਪੈ ਜਾ। ਤੇਰੇ ਤੇ ਵਿਫਤਾ ਜੰਮਣ ਮਰਨ ਦੀ ਪਈ ਹੋਈ ਆ, ਭੱਜ ਲੈ ਤੂੰ, ਦੌੜ ਕੇ ਪੈ ਜਾ। ਜੇ ਜੰਗਲ ਨੂੰ ਅੱਗ ਲੱਗ ਜਾਏ ਦੌੜਦਾ ਕਹਿੰਦਾ ਕਿਤੇ ਫੁੱਕ ਨਾ ਜਾਵਾਂ, ਪਾਣੀ ਚੜ ਕੇ ਆ ਜਾਵੇ ਮੂਹਰੇ ਮੂਹਰੇ ਭੱਜਦਾ ਡੋਬ ਨਾ ਲਵੇ। ਤੋ ਇਸ ਤਰ੍ਹਾਂ ਕਰਕੇ ਨਾ ਫਿਰ ਕਹਿੰਦੇ ਭੱਜ ਕੇ ਭਾਵ ਸ਼ੀਘਰ ਬੜੀ ਜਲਦੀ ਤੂੰ ਗੁਰੂ ਦੀ ਸ਼ਰਨ ਵਿੱਚ ਪੈ ਜਾ। ਸਭ ਕਿਲ ਵਿਖ ਦੁੱਖ ਪਰ ਹਰੇ। ਕਿਲ ਨਿਸ਼ਚੇ ਕਰਕੇ ਵਿਖ ਵਿਉ ਵਰਗੇ ਪਾਪ ਜੰਮਣ ਮਰਨ ਦੇ ਦੁੱਖਾਂ ਨੂੰ ਪਰ ਹਰੇ, ਪਰ ਵਿਸ਼ੇਸ਼ ਕਰਕੇ ਹਰੇ ਨਾਸ ਕਰ ਦੇਗਾ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਅਸਥਾਈ ਦੇ ਕੇ ਫਰਮਾਉਂਦੇ ਨੇ ਘਟ ਘਟ ਰਮਈਆ ਮਨ ਵਸੈ। ਇਹ ਸਤਿਗੁਰੂ ਜੀ ਜੋ ਰਮਈਆ ਯਾਨੀ ਰਮਿਆ ਹੋਇਆ ਪਰਮੇਸ਼ਰ ਸਾਰਿਆਂ ਘਟਾਂ ਘਟਾਂ ਸਰੀਰਾਂ ਦੇ ਵਿੱਚ ਉਹ ਮਨਾਂ ਦੇ ਵਿੱਚ ਵੀ ਵਸਿਆ ਵਸ ਰਿਹਾ। ਹੁਣ ਇਹ ਸਾਡਾ ਸਵਾਲ ਇਹ ਹੈ ਕਿ ਤੁਸੀਂ ਇਹ ਦੱਸਿਆ ਵੀ ਘਟਾਂ ਘਟਾਂ ਦੇ ਰਮਈਆ ਤੇ ਮਨਾਂ ਵਿੱਚ ਵੀ ਵਸਦਾ। ਹੁਣ ਸਾਡਾ ਮਨ ਸਵਾਲ ਜਿਗਿਆਸੂਆਂ ਦਾ ਇਹ ਹੈ ਕਿਉਂ ਪਾਈਆ ਕਿਤ ਭਤ। ਉਹਨੂੰ ਕਿਉਂ ਕਿਵੇਂ ਪਾਈਆ ਪਾਈਦਾ। ਕਿਤ ਭਤ ਕਿਤ ਭਤ ਹੈ, ਇਹਦੇ ਅਸਲ ਦੇ ਵਿੱਚ ਉੱਤਰ ਮਹਾਰਾਜ ਨੇ ਨਾਲ ਹੀ ਦਿੱਤਾ। ਇਹ ਜਿਹੜਾ ਕਿਉਂ ਪਾਈਆ ਹੈ ਇਹ ਤਾਂ ਪ੍ਰਸ਼ਨ ਹੈ, ਕਿਉਂ ਪਾਈਆ ਕਿਵੇਂ ਪਾਈਆ। ਹੁਣ ਮਹਾਰਾਜ ਨੇ ਕੀ ਕਿਹਾ, ਕਹਿੰਦੇ ਕਿਤ ਭਤ, ਇਹਦੇ ਚ ਉੱਤਰ ਹੈ। ਕਿਤ ਭਤ ਦਾ ਮਤਲਬ ਕੀਰਤੀ ਦੀ ਭਤ ਭਾਂਤ ਪਾਈਦਾ, ਵਾਹਿਗੁਰੂ ਦਾ ਜਸ ਕਰਕੇ ਪਾਈਦਾ। ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਘਟਾਂ ਘਟਾਂ ਦੇ ਵਿੱਚ ਜਿੰਨੇ ਵੀ ਸਰੀਰ ਹੈ, ਅੰਡਜ ਜੇਰਜ ਸੇਤਜ ਉਤਪਜ, ਚਾਰ ਖਾਣੀਆਂ ਨਾ। ਘਟ ਘਟ ਸ਼ਬਦ ਕਿਹਾ ਵੀ ਚਾਰ ਖਾਣੀਆਂ ਹੋ ਗਈਆਂ। ਜਿੰਨੇ ਵੀ ਸਰੀਰ ਨੇ
ਅੰਡਜ ਜੇਰ ਸੇਤ ਉਤਪਜ, ਇਹ ਚਾਰੇ ਖਾਣੀਆਂ ਦੇ ਵਿੱਚੋਂ ਪੈਦਾ ਹੁੰਦੇ ਨੇ। ਅੰਡਜ ਜਾ ਨਾ ਜਨਮ ਦਾ, ਆਂਡਿਆਂ ਤੋਂ ਪੈਦਾ ਹੋਣ ਵਾਲੇ। ਜੇਰ, ਜੇਰ ਤੋਂ ਜਾ ਜਨਮ ਲੈਣ ਵਾਲੇ, ਉਹ ਜੇਰਜ ਹੋ ਗਏ। ਪਸ਼ੂ ਨੇ, ਉਹਨਾਂ 'ਚ ਮਨੁੱਖ ਵੀ ਜੇਰ ਦੇ ਵਿੱਚੋਂ ਹੀ ਆਉਂਦਾ ਹੈ। ਸਿਹਤ 'ਚ ਮੁੜਕੇ ਦੇ ਪਸੀਨੇ ਤੋਂ ਜਾ ਜਨਮ ਲੈਣ ਵਾਲੇ। ਤੇ ਉਤਪੁਜ, ਉਹ ਧਰਤੀ ਤੋਂ ਪੈਦਾ ਹੋ ਕੇ ਤੇ ਜਾ ਜਨਮ ਲੈ ਕੇ, ਉਤ ਤਾਹਾਂ ਨੂੰ, ਭੂ ਨਾਮ ਧਰਤੀ ਦਾ ਹੋ ਗਿਆ। ਉਤਪੁਜ ਚਾਰ ਅੱਖਰ, ਜਾ ਜਨਮ ਦਾ ਨਾਮ ਹੈ, ਭੂ ਧਰਤੀ ਦਾ ਨਾਮ ਹੈ। ਉਤ ਤਾਹਾਂ ਨੂੰ, ਜਿਹੜੇ ਧਰਤੀ ਦੇ ਚੋਂ ਪੁੰਗ ਕੇ ਤਾਹਾਂ ਨੂੰ ਉੱਠਣ, ਉਹ ਬਨਸਪਤੀ ਸਾਰੇ, ਤੇ ਉਹਨਾਂ ਨੂੰ ਸਾਧ ਸੰਜੀ ਉਤਪੁਜ ਕਿਹਾ ਜਾਂਦਾ ਹੈ। ਇਹ ਸਾਰੇ ਚਾਰੇ ਖਾਣੀਆਂ ਦੇ ਜਿੰਨੇ ਵੀ ਜੀਵਨ, ਇਹਨਾਂ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤੇ ਉਹ ਮਹਾਰਾਜ ਸਾਹਿਬ ਕਹਿੰਦੇ ਕਿਤ ਭਤ, ਉਹਦੇ ਕੀਰਤ ਕਰਕੇ, ਜਸ ਕਰਕੇ। ਇਹ ਚਾਰੇ ਖਾਣੀਆਂ ਦੇ ਵਿੱਚ ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ। ਇਹਦੇ 'ਚ ਇੱਕ ਵਿਚਾਰ ਹੈ ਕਿ ਜਿਹੜੇ ਪੱਥਰ ਨੇ, ਹੈ ਤਾਂ ਜੋਨੀ ਇਹ ਵੀ, ਇਹ ਕਣਸਕੋਪ ਦੀ ਅਵਸਥਾ 'ਚ ਰਹਿੰਦੇ ਨੇ। ਮਹਾਪਾਲੋਂ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ ਇਹਨਾਂ ਦਾ, ਕਿਉਂਕਿ ਕਣਸਕੋਪ ਦੀ ਅਵਸਥਾ ਹੈ। ਉਦੋਂ ਦੂਜੇ ਨੰਬਰ ਤੇ ਆ ਕੇ ਬਿਰਸ਼, ਇਹਨਾਂ ਦੀ ਸਕੋਪਤੀ ਅਵਸਥਾ ਹੈ। ਉਹਦੇ ਨਾਲੋਂ, ਪੱਥਰਾਂ ਨਾਲੋਂ ਚੇਤਨਾ ਥੋੜੀ ਜੀ ਹਰਿਆਵਲ ਵੀ ਹੈ, ਤੇ ਪੱਥਰ ਦੇ ਨਾਲੋਂ ਕਠੋਰਤਾ ਘੱਟ ਹੈ, ਪਰ ਇਹਨਾਂ ਦੀ ਸਕੋਪਤੀ ਅਵਸਥਾ ਹੈ। ਜਿਹੜੇ ਪਸ਼ੂ ਪੰਛੀ ਕੀੜੇ ਮਕੌੜੇ ਜਿੰਨੇ ਵੀ ਹੈ, ਇਹਨਾਂ ਦੀ ਸੁਪਨ ਅਵਸਥਾ ਹੈ। ਸਾਧ ਸੰਗਤ ਜਿਹੜਾ ਮਨੁੱਖ ਹੈ, ਇਹਨੂੰ ਫਿਰ ਜਾਗਰਤ ਅਵਸਥਾ ਵਾਲਾ ਮੰਨਿਆ, ਜਾਗਦੇ ਦਿਮਾਗ ਵਾਲਾ ਇਹਨੂੰ ਮੰਨਿਆ ਜਾਂਦਾ ਹੈ। ਇਹਦੇ ਵਿੱਚ ਫਿਰ ਚਾਰ, ਜਿਵੇਂ ਇਹ ਸੁਣੀਆਂ ਤੁਸੀਂ, ਚਾਰ ਹਿੱਸੇ ਇੱਕੋ ਦੇ ਵਿੱਚ ਹੀ ਬਣ ਜਾਂਦੇ ਨੇ। ਜਿਹੜੇ ਤਾਂ ਹੈਗੇ ਪਾਮਰ ਪੁਰਸ਼, ਉਹਨਾਂ ਦੀ ਕਣਸਕੋਪ ਦੀ ਅਵਸਥਾ ਤਾਂ ਪੱਥਰ ਨੇ। ਪੱਥਰ ਕਿਸੇ ਕੰਮ ਨਹੀਂ ਆਉਂਦਾ ਹੈ। ਉਹਦਾ ਪੱਥਰ ਦੇ ਉੱਤੇ ਮੱਥਾ ਲੱਗ ਗਿਆ ਤਾਂ ਵੀ ਫੁੱਟ ਜਾਊਗਾ, ਜੇ ਪੱਥਰ ਚੱਕ ਕੇ ਕਿਸੇ ਨੇ ਮੱਥੇ ਮਾਰਿਆ ਤਾਂ ਵੀ। ਉਹ ਪੱਥਰ ਲੋਕ ਨੇ, ਉਹ ਪਾਮਰ ਪੁਰਸ਼ ਹੈ। ਤੇ ਦੂਸਰੇ ਹੈਗੇ ਵਿਸ਼ਈ, ਤੇ ਉਹਨਾਂ ਦੀ ਅਵਸਥਾ ਸਕੋਪਤੀ ਅਵਸਥਾ ਹੈ। ਇਹ ਤਾਂ ਕਣਸਕੋਪਤੀ ਅਵਸਥਾ 'ਚ ਹੈ। ਜਿਹੜਾ ਪਾਮਰ ਪੁਰਸ਼ ਹੈ ਉਹਨਾਂ ਦੀ ਅਵਸਥਾ ਹੈ। ਜਿਹੜੇ ਹੈਗੇ ਵਿਸ਼ਈ ਪੁਰਸ਼, ਵਿਸ਼ਿਆਂ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਦੀ ਸੁਖੋਪਤੀ ਅਵਸਥਾ ਹੈ। ਜਿਹੜੇ ਜਗਿਆਸੂ ਨੇ, ਉਹਨਾਂ ਦੀ ਸੁਪਨ ਅਵਸਥਾ ਹੈ। ਸੁਪਨ ਅਵਸਥਾ ਦੀ ਤਰ੍ਹਾਂ ਰਹਿੰਦੇ ਨੇ, ਉਹਨਾਂ ਨਾਲੋਂ ਚੰਗੇ ਤਰੱਕੀ ਹੈ ਜਗਿਆਸੂਆਂ ਦੀ। ਜਿਹੜਾ ਭਾਈ ਬ੍ਰਹਮ ਗਿਆਨੀ ਹੈ, ਇਹ ਜਾਗਰਤ ਅਵਸਥਾ 'ਚ ਰਹਿੰਦਾ ਹੈ। ਇਸ ਦੇ ਦੋ ਤਿੰਨ ਕਰਕੇ ਇਹਦਾ ਸਾਧ ਸੰਜੀ ਵਿਚਾਰ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ, ਕਹਿੰਦੇ ਤੁਸੀਂ ਜਿਹੜਾ ਪ੍ਰਸ਼ਨ ਕੀਤਾ ਸੀ ਉਹ ਤਾਂ ਕੀਤਾ ਸੀ 5 ਅੱਖਰਾਂ 'ਚ, ਤੇ ਅਸੀਂ ਇਹਦਾ ਉੱਤਰ ਜਿਹੜਾ ਹੈ ਨਾ, ਉਹ 4 ਅੱਖਰਾਂ ਦੇ ਵਿੱਚ ਇਹ ਦੇ ਦਿੱਤਾ। ਕਿਤ ਭਤ, ਇਹ 4 ਅੱਖਰ ਨੇ, ਤੇ ਤੁਸੀਂ ਕਿਹਾ ਸੀ ਕਿਉਂ ਪਾਈ ਹੈ, ਇਹਦੇ ਉੱਤੇ 5 ਅੱਖਰ ਨੇ। 5 ਅੱਖਰਾਂ ਦਾ ਸਵਾਲ ਤੇ ਉੱਤਰ 4 ਅੱਖਰਾਂ ਦੇ ਵਿੱਚ ਇਹ ਦੇ ਦਿੱਤਾ ਮਹਾਰਾਜ ਨੇ। ਐਸੀ ਮਹਾਰਾਜ ਸਾਹਿਬ ਜੀ ਦੀ ਖੇਡ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਨੂੰ ਅੱਗੇ ਫਰਮਾਉਂਦੇ ਨੇ, ਜੇ ਗੁਰਪੂਰਾ ਸਤਿਗੁਰ ਭੇਟੀਐ, ਗੁਰ ਚੇਤਨ ਸਰੂਪ ਪੂਰਾ ਸਤਿਗੁਰੂ ਭੇਟਿਆ, ਜਿਨ੍ਹਾਂ ਨੂੰ ਮਿਲ ਜਾਂਦਾ ਹੈ। ਜਦੋਂ ਮਿਲ ਜਾਣ ਐਸੇ ਪਰਮੇਸ਼ਰ ਸਰੂਪ ਸਤਿਗੁਰੂ, ਹਰਿ ਆਈ ਵਸੈ ਮਨ ਚਿੱਤ, ਉਹ ਹਰੀ ਪਰਮੇਸ਼ਰ ਹਿਰਦੇ ਦੇ ਵਿੱਚ, ਚਿਤਵਣੀ ਦੇ ਵਿੱਚ ਆ ਕੇ ਬਸ ਜਾਂਦਾ ਹੈ। ਫਿਰ ਨਾਮ ਹਿਰਦੇ 'ਚ ਬਸਦਾ ਹੈ। ਮੈਂ ਧਰ ਨਾਮ ਆਧਾਰ ਹੈ, ਤੇ ਮੈਂ ਧਰ ਨਾਮ ਆਧਾਰ ਹੈ। ਮੈਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਆਧਾਰ, ਆਸਰੇ ਦਾ ਨਾਮ ਹੈ, ਉਹਦਾ ਹੀ ਆਸਰਾ ਹੈ। ਇਸ ਕਰਕੇ ਉਹਦੀ ਧਰ ਟੇਕ ਹੈ ਮੇਰੇ ਮਨ ਦੇ ਵਿੱਚ। ਮਨ ਕਰਕੇ ਧਰ ਟੇਕ ਹੈ, ਸਰੀਰ ਕਰਕੇ ਆਸਰਾ ਹੈ। ਹਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੇ ਹੀ ਸਾਨੂੰ ਇਹ ਭਰੋਸਾ ਹੈ। ਹਰਨਾਮੇ ਤੇ ਗਤ ਮਤ, ਨਾਮੇ ਤੋਂ ਗਤ ਮੁਕਤੀ ਮਿਲੇਗੀ। ਆਤਮ ਵਿਸ਼ੈਣੀ ਮਤ ਬੁੱਧੀ ਪਾਈ ਦੀ ਹੈ ਨਾਮ ਕਰਕੇ। ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਤ ਸਿੱਖਿਆ, ਗਤ ਗਿਆਨ ਵਾਲੀ ਮਤ, ਗਤ ਪਵਿੱਤਰਤਾ ਵਾਲੀ ਮਤ, ਇਹ ਨਾਮ ਕਰਕੇ ਪ੍ਰਾਪਤ ਹੋਏਗੇ। ਮੈਂ ਹਰ ਹਰ ਨਾਮ ਵਿਸਾਹੋ ਹੈ, ਮੈਨੂੰ ਸਾਰਿਆਂ ਨੂੰ ਹਰ ਹਰੇ ਪਰੇ ਕਰਨ ਵਾਲਾ ਜਿਹੜਾ ਪਰਮੇਸ਼ਰ ਹੈ, ਉਹਦੇ ਨਾਮ ਦਾ ਵਿਸਾਹੋ ਭਰੋਸਾ ਹੈ। ਜਾਂ ਫਿਰ ਮੈਂ ਸ਼ਰਧਾ ਰੂਪੀ ਪੂੰਜੀ ਦੇ ਕੇ ਗੁਰਾਂ ਤੇ ਹਰੀ ਪਰਮੇਸ਼ਰ ਦੇ ਨਾਮ ਨੂੰ ਵਿਸਾਹੋ ਖਰੀਦਣਾ ਕੀਤਾ ਹੈ। ਇਹ ਵੀ ਇਹਦਾ ਅਰਥ ਬਣਦਾ ਹੈ। ਹਰਨਾਮੇ ਹੀ ਜਤ ਪਤ, ਹਰ ਪਰਮੇਸ਼ਰ ਦੇ ਨਾਮ ਨੇ ਹੀ ਮੇਰੀ ਉੱਤਮ ਜਾਤ ਤੇ ਪਤ ਇੱਜ਼ਤ। ਜਤ ਪਤ ਤੋਂ ਜਤ ਦਾ ਅਰਥ ਜਾਤ ਹੈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦੀ
ਤੇ ਜਾਤ ਪਾਤ ਪਤ ਇੱਜ਼ਤ, ਇਹ ਆਤਮ ਵਿਸ਼ੈਣੀ ਜਾਤ ਬੁੱਧੀ ਤੇ ਪਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਨਾਮ ਕਰਕੇ ਪ੍ਰਾਪਤ ਹੁੰਦੀ ਹੈ। ਜਨ ਨਾਨਕ ਨਾਮ ਤੇ ਆਇਆ। ਤੇ ਗੁਰੂ ਸਾਹਿਬ ਜੀ ਕਥਨ ਕਰਦੇ ਆ, ਜਿਨ੍ਹਾਂ ਪ੍ਰੇਮੀਆਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕੀਤਾ, ਪ੍ਰੇਮ ਦਾ ਰੰਗ ਜਿਨ੍ਹਾਂ ਨੂੰ ਅੱਗੇ ਦੱਸਦੇ ਨੇ ਕਿਵੇਂ ਚੜ੍ਹਦਾ। ਫਿਰ ਰੰਗ ਰਤੜਾ ਹਰ ਰੰਗ ਰਤ, ਰੰਗ ਪ੍ਰੇਮ ਚ ਰਤੜਾ ਰੰਗਿਆ ਗਿਆ ਹੈ। ਜੋ ਹਰੀ ਸਾਰਿਆਂ ਰੰਗਾਂ ਦੇ ਵਿੱਚ ਰੰਗਿਆ ਹੋਇਆ ਹੈ, ਉਹ ਸਾਰੇ ਰੰਗਾਂ ਚ ਰਤੜਾ ਰੰਗਿਆ ਹੋਇਆ ਜੋ ਹਰੀ ਹੈ, ਤੇ ਉਹਦੇ ਰੰਗ ਵਿੱਚ ਇੱਕ ਰਸ ਮਨ ਬਾਣੀ ਸਰੀਰ ਕਰਕੇ ਰੰਗਿਆ ਜਾਂਦਾ ਹੈ। ਜਿਨ੍ਹਾਂ ਦਾ ਮਨ ਅਨੇਕਾਂ ਤਰ੍ਹਾਂ ਦੇ ਪਦਾਰਥਾਂ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਤੇ ਆਦਿਕ ਇਹਨਾਂ ਦੁਨੀਆਂ ਦੇ ਹੋਰ ਰੰਗਾਂ ਵਿੱਚ ਰਤਿਆ ਹੋਇਆ ਸੀ, ਹੁਣ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਕਿਰਪਾ ਹੋ ਗਈ, ਉਹ ਕੇਵਲ ਨਾਮ ਦੇ ਰੰਗ ਵਿੱਚ ਹੀ ਰੰਗਿਆ ਗਿਆ। ਫਿਰ ਹਰ ਧਿਆਵੋ ਹਰ ਪ੍ਰਭ ਸਤ, ਉਹ ਹਰੀ ਪਰਮੇਸ਼ਰ ਨੂੰ ਸਦਾ ਧਿਆਵੋ, ਧਿਆਉਣਾ ਕਰੋ। ਤੇ ਜੋ ਹਰ ਹਰੀ ਪਰਮੇਸ਼ਰ ਹਮੇਸ਼ਾ ਸਤ ਸਰੂਪ ਹੈ। ਗੁਰ ਬਚਨੀ ਹਰ ਪ੍ਰਭ ਜਾਣਿਆ, ਜਿਨ੍ਹਾਂ ਪ੍ਰੇਮੀਆਂ ਨੇ ਸਤਿਗੁਰੂ ਦੇ ਬਚਨੀ ਬਚਨਾਂ ਦੁਆਰਾ, ਭਾਵ ਕਿ ਅੰਮ੍ਰਿਤ ਸਰੂਪ ਬਾਣੀ ਦੁਆਰਾ, ਉਹ ਹਰ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਜਾਣ ਲਿਆ ਹੈ। ਸਭ ਹਰ ਪ੍ਰਭ ਤੇ ਉਤਪਤ, ਕਿ ਜਿੰਨੀ ਸ੍ਰਿਸ਼ਟੀ ਹੈ ਉਹਨਾਂ ਨੂੰ ਇਹ ਸੋਝੀ ਹੋ ਗਈ ਹੈ, ਇਹ ਸਾਰੀ ਸ੍ਰਿਸ਼ਟੀ ਹਰੀ ਪਰਮੇਸ਼ਰ ਵਾਹਿਗੁਰੂ ਤੋਂ ਉਤਪਤ ਹੋਈ ਹੈ, ਪੈਦਾ ਹੋਈ ਹੈ। ਅੰਤःਕਰਨ ਦੇ ਅੰਦਰ ਪਰਮੇਸ਼ਰ ਦੇ ਹਰੀ ਨਾਮ ਕਰਕੇ ਹੀ ਸਭ ਸਾਰੇ ਗੁਣ ਉਤਪਤ ਪੈਦਾ ਹੁੰਦੇ ਨੇ। ਨਾਮ ਤੋਂ ਬਿਨਾਂ ਨਹੀਂ ਗੁਣ ਪੈਦਾ ਹੁੰਦੇ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਜਿਨ ਕੋ ਪੂਰਵ ਲਿਖਿਆ, ਜਿਨ੍ਹਾਂ ਨੂੰ ਮੱਥੇ ਦੇ ਪਰਮੇਸ਼ਰ ਨੇ ਪੂਰਵਲੇ ਕਰਮਾਂ ਅਨੁਸਾਰ ਪੁੰਨਾਂ ਦੇ ਪ੍ਰੇਰੇ ਹੋਏ ਨੇ, ਗੁਰਾਂ ਦੀ ਪ੍ਰਾਪਤੀ ਦਾ ਲੇਖ ਲਿਖ ਦਿੱਤਾ ਹੈ। ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਸੇ ਆਏ ਮਿਲੇ ਗੁਰ ਪਾਸ, ਉਹ ਭਾਈ ਫਿਰ ਗੁਰੂ ਦੇ ਪਾਸ ਆ ਕੇ ਮਿਲਦੇ ਆ। ਹਰੇਕ ਤਾਂ ਨਹੀਂ ਮਿਲ ਸਕਦਾ, ਉਹ ਆ ਕੇ ਜਨਮ ਦੇ ਫਿਰ ਗੁਰੂ ਦੇ ਪਾਸ ਕੋਲ ਆਉਂਦੇ ਆ, ਤਾਂ ਗੁਰੂ ਵਾਲੇ ਬਣਦੇ ਆ। ਇਹ ਵੀ ਵਾਹਿਗੁਰੂ ਦੀ ਕਿਰਪਾ ਹੈ ਗੁਰੂ ਵਾਲੇ ਬਣਨਾ। ਤੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ ਮਨੁੱਖਾ ਜਨਮ ਦਿੱਤਾ ਹੈ, ਉਹ ਮਨੁੱਖ ਜਨਮ ਪਾ ਕੇ ਸਤਿਗੁਰਾਂ ਦੇ ਪਾਸ ਨੇੜੇ ਆਏ, ਆ ਕੇ ਮਿਲੇ। ਉਹੀ ਮਿਲੇ ਨਾ ਸੂਖਮ ਅਸਤੂਲ ਤੇ ਕਾਰਨ, ਤਿੰਨਾਂ ਦੇਹਾਂ ਦਾ ਅਧਿਆਸ ਛੱਡ ਕੇ, ਤਿੰਨਾਂ ਗੁਣਾਂ ਦਾ ਤਿਆਗ ਕਰਕੇ ਉਹ ਗੁਰਾਂ ਦੇ ਪਾਸ ਆ ਕੇ ਮਿਲ ਜਾਂਦੇ ਹਨ। ਸੇਵਕ ਭਾਈ ਵਣਜਾਰਿਆ ਮਿੱਤਰਾ, ਤੇ ਉਹ ਫਿਰ ਸ਼ੁਭ ਕਰਮਾਂ ਦੇ ਕਰਨ ਵਾਲਾ ਬਣਜਾਰਾ ਤਾਂ ਕਿਹਾ ਜੀਵ ਨੂੰ, ਪਰਮੇਸ਼ਰ ਦੀ ਅਨਸੋਣ ਕਰਕੇ ਮਿੱਤਰ ਕਿਹਾ ਹੈ। ਗੁਰ ਹਰ ਨਾਮ ਪ੍ਰਗਾਸ, ਜਿਨ੍ਹਾਂ ਸੇਵਕ ਦਾਸਾਂ ਭਾਏ, ਭਾਵ ਕੀ ਹੈ ਭਾਵਨਾ ਧਾਰੀ ਹੈ, ਸੇਵਕ ਭਾਏ ਉਹ ਗੁਰੂ ਸਾਹਿਬ ਜੀ ਦੇ, ਤੇ ਉਹਨਾਂ ਦੇ ਹਿਰਦੇ ਦੇ ਅੰਦਰ ਹਰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਕਰ ਦਿੱਤਾ ਹੈ। ਪਰ ਸੇਵਕ ਦੇ ਅੰਦਰ ਭਾਏ ਪ੍ਰੇਮ ਤਾਂ ਹੋਵੇ ਨਾ। ਹੇ ਬਣਜਾਰਿਆ ਮਿੱਤਰਾ, ਬਣਜ ਸ਼ੁਭ ਦੇ ਬਣਜ ਕਰਨ ਵਾਲੇ ਪਾਪਾਂ ਦੇ ਚੇਤਨ ਦੀ ਅਨਸੋਣ ਕਰਕੇ ਤੂੰ ਸੇਵਕ ਭਾਵ ਵਿੱਚ ਹੋ, ਤੇ ਫਿਰ ਗੁਰੂ ਦੇ ਪੋਸੋਂ ਨਾਮ ਦਾ ਪ੍ਰਕਾਸ਼ ਚਾਨਣਾ ਹੋ ਜਾਏਗਾ। ਧਨ ਤਨ ਬਣਜ ਵਪਾਰੀਆ, ਨਾਮ ਦਾ ਬਣਜ ਵਪਾਰ ਕਰਨ ਵਾਲੇ ਜਿਹੜੇ ਧਨਤਾ ਦੇ ਯੋਗ, ਜਿਹੜੇ ਨਾਮ ਦੇ ਵਪਾਰੀਆ, ਬਣਜ ਕਰਨ ਵਾਲਾ ਵਪਾਰ ਕਰਨ ਵਾਲੇ ਜਿਗਿਆਸੂ ਜਨ, ਕਹਿੰਦੇ ਉਹ ਵੀ ਧਨਤਾ ਦੇ ਯੋਗ ਹਨ। ਨਾਮ ਦਾ ਬਣਜ ਵਪਾਰ ਵੀ ਧਨ, ਤੇ ਅਮੁੱਲ ਗੁਣ ਅਮੁੱਲ ਵਪਾਰ, ਇਹਦੇ ਵਪਾਰੀਏ ਵੀ ਧਨ। ਐਸੇ ਜਿਹੜੇ ਸੰਤ ਜਨ ਹਨ ਨਾਮ ਜਪਦੇ ਨੇ, ਉਹ ਧਨਤਾ ਦੇ ਯੋਗ ਹਨ। ਧਨ ਉਹ ਵਪਾਰੀ ਸੰਤ ਜਨ ਜਿਨ੍ਹਾਂ ਨੇ ਬਣਜਾਰੇ ਬਣ ਕੇ ਨਾਮ ਰੂਪੀ ਬਣਜ ਵਪਾਰ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੀ ਫਿਰ ਅੱਗੇ ਸ਼ਰਧਾ ਧਾਰਨ ਕਰਕੇ, ਜਿਨ ਵਖਰ ਲੱਦੜਾ ਹਰ ਰਾਸ, ਸ਼ਰਧਾ ਰੂਪੀ ਰਾਸ ਪੂੰਜੀ ਦੇ ਬਖਰ ਸੌਦੇ ਤਾਈਂ ਅੰਤਸ ਕਰਨ ਦੇ ਗੱਡੇ ਚ ਲੱਦਣਾ ਕੀਤਾ ਹੈ, ਧਾਰਨ ਕੀਤਾ ਹੈ। ਜਾਂ ਫਿਰ ਸ਼ਰਧਾ ਰੂਪੀ ਰਾਸ ਪੂੰਜੀ ਸੀ ਕੋਲ, ਨਾਮ ਰੂਪੀ ਜਿਸ ਵਖਰ ਕੋ ਲੈਣ ਤੂੰ ਆਇਆ, ਉਹ ਜਿਹੜੇ ਵਖਰ ਨੂੰ ਲੈਣ ਆਇਆ ਸੀ ਉਹ ਸੀ ਰਾਮ ਦਾ ਨਾਮ, ਉਹ ਅੰਤਸ ਕਰਨ ਦੇ ਗੱਡੇ 'ਚ ਲੱਦ ਲਿਆ। ਫਿਰ ਇਹ ਨਾਲ ਲੈ ਕੇ ਜਾਏਗਾ ਪਰਲੋਕ ਨੂੰ। ਗੁਰਮੁਖਾਂ ਦਰ ਮੁਖ ਉਜਲੇ, ਐਸੇ ਗੁਰਮੁਖਾਂ ਦੇ ਮੁਖ ਪਰਮੇਸ਼ਰ ਦੇ ਦਰ ਦਰਗਾਹ ਦੇ ਅੰਦਰ ਸੱਚਖੰਡ ਦੇ ਵਿੱਚ ਉਜਲੇ ਉਜਾਲੇ ਵਾਲੇ ਨਿਰਮਲ ਪਵਿੱਤਰ ਹੋ ਜਾਂਦੇ ਨੇ। ਉਹ ਗੁਰਮੁਖ ਫਿਰ ਸਤ ਸੰਗਤ ਰੂਪ ਤੁਰੀਆ ਪਦ ਦੇ ਵਿੱਚ ਉਹ ਹਮੇਸ਼ਾ ਵਾਸਤੇ ਮੁਖ ਉਜਲ ਹੋ ਗਏ ਨੇ। ਤੁਰੀਆ ਪਦ ਦੀ ਪ੍ਰਾਪਤੀ ਹੋ ਗਈ ਹੈ। ਉਹਨਾਂ ਨੂੰ ਤੁਰੀਆ ਪਦ ਪ੍ਰਾਪਤ ਹੋਣ ਕਰਕੇ ਨਾ ਅੰਤਸਕਰ ਰੂਪੀ ਮੁਖ ਉਜਲੇ ਹੋ ਗਏ। ਸੇ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਫਿਰ ਆਏ ਮਿਲੇ ਹਰ ਪਾਸ, ਸੇ ਉਹ ਫਿਰ ਹਰੀ ਪਰਮੇਸ਼ਰ ਦੇ ਪਾਸ ਆ ਕੇ ਮਿਲੇ ਹੈ।
ਉਹਨਾਂ ਨੂੰ ਹਰੀ ਪਰਮੇਸ਼ਰ ਪਾਸ ਨੇੜਿਓਂ ਹੀ ਮਿਲ ਗਿਆ ਤੇ ਉਹਨਾਂ ਨੂੰ ਜਮਾਂ ਦੀ ਫਾਹੀ ਕੱਟੀ ਗਈ ਆ। ਪਾਸ ਨਾ ਫਾਸੀ ਦਾ ਹੁੰਦਾ ਤੇ ਉਹਨਾਂ ਹਰ ਕੀ ਨਾਸ ਕਰ ਦਿੱਤੀ। ਇੱਥੇ ਹਰ ਦਾ ਦੂਸਰਾ ਇਹ ਅਰਥ ਲੱਗੇਗਾ, ਜਨ ਨਾਨਕ ਗੁਰ ਤਿਨ ਪਾਇਆ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ, ਤਿੰਨ ਉਹਨਾਂ ਗੁਰਮੁਖਾਂ ਨੇ ਪੂਰੇ ਗੁਰ ਸਤਿਗੁਰਾਂ ਨੂੰ ਪਾਇਆ, ਪ੍ਰਾਪਤ ਕੀਤਾ ਹੈ। ਜਿਨ ਆਪ ਤੁਠਾ ਗੁਣਤਾਸ, ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮ ਵੇਖ ਕੇ ਗੁਣਤਾਸ, ਗੁਣਾਂ ਦਾ ਖਜ਼ਾਨਾ ਪਰਮੇਸ਼ਰ ਆਪ ਤੁਠਾ ਪ੍ਰਸੰਨ ਹੋਇਆ ਜਿਨ੍ਹਾਂ ਨੂੰ। ਹਰ ਧਿਆਵੋ ਸਾਸ ਗਰਾਸ, ਉਹ ਸਾਸ ਗਰਾਸ ਆਉਂਦੇ ਜਾਂਦੇ ਸਵਾਸਾਂ ਨਾਲ, ਹਰੇਕ ਸਵਾਸ ਅਤੇ ਗਰਾਸ ਮੁਖ ਵਿੱਚ ਗਰਾਹੀ ਪਾਉਂਦਿਆਂ ਹਰ ਧਿਆਵੋ, ਉਹ ਹਰੀ ਪਰਮੇਸ਼ਰ ਨਾਮ ਨੂੰ ਧਿਆਉਣਾ ਕਰੋ, ਇਹ ਹੁਕਮ ਦਿੱਤਾ ਹੈ। ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾ, ਤਿੰਨ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਪ੍ਰਭੂ ਦੀ ਪ੍ਰੀਤ ਲਗਨ ਲੱਗ ਗਈ ਹੈ, ਅੰਦਰ ਤੇ ਖਿੱਚ ਪੈਦਾ ਹੋ ਗਈ ਹੈ। ਹਰ ਨਾਮ ਜਨਾ ਰਹਿ ਰਾਸ ਰਹਾਉ, ਤੇ ਜਿਨ੍ਹਾਂ ਦੇ ਨਾਮ ਜਿਨ੍ਹਾਂ ਦੇ ਪਾਸ ਪਰਮੇਸ਼ਰ ਦੇ ਨਾਮ ਦੀ ਰਹਿ ਰਾਸ, ਰਹਿ ਰਾਸ ਦਾ ਅਰਥ ਹੈ ਰਹੁ ਰੀਤੀ ਮਰਿਆਦਾ। ਹਰੀ ਪਰਮੇਸ਼ਰ ਦੇ ਨਾਮ ਦੇ ਕੋਲ ਉਹਨਾਂ ਦੇ ਰਹਿ ਰਾਸ ਦਾ ਦੂਸਰਾ ਅਰਥ ਹੈ, ਤੇ ਰਾਸ ਨਾਮ ਹੁੰਦਾ ਪੂੰਜੀ ਦਾ, ਰਹਿ ਨਾਮ ਹੈ ਰਹਿ ਆਈ ਉਹਨਾਂ ਦੇ ਕੋਲ। ਇੱਥੇ ਸਾਸੀ ਅਸਥਾਈ ਦੇ ਕੇ ਸ਼ਬਦ ਸਮਾਪਤ ਕੀਤਾ ਮਹਾਰਾਜ ਨੇ। ਰਾਗੀ ਸਿੰਘਾਂ ਵਾਸਤੇ ਸੰਬੋਧਕ ਅਰਥ ਹੈ, ਇਹਦੇ ਵਿੱਚ ਵੀ ਭਾਈ ਇਹਨੂੰ ਵੀ ਤੁਸੀਂ ਅਸਥਾਈ ਬਣਾ ਸਕਦੇ ਹੋ, ਠਹਿਰਾਓ ਹੈ, ਤੇ ਅਸਥਾਈ ਦੇ ਕੇ ਮਹਾਰਾਜ ਸਾਹਿਬ ਨੇ ਸ਼ਬਦ ਸਮਾਪਤ ਕੀਤਾ। ਕਈ ਸ਼ਬਦਾਂ ਨੂੰ ਅਸਥਾਈ ਦੇ ਕੇ ਅੱਗੇ ਫਰਮਾਨ ਕਰਦੇ ਨੇ, ਇੱਥੇ ਸਾਸੀ ਇਹ ਰਾਗੀ ਸਿੰਘਾਂ ਵਾਸਤੇ ਸੰਬੋਧਨ ਕੀਤਾ। ਅੱਜ ਅੱਗੇ ਨਾਲੋਂ ਸ਼ਬਦ ਜਿਹੜਾ ਹੈ ਸਾਸ ਜੀ, ਕੱਲ ਬਹੁਤ ਗੂੜ ਸਿਧਾਂਤ ਸੀ, ਅੱਜ ਲਗਭਗ 15 ਕੁ ਮਿੰਟ ਪਹਿਲਾਂ ਕਥਾ ਸਮਾਪਤ ਹੋ ਜਾਏਗੀ। ਪਰ ਇਹਦੇ ਨਾਲ ਇਹ ਚੇਤੇ ਰੱਖਣਾ ਵੀ ਅੱਜ ਵਾਲੇ 15 ਮਿੰਟ ਜਿੰਨਾ ਕੁ ਸਮਾਂ ਪਹਿਲਾਂ ਸਮਾਪਤ ਹੋਏ, ਕੱਲ ਨੂੰ ਇਹ ਉਹਦੇ 'ਚ ਜਮਾ ਵੀ ਹੋ ਜਾਣਾ ਹੁਣ, ਕਿਉਂਕਿ ਅਗਲਾ ਸ਼ਬਦ ਜਿਹੜਾ ਉਹਦੇ ਵਿੱਚ ਹੁਣ ਮਹਾਰਾਜ ਸਾਹਿਬ ਜੀ ਨੇ ਬਾਰ ਸ਼ੁਰੂ ਕਰਨੀ ਹੈ। ਫਿਰ ਬਾਰ ਦਾ ਸਾਰੀ ਜਿਹੜੀ ਬਾਰ ਦੇ ਅਰਥ ਨੇ, ਕਿੰਨੀਆਂ ਵਾਰਾਂ ਨੇ, ਕਿੰਨੀਆਂ ਧੁਨਾਂ, ਇਹ ਸਾਰਾ ਕੁਝ ਕੱਲ ਦੀ ਵਿਚਾਰ ਦੇ ਵਿੱਚ ਆਏਗਾ। ਹੁਣ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ, ਗਾਵਿਆ ਸੁਣਿਆ ਸਭ ਦਾ ਥਾਂ ਪਵੇ। ਮਨੁੱਖ ਸਰੀਰ ਤੁਹਾਨੂੰ ਵੀ ਮਿਲਿਆ, ਮੈਨੂੰ ਵੀ ਮਿਲਿਆ, ਬੜੇ ਧੱਕੇ ਖਾ ਲਏ ਗੁਰਮੁਖੋ, ਵੀ ਹੁਣ ਤਾਂ ਬੇਨਤੀਆਂ ਹੀ ਕਰੀਏ ਮਹਾਰਾਜ ਨੂੰ ਵੀ ਮਹਾਰਾਜ ਆਪਣਾ ਨਾਮ ਦੇ ਕੇ ਸਾਡੀ ਕਲਿਆਣ ਕਰ ਦਿਓ। ਇਹ ਕਥਾ ਅਸੀਂ ਇਸੇ ਕਰਕੇ ਸੁਣਦੇ ਹਾਂ ਵੀ ਕਥਾ ਦੇ ਬਹਾਨੇ ਅਸੀਂ ਤੇਰਾ ਜਸ ਕਰ ਸਕਦੇ ਹਾਂ। ਉਸ ਤਰ੍ਹਾਂ ਤਾਂ ਭੁੱਲਾਂ ਆਈ ਜਾਂਦੀਆਂ ਨੇ ਵੀ ਇਹ ਇੱਕ ਰਸ ਉਹਦੀ ਯਾਦ ਚੱਲਦੀ ਹੈ, ਇਹ ਰੱਬ ਦੀ ਇੱਕ ਰਸ ਯਾਦ ਹੈ। ਇਸ ਕਰਕੇ ਤਾਂ ਕਿਹਾ ਸਭ ਤੇ ਉਤਮ ਹਰ ਕੀ ਕਥਾ। ਵਾਹਿਗੁਰੂ ਕਿਰਪਾ ਕਰੇ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਹਰ ਧਿਆਵੋ ਸਾਸ ਗਰਾਸ, ਮਨ ਪ੍ਰੀਤ ਲਗੀ ਤਿਨਾ ਗੁਰਮੁਖਾ, ਹਰ ਨਾਮ ਜਿਨਾ ਰਹਿ ਰਾਸ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।